हाँ जी, देखो ਆਪਾਂ ਕੱਲ ਆਪਣਾ ਸਬਜੈਕਟ ਸ਼ੁਰੂ ਕੀਤਾ ਸੀ ਇਨਵਾਇਰਨਮੈਂਟ। ਠੀਕ ਹੈ, ਜਸਟ ਕੱਲ ਆਪਣਾ ਇਨਵਾਇਰਨਮੈਂਟ ਦਾ ਪਹਿਲਾ ਲੈਕਚਰ ਸੀਗਾ ਤੇ ਅੱਜ ਆਪਾਂ ਇਨਵਾਇਰਨਮੈਂਟ ਦੇ ਦੂਸਰੇ ਲੈਕਚਰ ਤੇ ਆ, ਜਿਹਦੇ 'ਚ ਸਭ ਤੋਂ ਪਹਿਲਾਂ ਯਾਦ ਕਰੋ ਕਿ ਆਪਾਂ ਸ਼ੁਰੂ ਕੀਤਾ ਸੀ ਕਿ ਵਟ ਇਜ਼ ਇਨਵਾਇਰਨਮੈਂਟ। ਵਾਤਾਵਰਨ ਕੀ ਹੁੰਦਾ, ਸਾਡਾ ਆਲਾ ਦੁਆਲਾ ਸਾਡਾ ਵਾਤਾਵਰਨ ਆ, ਸਾਡਾ ਇਨਵਾਇਰਨਮੈਂਟ ਆ। ਫਿਰ ਉਸ ਤੋਂ ਬਾਅਦ ਮੈਂ ਪੜ੍ਹਾਇਆ ਸੀ ਕਿ ਈਕੋਸਿਸਟਮ ਕੀ ਹੁੰਦਾ ਹੈ। ਈਕੋਸਿਸਟਮ ਨੂੰ ਆਪਾਂ ਮੰਨ ਕੇ ਚੱਲਦੇ ਹਾਂ ਕਿ ਸਾਡੇ ਆਲੇ ਦੁਆਲੇ ਦਾ ਉਹ ਪੋਰਸ਼ਨ ਜਿਹੜਾ ਸਾਡੇ ਲਈ ਕੋਈ ਢਾਂਚਾ ਤਿਆਰ ਕਰਦਾ ਹੈ ਜਾਂ ਸਟਰਕਚਰ ਤਿਆਰ ਕਰਦਾ, ਜਾਂ ਸਾਡੇ ਕਿਸੇ ਕੰਮ 'ਚ ਸਾਡੀ ਮਦਦ ਕਰਦਾ ਹੈ, ਜਾਂ ਸਾਡੇ ਕੰਮ ਨਾਲ ਕੁਝ ਸੰਬੰਧਿਤ ਹੁੰਦਾ ਹੈ। ਇਨਵਾਇਰਨਮੈਂਟ ਦਾ ਉਹ ਹਿੱਸਾ ਕੀ ਹੁੰਦਾ ਹੈ, ਈਕੋਸਿਸਟਮ ਹੁੰਦਾ ਹੈ। ਤੇ ਈਕੋਸਿਸਟਮ ਦੀ ਸਟੱਡੀ ਕਰਨਾ, ਆਲੇ ਦੁਆਲੇ ਦੇ ਨਾਲ ਇੱਕ ਆਰਗੇਨਿਜ਼ਮ ਇਸ ਇਨਵਾਇਰਨਮੈਂਟ ਇਸ ਈਕੋਸਿਸਟਮ 'ਚ ਰਹਿ ਰਿਹਾ ਹੈ, ਉਹਦੀ ਆਪਸ ਦੇ ਵਿੱਚ ਉਸ ਈਕੋਸਿਸਟਮ ਨਾਲ ਸਟੱਡੀ ਜਿਹੜੀ ਆ ਦੈਟ ਇਜ਼ ਇਕੋਲੋਜੀ। ਆ ਤਿੰਨ ਚੀਜ਼ਾਂ ਜਿਹੜੀਆਂ ਸੀ ਇਹ ਆਪਾਂ ਕੱਲ ਪੜ੍ਹੀਆਂ ਸੀ, ਅੱਜ ਆਪਾਂ ਇਸੇ ਤੋਂ ਹੀ ਅੱਗੇ ਕੈਰੀ ਔਨ ਕਰਨਾ ਹੈ, ਇਨਵਾਇਰਨਮੈਂਟ ਈਕੋਸਿਸਟਮ। ਤੇ ਮੈਂ ਤੁਹਾਨੂੰ ਇੱਕ ਗੱਲ ਦੱਸਿਆ ਸੀ ਕਿ ਈਕੋਸਿਸਟਮ ਜਿਹਨੂੰ ਆਪਾਂ ਪਰਿਸਥਿਤਿਕ ਪ੍ਰਬੰਧ ਵੀ ਕਹਿੰਦੇ ਆ, ਬੇਸਿਕਲੀ ਇਸ ਈਕੋਸਿਸਟਮ ਦੇ ਦੋ ਕੰਪੋਨੈਂਟ ਹੁੰਦੇ ਆ, ਇਹਦੇ ਅੱਗੇ ਦੋ ਕਾਰਕ ਹੁੰਦੇ ਆ ਜਿਹੜੇ ਇੱਕ ਬਾਇਓਟਿਕ, ਕਿ ਇਹ ਈਕੋਸਿਸਟਮ ਜਿਹੜਾ ਹੈ ਸਾਡਾ ਜਿਹੜਾ ਆਲਾ ਦੁਆਲਾ ਹੈ ਜਿਹੜੇ ਤੇ ਕਿ ਇਹ ਸਾਡੇ ਕੰਮ ਤੇ ਸਾਡਾ ਸਾਰਾ ਸਿਸਟਮ ਨਿਰਭਰ ਕਰਦਾ ਹੈ, ਇਹਦੇ ਅੱਗੇ ਦੋ ਕੰਪੋਨੈਂਟ ਹੁੰਦੇ ਆ, ਇੱਕ ਬਾਇਓਟਿਕ ਇੱਕ ਐਬਾਇਓਟਿਕ। ਮਤਲਬ ਇੱਕ ਆਰਗੇਨਿਜ਼ਮ ਦਾ ਈਕੋਸਿਸਟਮ ਇਹੀ ਹੋਇਆ ਨਾ ਕਿ ਉਹਦਾ ਆਲੇ ਦੁਆਲੇ ਦਾ ਉਹ ਹਿੱਸਾ ਜਿਹਦੇ ਤੇ ਉਹਦਾ ਸਾਰਾ ਕੰਮਕਾਰ, ਉਹਦੀ ਕੰਮ ਕਰਨ ਦਾ ਤਰੀਕਾ ਸਭ ਕੁਝ ਨਿਰਭਰ ਕਰਦਾ ਹੈ। ਤਾਂ ਕੋਈ ਦੱਸ ਸਕਦਾ ਕਿ ਕਿਹੜੇ ਕਿਹੜੇ ਬਾਇਓਟਿਕ ਕੰਪੋਨੈਂਟ ਨੇ, ਜੈਵਿਕ ਕਾਰਕ ਨੇ, ਜਿਨ੍ਹਾਂ ਤੇ ਉਹਦਾ ਆਲਾ ਦੁਆਲਾ ਉਹਦੇ ਆਲੇ ਦੁਆਲੇ 'ਚੋਂ ਕਿਹੜੀਆਂ ਜੈਵਿਕ ਚੀਜ਼ਾਂ ਨੇ, ਬਾਇਓਟਿਕ ਨੇ, ਲਿਵਿੰਗ ਥਿੰਗਸ ਨੇ ਜਿਹਦੇ ਤੇ ਉਹ ਬੰਦਾ ਨਿਰਭਰ ਕਰਦਾ ਹੈ। ਤਾਂ ਉਹ ਚੀਜ਼ਾਂ ਕੀ ਨੇ, ਉਹਦੇ ਨਾਲ ਦੇ ਆਰਗੇਨਿਜ਼ਮਸ। ਤੇ ਅਜੈਵਿਕ ਐਬਾਇਓਟਿਕ ਕਿਹੜੇ ਕੰਪੋਨੈਂਟ ਨੇ ਜਿਹਦੇ ਤੇ ਉਹ ਆਰਗੇਨਿਜ਼ਮ ਨਿਰਭਰ ਕਰਦਾ ਹੈ, ਹਵਾ, ਪਾਣੀ, ਮਿੱਟੀ। ਤਾਂ ਦੋ ਟਾਈਪ ਦੇ ਕੰਪੋਨੈਂਟ ਨੇ ਜਿਨ੍ਹਾਂ ਤੇ ਇੱਕ ਆਰਗੇਨਿਜ਼ਮ ਨਿਰਭਰ ਕਰਦਾ ਹੈ ਆਪਣੇ ਆਲੇ ਦੁਆਲੇ 'ਚ, ਉਹੀ ਇਸ ਈਕੋਸਿਸਟਮ ਦੇ ਕੰਪੋਨੈਂਟ ਅਖਵਾਉਂਦੇ ਆ। ਤੇ ਆਪਾਂ ਕੱਲ ਇੱਥੋਂ ਹੀ ਪੜ੍ਹਿਆ ਸੀਗਾ ਕਿ ਈਕੋਸਿਸਟਮ ਦੇ ਕੰਪੋਨੈਂਟ ਦੋ ਪ੍ਰਕਾਰ ਦੇ ਹੁੰਦੇ ਆ, ਇੱਕ ਅਜੈਵਿਕ, ਠੀਕ ਆ, ਐਬਾਇਓਟਿਕ, ਇੱਕ ਜਿਹੜੇ ਜੀਵਤ ਨੇ ਜੈਵਿਕ ਨੇ ਬਾਇਓਟਿਕ ਕੰਪੋਨੈਂਟ। ਸੋ ਇਹ ਦੋ ਪ੍ਰਕਾਰ ਦੇ ਕਾਰਕ ਨੇ, ਇਹ ਦੋ ਪ੍ਰਕਾਰ ਦੇ ਕੰਪੋਨੈਂਟ ਨੇ ਜਿਨ੍ਹਾਂ ਤੇ ਇੱਕ ਬੰਦੇ ਦੀਆਂ ਪ੍ਰਤੀਸਥਿਤੀਆਂ ਕਿ ਉਹਦਾ ਆਲਾ ਦੁਆਲਾ, ਠੀਕ ਆ, ਉਹਦਾ ਈਕੋਸਿਸਟਮ ਨਿਰਭਰ ਕਰਦਾ ਹੈ। ਹਾਂ, ਜਿਹੜੇ ਐਬਾਇਓਟਿਕ ਕੰਪੋਨੈਂਟ ਨੇ, ਜਿਹੜੇ ਨਿਰਜੀਵ ਨੇ, ਜਿਹੜੇ ਜੀਵਿਤ ਨਹੀਂ ਗੇ, ਅਜੀਵਿਤ ਨੇ, ਉਹ ਕੰਪੋਨੈਂਟ ਦੋ ਪ੍ਰਕਾਰ ਦੇ ਅੱਗੇ, ਇੱਕ ਜਿਹੜੇ ਜਲਵਾਯੂ ਨਾਲ ਸੰਬੰਧਿਤ ਨੇ, ਕਲਾਈਮੇਟ ਨਾਲ ਸੰਬੰਧਿਤ ਨੇ, ਇੱਕ ਉਹ ਜਿਹੜੇ ਮਿੱਟੀ ਨਾਲ ਸੰਬੰਧਿਤ ਨੇ। ਮਿੱਟੀ ਨਾਲ ਸੰਬੰਧਿਤ ਮਤਲਬ ਐਡੈਫਿਕ, ਤੇ ਕਲਾਈਮੇਟ ਨਾਲ ਜਲਵਾਯੂ ਨਾਲ ਸੰਬੰਧਿਤ ਮਤਲਬ ਕਲਾਈਮੇਟਿਕ ਫੈਕਟਰ। ਹੁਣ ਇਹ ਦੋਵੇਂ ਅਜੈਵਿਕ ਨੇ, ਇਹ ਦੋਵੇਂ ਜਿਹੜੇ ਆ ਨਿਰਜੀਵ ਨੇ, ਨੌਨ ਲਿਵਿੰਗ ਨੇ। ਤੇ ਜੇ ਮੈਂ ਲਿਵਿੰਗ ਵਾਲਿਆਂ ਦੀ ਗੱਲ ਕਰਾਂ ਤਾਂ ਲਿਵਿੰਗ 'ਚ ਆ ਜਾਂਦੇ ਆ ਇੱਕ ਬੰਦੇ ਦੇ ਆਲੇ ਦੁਆਲੇ, ਇੱਕ ਆਰਗੇਨਿਜ਼ਮ ਦੇ, ਇੱਕ ਪ੍ਰਾਣੀ ਦੇ ਆਲੇ ਦੁਆਲੇ ਰਹਿਣ ਵਾਲੇ ਉਹ ਵਾਲੇ ਆਰਗੇਨਿਜ਼ਮ ਜਿਹੜੇ ਜੀਵਤ ਨੇ। ਕੌਣ ਕੌਣ? ਉਹਦੇ ਆਲੇ ਦੁਆਲੇ ਰਹਿਣ ਵਾਲੇ ਪ੍ਰੋਡਿਊਸਰਸ ਜਿਹੜੇ ਆਪਣਾ ਭੋਜਨ ਆਪ ਬਣਾਉਂਦੇ ਆ, ਮਤਲਬ ਪੌਦੇ। ਕੰਜ਼ਿਊਮਰਸ ਖਪਤਕਾਰ ਜਿਹੜੇ ਉਹ ਭੋਜਨ ਖਾਂਦੇ ਆ, ਠੀਕ ਆ। ਤੀਸਰੇ ਵਿਨਾਸ਼ਕਾਰ ਡੀਕੰਪੋਜ਼ਰਸ ਜਿਹੜੇ ਮਰੀਆਂ ਹੋਈਆਂ ਚੀਜ਼ਾਂ ਖਾਂਦੇ ਆ। ਤਾਂ ਇਹ ਵੀ ਹੁਣ ਸਪੋਜ਼ ਕਰਕੇ ਦੇਖੋ, ਮੇਰੇ ਆਲੇ ਦੁਆਲੇ ਕਿਸੇ ਜਾਨਵਰ ਦਾ ਐਕਸੀਡੈਂਟ ਹੋ ਗਿਆ, ਉਹ ਉੱਥੇ ਕਿੰਨੀ ਸਮੈਲ ਕ੍ਰੀਏਟ ਕਰੂਗਾ ਜੇ ਉਹਨੂੰ ਡੀਕੰਪੋਜ਼ਰਸ ਨੇ ਨਾ ਖਾਧਾ ਆ ਕੇ, ਠੀਕ ਆ। ਜਿਹੜੇ ਵਿਘਟਨ ਕਰ ਦਿੰਦੇ ਆ, ਵਿਨਾਸ਼ ਕਰ ਦਿੰਦੇ ਆ, ਉਹਨੂੰ ਡੀਕੰਪੋਜ਼ ਕਰ ਦਿੰਦੇ ਆ। ਜਿਹੜੇ ਉਹ ਵਿਘਟਨ ਨਾ ਕਰਨ ਆਇਆ, ਕੋਈ ਉਹਨੂੰ ਡੀਕੰਪੋਜ਼ ਨਾ ਕਰਨ ਆਇਆ, ਤੇ ਉਹਦੀ ਸਮੈਲ ਮੈਨੂੰ ਮਾਰ ਦੂਗੀ। ਇਟ ਮੀਨਸ ਉਹ ਵੀ ਤਾਂ ਮੇਰੇ ਈਕੋਸਿਸਟਮ ਦਾ ਪਾਰਟ ਹੀ ਨੇ। ਹਾਂ, ਮੇਰੇ ਨੇੜੇ ਤੇੜੇ ਘਾਹ ਬਹੁਤ ਉੱਚਾ ਹੋ ਜਾਊਗਾ ਜੇ ਮੇਰੇ ਨੇੜੇ ਤੇੜੇ ਘਾਹ ਬਹੁਤ ਉੱਚਾ ਹੋਊਗਾ ਜੇ ਉਹਨਾਂ ਨੂੰ ਖਾਣ ਵਾਲੇ ਕੰਜ਼ਿਊਮਰਸ ਹੀ ਨਾ ਹੋਣਗੇ, ਖਪਤਕਾਰ ਹੀ ਨਾ ਹੋਣਗੇ, ਠੀਕ ਆ। ਜੇ ਬਾਈ ਚਾਂਸ ਪਲਾਂਟਸ ਹੀ ਨਾ ਹੋਣਗੇ ਜਿਹੜੇ ਆਪਣਾ ਭੋਜਨ ਆਪ ਬਣਾਉਂਦੇ ਆ, ਤੇ ਮੇਰੇ ਭੋਜਨ ਦਾ ਪ੍ਰਬੰਧ ਕੌਣ ਕਰਕੇ ਦਊਗਾ? ਤਾਂ ਇਹ ਉਹ ਆਲਾ ਦੁਆਲਾ ਹੈ ਜਿਹੜਾ ਜੀਵਿਤ ਆ ਤੇ ਮੈਂ ਇਹਦੇ ਤੇ ਨਿਰਭਰ ਆ। ਇਸ ਕਰਕੇ ਇਹ ਮੇਰਾ ਬਾਇਓਟਿਕ ਕੰਪੋਨੈਂਟਸ ਨੇ। ਐਬਾਇਓਟਿਕ 'ਚ ਕਿਉਂ ਨਹੀਂ ਮੈਨੂੰ ਮਿੱਟੀ ਦੀ ਲੋੜ ਆ? ਮਿੱਟੀ ਦਾ ਪੀਐਚ ਕਿੰਨਾ ਹੈ, ਮਿੱਟੀ ਕਿੰਨੀ ਤੇਜ਼ਾਬੀ ਆ, ਕਿੰਨੀ ਮਿੱਟੀ ਖਾਰੀ ਆ, ਕਿਉਂਕਿ ਕੁਝ ਫਸਲਾਂ ਖਾਰੀ ਮਿੱਟੀ ਚੁੱਕਦੀਆਂ, ਕੁਝ ਤੇਜ਼ਾਬ ਵਾਲੀ ਮਿੱਟੀ ਚੁੱਕਦੀਆਂ, ਐਸਿਡ ਕੁਝ ਬੇਸ 'ਚ। ਇਸ ਕਰਕੇ ਮਿੱਟੀ ਦਾ ਪੀਐਚ ਵੀ ਬਹੁਤ ਜ਼ਰੂਰੀ ਆ। ਮਿੱਟੀ 'ਚ ਕਿਹੜੇ ਖਣਿਜ ਨੇ, ਮਿਨਰਲਸ ਨੇ, ਮਿੱਟੀ 'ਚ ਜਿਹੜੇ ਪ੍ਰਕਾਰ ਦੇ ਮਿਨਰਲਸ ਨੇ ਉਸੇ ਪ੍ਰਕਾਰ ਦੀ ਮਿੱਟੀ ਦੇ ਵਿੱਚੋਂ ਸਾਨੂੰ ਉਪਜ ਪੈਦਾ ਹੁੰਦੀ ਆ, ਉਸੇ ਪ੍ਰਕਾਰ ਦੀ ਮਿੱਟੀ ਦੀ ਪ੍ਰੋਡਕਟਿਵਿਟੀ ਹੁੰਦੀ ਆ। ਸੋ ਇਹ ਵੀ ਇੱਕ ਗੱਲ ਸਮਝ ਆ ਗਈ ਸਾਨੂੰ ਕਿ ਮਿੱਟੀ ਦੀ ਜਿਹੜੀ ਮਿਨਰਲਸ ਤੇ ਉਹਦੀ ਪ੍ਰੋਡਕਟਿਵਿਟੀ, ਤੇ ਮਿੱਟੀ ਦੀ ਟੋਪੋਗ੍ਰਾਫੀ ਦਾ ਮਤਲਬ ਮਿੱਟੀ ਦੀ ਉੱਪਰਲੀ ਪਰਤ, ਇਹ ਵੀ ਬੜਾ ਵੱਡਾ ਰੋਲ ਅਦਾ ਕਰਦੀ ਆ। ਮਿੱਟੀ ਦੀ ਉੱਪਰਲੀ ਪਰਤ ਵੀ ਤਾਂ ਬਹੁਤ ਵੱਡਾ ਰੋਲ ਅਦਾ ਕਰਦੀ ਆ। ਸੋ ਇਹ ਸਾਰੇ ਮਿੱਟੀ ਨਾਲ ਸੰਬੰਧਿਤ ਕਾਰਕ ਨੇ ਜਿਨ੍ਹਾਂ ਤੇ ਮੇਰਾ ਈਕੋਸਿਸਟਮ ਨਿਰਭਰ ਕਰਦਾ ਹੈ। ਹਾਂ, ਮਿੱਟੀ ਤੋਂ ਬਿਨਾਂ ਜਲਵਾਯੂ ਨਾਲ ਸੰਬੰਧਿਤ ਵੀ ਬਹੁਤ ਕਾਰਕ ਨੇ ਕਿ ਬਈ ਪਾਣੀ, ਮੀਂਹ, ਲਾਈਟ, ਹਵਾ, ਪੌਣ ਤੇ ਤਾਪਮਾਨ।
ਟੈਂਪਰੇਚਰ, ਵਿੰਡ, ਲਾਈਟ, ਇਹ ਸਭ ਕੁਝ ਆ ਗੱਲ ਸਮਝ ਆ ਗਈ ਚੀਜ਼। ਇਟ ਮੀਨਸ ਮੈਨੂੰ ਇਹ ਤਾਂ ਸਮਝ ਆ ਗਈ ਕਿ ਮੇਰੇ ਆਲੇ ਦੁਆਲੇ ਦੋ ਪ੍ਰਕਾਰ ਦੇ ਫੈਕਟਰਸ ਨੇ ਜਿਨ੍ਹਾਂ ਤੇ ਮੇਰਾ ਜੀਣਾ ਨਿਰਭਰ ਕਰਦਾ ਹੈ। ਇੱਕ ਮੇਰੇ ਆਲੇ ਦੁਆਲੇ ਨੇ ਬਾਇਓਟਿਕ ਕੰਪੋਨੈਂਟਸ ਜੈਵਿਕ ਕਾਰਕ, ਇੱਕ ਮੇਰੇ ਆਲੇ ਦੁਆਲੇ ਨੇ ਐਬਾਇਓਟਿਕ ਕੰਪੋਨੈਂਟਸ ਅਜੈਵਿਕ ਕਾਰਕ। ਇਹ ਸਾਰੇ ਮਿਲ ਕੇ ਹੀ ਮੇਰਾ ਈਕੋਸਿਸਟਮ ਨੇ। ਈਕੋਸਿਸਟਮ ਦੇ ਕੰਪੋਨੈਂਟਸ ਸਮਝ ਆ ਗਏ। ਹੁਣ ਆਪਾਂ ਸਭ ਤੋਂ ਪਹਿਲਾਂ ਅਜੈਵਿਕ ਯਾਨੀ ਕਿ ਐਬਾਇਓਟਿਕ ਕੰਪੋਨੈਂਟਸ ਦੀ ਗੱਲ ਕਰਦੇ ਹਾਂ। ਉਹਨਾਂ 'ਚ ਕੀ ਨੇ? ਕਹਿੰਦਾ ਇਹ ਅਜੈਵਿਕ ਤੇ ਨਿਰਜੀਵ ਨੇ, ਠੀਕ ਆ। ਬੇਸਿਕਲੀ ਇਹਨਾਂ ਦੇ ਵਿੱਚ ਬਹੁਤ ਸਾਰਾ ਕੁਝ ਆ ਜਾਂਦਾ ਹੈ। ਇਹਨਾਂ 'ਚੋਂ ਇਕੱਲੇ ਨੂੰ ਆਪਾਂ ਨੂੰ ਸਟੱਡੀ ਕਰਨਾ ਚਾਹੀਦਾ। ਸਭ ਤੋਂ ਪਹਿਲਾਂ એનર્ਜੀ, ਠੀਕ ਆ। એનર્ਜੀ ਕਹਿ ਲਓ, ਲਾਈਟ ਕਹਿ ਲਓ, ਇੱਕੋ ਗੱਲ ਆ, ਜਿਹਨੂੰ ਅਸੀਂ ਪੰਜਾਬੀ 'ਚ ਊਰਜਾ ਵੀ ਕਹਿ ਦਿੰਦੇ ਆ, ਠੀਕ ਆ। ਦੇਖੋ ਇੱਕ ਗੱਲ ਬੜੀ ਕਲੀਅਰ ਆ। ਪਹਿਲਾਂ ਇਹ ਦੱਸੋ ਕਿ ਇਹ ਅਜੈਵਿਕ ਕਾਰਕ ਆ, ਜਿਵੇਂ ਕਿ ਐਬਾਇਓਟਿਕ ਕੰਪੋਨੈਂਟ ਆ ਕਿ ਬਾਇਓਟਿਕ ਆ? ਐਬਾਇਓਟਿਕ, ਅਜੈਵਿਕ, ਠੀਕ ਆ। ਜਿਹੜੀ એનર્ਜੀ ਆ, ਲਾਈਟ ਕਹਿ ਲਓ ਜਾਂ એનર્ਜੀ ਕਹਿ ਲਓ, ਸਭ ਤੋਂ ਪਹਿਲੀ ਗੱਲ ਇਹ ਇੱਕ ਨੂੰ ਮੈਂ ਐਕਸਪਲੇਨ ਕਰਦਾ ਜਾਊਂਗਾ ਕਿ ਇਹ ਸਾਡੇ ਵਾਸਤੇ ਕਿਵੇਂ ਮੇਰੇ ਈਕੋਸਿਸਟਮ ਦਾ ਹਿੱਸਾ ਨੇ। ਇਹ ਕਿਵੇਂ ਮੇਰੇ ਈਕੋਸਿਸਟਮ ਦਾ ਹਿੱਸਾ ਨੇ ਮੈਂ ਇੱਕ ਕਰਕੇ ਐਕਸਪਲੇਨ ਕਰਦਾ ਜਾਊਂਗਾ। ਕਿਵੇਂ? ਉਦਾਹਰਨ ਦੇ ਤੌਰ ਤੇ ਦੇਖਦੇ ਹਾਂ। ਸਭ ਤੋਂ ਪਹਿਲਾਂ ਆ ਗਿਆ ਜੀ એનર્ਜੀ। એનર્ਜੀ ਕਿਵੇਂ ਆ ਜੀ? ਸਭ ਤੋਂ ਪਹਿਲੀ ਗੱਲ ਇਹ ਆ ਕਿ એનર્ਜੀ ਜਿਹੜੀ ਆ ਲਾਈਟ ਦੀ ਫਾਰਮ 'ਚ ਪਲਾਂਟਸ ਨੂੰ ਜੇ ਨਹੀਂ ਮਿਲੀ ਤਾਂ ਉਹ ਆਪਣਾ ਫੋਟੋਸਿੰਥੇਸਿਸ ਦਾ ਪ੍ਰੋਸੈਸ ਨਹੀਂ ਕਰ ਸਕਦੇ। ਇਹਦਾ ਮਤਲਬ ਸਾਨੂੰ ਇੱਕ ਗੱਲ ਤਾਂ ਬੜੀ ਕਲੀਅਰ ਆ ਕਿ ਪੌਦੇ ਜਿਹੜੇ ਆ ਨਾ, ਉਹ ਸੂਰਜ ਤੋਂ ਮਿਲੀ ਹੋਈ ਜਿਹੜੀ ਊਰਜਾ ਹੈ ਜਾਂ ਸੂਰਜ ਤੋਂ ਮਿਲੀ ਹੋਈ ਜਿਹੜੀ ਲਾਈਟ ਆ, ਉਹਦੀ ਮਦਦ ਨਾਲ ਹੀ ਫੋਟੋਸਿੰਥੇਸਿਸ ਦਾ ਪ੍ਰੋਸੈਸ ਕਰ ਸਕਦੇ ਆ। ਤੇ ਫੋਟੋਸਿੰਥੇਸਿਸ ਇੱਕ ਅਜਿਹਾ ਪ੍ਰੋਸੈਸ ਆ ਜਿਹਦੇ 'ਚ ਇੱਕ ਪਲਾਂਟ ਆਪਣੇ ਵਾਸਤੇ ਆਪਣੇ ਭੋਜਨ ਦਾ, ਆਪਣੇ ਫੂਡ ਦਾ ਪ੍ਰਬੰਧ ਕਰਦਾ ਹੈ। ਤਾਂ ਲਾਈਟ ਇਸ ਕਰਕੇ ਸਭ ਤੋਂ ਵੱਧ ਜ਼ਰੂਰੀ ਆ। ਸੋ ਸਭ ਤੋਂ ਮੇਨ ਗੱਲ ਤਾਂ ਆਪਾਂ ਨੂੰ ਪਤਾ ਲੱਗ ਗਈ ਕਿ ਲਾਈਟ ਦਾ ਕੀ ਰੋਲ ਆ, ਯਾਨੀ ਕਿ એનર્ਜੀ ਦਾ ਕੀ ਰੋਲ ਆ। ਦੂਸਰਾ ਆਪਣੇ ਕੋਲ ਆ ਗਈ ਰੇਨਫਾਲ। ਰੇਨਫਾਲ ਦਾ ਮਤਲਬ ਵੀ ਸਾਫ਼ ਪਤਾ ਹੈ ਕਿ ਸਾਡੀ ਧਰਤੀ ਤੇ ਬਹੁਤ ਸਾਰੀਆਂ ਕੈਮੀਕਲ ਰਿਐਕਸ਼ਨਾਂ, ਅਸੀਂ ਕਹਿੰਦੇ ਆ ਕਿ ਸਾਡੀ ਧਰਤੀ ਤੇ ਬਹੁਤ ਸਾਰੀਆਂ ਕਿਰਿਆਵਾਂ, ਰਸਾਇਣਿਕ ਕਿਰਿਆਵਾਂ ਇਸੇ ਕਰਕੇ ਹੀ ਹੁੰਦੀਆਂ। ਕੈਮੀਕਲ ਰਿਐਕਸ਼ਨਸ ਇਸੇ ਕਰਕੇ ਹੁੰਦੀਆਂ ਕਿਉਂਕਿ ਉਹਨਾਂ ਤੇ ਪਾਣੀ ਜਿਹੜਾ ਹੈ ਨਾ, ਉਹ ਕੈਟਾਲਿਸਟ ਦਾ ਕੰਮ ਕਰਦਾ ਹੈ। ਕੈਟਾਲਿਸਟ ਦਾ ਮਤਲਬ ਪਤਾ ਕੀ ਹੁੰਦਾ ਹੈ? ਕੈਟਾਲਿਸਟ ਦਾ ਮਤਲਬ ਹੁੰਦਾ ਹੈ ਕਿ ਜੇ ਪਾਣੀ ਉਹਦੇ ਤੇ ਡੁੱਲੂਗਾ ਤਾਂ ਜਾ ਕੇ ਉਹ ਰਿਐਕਸ਼ਨ ਅੱਗੇ ਤੁਰੂਗੀ। ਤਾਂ ਬਹੁਤ ਸਾਰੇ ਪ੍ਰੋਸੈਸ ਜਿਹੜੇ ਆ ਉਹ ਇਸ ਧਰਤੀ ਤੇ ਪਾਣੀ ਤੇ ਨਿਰਭਰ ਕਰਦੇ ਆ। ਇਸ ਕਰਕੇ ਪਾਣੀ ਦੂਸਰਾ ਅਜੈਵਿਕ ਤੱਤ ਆ, ਦੂਸਰਾ ਐਬਾਇਓਟਿਕ ਕੰਪੋਨੈਂਟ ਆ ਈਕੋਸਿਸਟਮ ਦਾ, ਜਿਹੜਾ ਸਾਡੇ ਵਾਸਤੇ ਬੇਹੱਦ ਜ਼ਰੂਰੀ ਆ। ਤੀਸਰੇ ਨੰਬਰ ਤੇ ਆ ਗਿਆ ਟੈਂਪਰੇਚਰ। ਟੈਂਪਰੇਚਰ ਆਪਣੇ ਆਪ 'ਚ ਇੱਕ ਬਹੁਤ ਵੱਡਾ ਰੋਲ ਅਦਾ ਕਰਦਾ ਹੈ। ਹੁਣ ਤੁਸੀਂ ਇੱਕ ਗੱਲ ਸਮਝ ਗਏ ਕਿ ਬਈ ਮਾਰਸ ਤੇ ਦੁਨੀਆ ਕਿਉਂ ਨਹੀਂ ਵਸੀ? ਮਾਰਸ ਸੂਰਜ ਤੋਂ ਇੰਨੀ ਦੂਰ ਆ ਕਿ ਉੱਥੋਂ ਦਾ ਜਿਹੜਾ ਟੈਂਪਰੇਚਰ ਆ ਨਾ, ਉਹ ਇੰਨਾ ਉੱਥੋਂ ਦਾ ਟੈਂਪਰੇਚਰ ਮਨੁੱਖ ਵਾਸਤੇ ਸਹੀ ਨਹੀਂਗਾ, ਹਿਊਮਨ ਬੀਇੰਗਸ ਲਈ। ਤੇ ਵੀਨਸ ਤੇ ਮਰਕਰੀ ਇੰਨੇ ਸੂਰਜ ਦੇ ਨੇੜੇ ਆ ਕਿ ਉਹ ਇੰਨੇ ਗਰਮ ਆ ਕਿ ਉੱਥੋਂ ਦਾ ਟੈਂਪਰੇਚਰ ਵੀ ਨਹੀਂ। ਇਟ ਮੀਨਸ ਧਰਤੀ ਆਪਣੇ ਆਪ 'ਚ ਇੱਕ ਅਜਿਹੀ ਟੈਂਪਰੇਚਰ ਰੇਂਜ 'ਚ ਆ, ਧਰਤੀ ਇਹੋ ਜਿਹੀ ਟੈਂਪਰੇਚਰ ਰੇਂਜ 'ਚ ਆ ਜਿਹੜੀ ਟੈਂਪਰੇਚਰ ਰੇਂਜ ਮਨੁੱਖ ਵਾਸਤੇ ਯਾਨੀ ਕਿ ਹਿਊਮਨ ਬੀਇੰਗ ਵਾਸਤੇ ਬਹੁਤ ਮੱਚ ਬੈਟਰ ਆ। ਇਟ ਮੀਨਸ ਟੈਂਪਰੇਚਰ ਆਪਣੇ ਆਪ 'ਚ ਇੱਕ ਬਹੁਤ ਵੱਡਾ ਰੋਲ ਅਦਾ ਕਰਦਾ ਹੈ, ਠੀਕ ਆ। ਇੱਕ ਟੈਂਪਰੇਚਰ ਇੱਕ ਕਿਸੇ ਵੀ ਆਰਗੇਨਿਜ਼ਮ ਵਾਸਤੇ ਬਹੁਤ ਇੰਪੋਰਟੈਂਟ ਰੋਲ ਅਦਾ ਕਰਦਾ ਹੈ ਕਿ ਉਹਦੀ ਲਾਈਫ ਕਿੰਨੀ ਹੋਊਗੀ, ਠੀਕ ਆ। ਤੇ ਉਹ ਉੱਥੇ ਉਹਦੇ ਅਕੋਰਡਿੰਗ ਰਹਿ ਸਕਦਾ ਕਿ ਨਹੀਂ ਰਹਿ ਸਕਦਾ, ਇਹ ਡਿਪੈਂਡ ਕਰਦਾ ਉਹਦੇ ਬਾਡੀ ਟੈਂਪਰੇਚਰ ਤੇ। ਸੋ ਟੈਂਪਰੇਚਰ ਇੱਕ ਤੀਸਰਾ ਕਾਰਕ ਆ ਜਿਹੜਾ ਬਹੁਤ ਵੱਡਾ ਰੋਲ ਅਦਾ ਕਰਦਾ ਹੈ। ਚੌਥਾ ਕਾਰਕ ਜਿਹੜਾ ਬਹੁਤ ਵੱਡਾ ਰੋਲ ਕਰਦਾ, ਦੈਟ ਇਜ਼ ਐਟਮੋਸਫੇਅਰ, ਜਿਹਨੂੰ ਅਸੀਂ ਪੰਜਾਬੀ 'ਚ ਕਹਿ ਦਿੰਦੇ ਹਾਂ ਵਾਯੂਮੰਡਲ, ਠੀਕ ਆ। ਐਟਮੋਸਫੇਅਰ ਦਾ ਕੀ ਰੋਲ ਆ? ਬਿਕੋਜ਼ ਇਹ ਐਟਮੋਸਫੇਅਰ ਦੀ ਪਰਤੀ ਆਲੇ ਦੁਆਲੇ ਸਾਡੇ, ਜਿਹਦੇ ਵਿੱਚ ਉਹ ਸਾਰੀਆਂ ਗੈਸਾਂ ਦਾ ਮਿਕਸਚਰ ਆ, ਉਹਨਾਂ ਸਾਰੀਆਂ ਗੈਸਾਂ ਦਾ ਮਿਸ਼ਰਣ ਆ ਜਿਹੜੀਆਂ ਸਾਡੇ ਵਾਸਤੇ ਬਹੁਤ ਜ਼ਰੂਰੀ ਨੇ। ਸਾਡੇ ਵਾਸਤੇ ਇੱਕ ਗੈਸ ਬਹੁਤ ਜ਼ਰੂਰੀ ਆ, ਦੈਟ ਇਜ਼ ਆਕਸੀਜਨ। ਵਜ੍ਹਾ ਅਸੀਂ ਸਾਹ ਲੈਣਾ ਹੈ। ਸਾਡੇ ਵਾਸਤੇ ਇੱਕ ਗੈਸ ਬਹੁਤ ਜ਼ਰੂਰੀ ਆ, ਨਾਈਟ੍ਰੋਜਨ, ਬਿਕੋਜ਼ ਇਹੀ ਨਾਈਟ੍ਰੋਜਨ ਅੱਗੇ ਜਾ ਕੇ ਨਾਈਟ੍ਰੇਟ ਤੇ ਨਾਈਟ੍ਰਾਈਡ 'ਚ ਤਬਦੀਲ ਹੁੰਦੀ ਆ ਤੇ ਉਹ ਨਾਈਟ੍ਰੇਟ ਤੇ ਨਾਈਟ੍ਰਾਈਡ ਸਾਡੀਆਂ ਫਸਲਾਂ ਵਾਸਤੇ ਬਹੁਤ ਜ਼ਰੂਰੀ ਨੇ। ਸਾਡੇ ਵਾਸਤੇ ਇੱਕ ਗੈਸ ਬਹੁਤ ਜ਼ਰੂਰੀ ਆ, ਕਾਰਬਨ ਡਾਈਆਕਸਾਈਡ। ਉਹਦੀ ਦੋ ਵਜ੍ਹਾ ਨੇ। ਕਾਰਬਨ ਡਾਈਆਕਸਾਈਡ ਗੈਸ ਸਾਡੇ ਵਾਸਤੇ ਕਿਉਂ ਜ਼ਰੂਰੀ? ਉਹਨੂੰ ਤੇ ਅਸੀਂ ਐਗਜ਼ੇਲ ਕਰਦੇ ਹਾਂ, ਕੱਢਦੇ ਹਾਂ, ਆਪਣੇ ਚੋਂ ਬਾਹਰ ਕੱਢਦੇ ਹਾਂ। ਅਸਲ 'ਚ ਉਹ ਗੈਸ ਸਾਡੇ ਵਾਸਤੇ ਤਾਂ ਜ਼ਰੂਰੀ ਆ ਕਿਉਂਕਿ ਅਸੀਂ ਜਿਨ੍ਹਾਂ ਤੇ ਆਪਣੇ ਭੋਜਨ ਵਾਸਤੇ ਨਿਰਭਰ ਕਰਦੇ ਹਾਂ ਪਲਾਂਟਸ, ਉਹ ਪਲਾਂਟਸ ਫੋਟੋਸਿੰਥੇਸਿਸ ਜਿਹੜਾ ਹੈ ਉਹਦਾ ਪ੍ਰੋਸੈਸ ਸਿਰਫ ਤੇ ਸਿਰਫ ਕਿਹੜੀ ਗੈਸ ਦੀ ਮਦਦ ਨਾਲ ਕਰ ਸਕਦੇ ਆ? ਕਾਰਬਨ ਡਾਈਆਕਸਾਈਡ। ਦੂਜੀ ਗੱਲ, ਕਾਰਬਨ ਡਾਈਆਕਸਾਈਡ ਇੱਕ ਗ੍ਰੀਨ ਹਾਊਸ ਗੈਸ ਆ, ਮਤਲਬ ਕਿ ਹਰਾ ਗ੍ਰਹਿ ਪ੍ਰਭਾਵ, ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਆ। ਗ੍ਰੀਨ ਹਾਊਸ ਇਫੈਕਟ ਦਾ ਮਤਲਬ ਪਤਾ ਕੀ ਹੁੰਦਾ ਪੰਜਾਬੀ 'ਚ? ਇਹਦਾ ਇੱਕੋ ਹੀ ਮਤਲਬ ਆ, ਕਿਸੇ ਗੈਸ ਦੀ ਆਪਣੇ ਆਪ ਵਿੱਚ ਹੀਟ ਨੂੰ, ਊਰਜਾ ਨੂੰ ਸਟੋਰ ਕਰਨ ਦੀ ਸ਼ਮਤਾ, ਦੈਟ ਇਜ਼ ਗ੍ਰੀਨ ਹਾਊਸ। ਇੱਕ ਗੈਸ ਆਪਣੇ ਆਪ ਦੇ ਅੰਦਰ ਹੀਟ ਨੂੰ ਸਟੋਰ ਕਰ ਲੈਂਦੀ ਹੈ। ਇਹ ਕਿੱਡੀ ਸ਼ਾਬਾਸ਼ੀ ਵਾਲੀ ਗੱਲ ਆ, ਚੰਗੀ ਗੱਲ ਆ ਕਿ ਮਾੜੀ ਗੱਲ ਆ?
ਤੁਸੀਂ ਆਪ ਦੱਸੋ, ਜੇ ਧਰਤੀ ਦੇ ਤਹਿ ਸਤ੍ਹਾ ਦੇ ਨੇੜੇ ਨੇੜੇ, ਧਰਤੀ ਦੇ ਸਰਫੇਸ ਦੇ ਨੇੜੇ ਨੇੜੇ ਗ੍ਰੀਨ ਹਾਊਸ ਗੈਸਿਸ ਨਾ ਹੋਣ ਤਾਂ ਕੀ ਸਾਡੀ ਧਰਤੀ ਦੇ ਨੇੜੇ ਸੂਰਜ ਦੀਆਂ ਕਿਰਨਾਂ ਆਉਂਦੀਆਂ, ਧਰਤੀ ਤੇ ਵੱਜਦੀਆਂ, ਵੱਜ ਕੇ ਵਾਪਸ ਜਾਂਦੀਆਂ? ਜੇ ਧਰਤੀ ਦੇ ਨੇੜੇ ਇਹੋ ਜਿਹੀਆਂ ਗੈਸਾਂ ਹੀ ਨਾ ਹੋਣ ਜਿਹੜੀਆਂ ਆਪਣੇ ਅੰਦਰ ਹੀਟ ਨੂੰ, ਆਪਣੇ ਅੰਦਰ ਊਰਜਾ ਨੂੰ ਸਟੋਰ ਕਰ ਸਕਦੀਆਂ, ਤਾਂ ਕੀ ਸਾਡੀ ਧਰਤੀ ਦੀ ਸਤ੍ਹਾ ਦੇ ਨੇੜੇ ਨੇੜੇ, ਸਰਫੇਸ ਦੇ ਨੇੜੇ ਨੇੜੇ ਹੀਟ ਸਟੋਰ ਹੋ ਸਕਦੀ ਹੈ? ਇਜ਼ ਇਟ ਪੋਸੀਬਲ ਕਿ ਸਾਡੀ ਧਰਤੀ ਦੇ ਨੇੜੇ ਹੀਟ ਸਟੋਰ ਹੋ ਜਾਊਗੀ? ਨਹੀਂ। ਤਾਂ ਫਿਰ ਸਾਡਾ ਧਰਤੀ ਦਾ ਗੋਲਾ ਜਿਹੜਾ ਹੈ, ਸਾਡੀ ਜਿਹੜੀ ਅਰਥ ਆ ਉਹ ਵੀ ਪਲੂਟੋ, ਨੈਪਚੂਨ, ਯੂਰੇਨਸ ਵਾਂਗ ਠੰਡੀ ਹੋ ਜਾਊਗੀ, ਤਾਂ ਫਿਰ ਉਹ ਵੀ ਨਹੀਂ ਰਹਿਣ ਦੇ ਲਾਇਕ। ਇਟ ਮੀਨਸ ਜੇ ਕਦੇ ਵੀ ਤੁਹਾਨੂੰ ਕੋਈ ਕਹਿ ਦੇ ਕਿ ਵਾਟ ਇਜ਼ ਗ੍ਰੀਨ ਹਾਊਸ ਇਫੈਕਟ, ਤੁਸੀਂ ਕਹਿਣਾ ਕਿਸੇ ਇੱਕ ਗੈਸ ਦਾ ਆਪਣੇ ਅੰਦਰ ਊਰਜਾ ਯਾਨੀ ਕਿ ਹੀਟ ਨੂੰ ਸਟੋਰ ਕਰਨ ਦੀ ਸ਼ਮਤਾ ਹੀ ਗ੍ਰੀਨ ਹਾਊਸ ਇਫੈਕਟ ਹੁੰਦੀ ਹੈ। ਇਹ ਗ੍ਰੀਨ ਹਾਊਸ ਗੈਸਿਸ ਕਿਹੜੀਆਂ ਹੁੰਦੀਆਂ ਹੈ? ਗ੍ਰੀਨ ਹਾਊਸ ਗੈਸਿਸ ਉਹ ਹੁੰਦੀਆਂ ਹੈ ਜਿਹੜੀਆਂ ਗੈਸਾਂ ਆਪਣੇ ਅੰਦਰ ਇਸ ਹੀਟ ਨੂੰ ਸਟੋਰ ਕਰ ਸਕਦੀਆਂ। ਇਹ ਗ੍ਰੀਨ ਹਾਊਸ ਗੈਸਿਸ ਚੰਗੀਆਂ ਨੇ ਕਿ ਮਾੜੀਆਂ ਨੇ? ਬਹੁਤ ਚੰਗੀਆਂ ਨੇ। ਪਰ ਮੈਨੂੰ ਇੱਕ ਗੱਲ ਦੱਸੋ, ਇਹ ਗ੍ਰੀਨ ਹਾਊਸ ਗੈਸਿਸ ਮਾੜੀਆਂ ਪਤਾ ਕਿੱਦਣ ਹੋਈਆਂ? ਜਿੱਦਣ ਕੁਦਰਤ ਨੇ ਤਾਂ ਸਾਨੂੰ ਜਿੰਨੇ ਪਰਸੈਂਟੇਜ ਗ੍ਰੀਨ ਹਾਊਸ ਗੈਸਿਸ ਚਾਹੀਦੀਆਂ ਸੀ ਉਨੀਆਂ ਦੇਤੀਆਂ ਕਿ ਭਾਈ ਤੁਸੀਂ ਆਪਣੇ ਐਟਮੋਸਫੇਅਰ ਨੂੰ ਗਰਮ ਕਰੀ ਜਾਣਗੀਆਂ ਜਿੰਨਾ ਕਿ ਇਨਸਾਨ ਦੇ ਰਹਿਣ ਵਾਸਤੇ ਜ਼ਰੂਰੀ ਹੈ। ਪਰ ਅਸੀਂ ਕੀ ਕੀਤਾ, ਮਨੁੱਖ ਨੇ ਕੀ ਕੀਤਾ, ਅਸੀਂ ਆਪਣੇ ਥਰਮਲ ਪਲਾਂਟਸ 'ਚੋਂ ਤੇ ਆਪਣੇ ਹੋਰ ਵੱਖਰੇ ਵੱਖਰੇ ਸੋਰਸਿਸ 'ਚੋਂ, ਸਾਡੇ ਵਹੀਕਲਸ 'ਚੋਂ, ਹੋਰ ਫਲਾਣੇ ਸੋਰਸ 'ਚੋਂ ਇਹ ਗ੍ਰੀਨ ਹਾਊਸ ਗੈਸਾਂ ਐਗਜ਼ੌਸਟ ਕੀਤੀਆਂ। ਉਹਨਾਂ ਨੇ ਸਾਡੇ ਧਰਤੀ ਦੇ ਵਿੱਚ, ਧਰਤੀ ਦੀ ਲੋਅਰ ਐਟਮੋਸਫੇਅਰ ਨੂੰ, ਜਿਹੜਾ ਨੀਵਾਂ ਵਾਯੂਮੰਡਲ ਆ, ਉਹਦੇ 'ਚੋਂ ਇੰਨੀਆਂ ਜ਼ਿਆਦੀਆਂ ਇਕੱਠੀਆਂ ਹੋ ਗਈਆਂ, ਇੰਨੀਆਂ ਜ਼ਿਆਦੀਆਂ ਇਕੱਠੀਆਂ ਹੋ ਗਈਆਂ ਕਿ ਸਾਡੀ ਧਰਤੀ ਦੇ ਅੰਦਰ ਜੇ ਕੋਈ ਕਵੇ ਨਾ ਕਿ ਗ੍ਰੀਨ ਹਾਊਸ ਗੈਸਾਂ ਦਾ ਵੱਧ ਜਾਣਾ ਕੀ ਆਪਣੇ ਆਪ 'ਚ ਪ੍ਰਦੂਸ਼ਣ ਹੈਗਾ ਹੈ ਕਿ ਨਹੀਂ, ਮੈਂ ਕਹੂੰਗਾ ਬਿਲਕੁਲ। ਗ੍ਰੀਨ ਹਾਊਸ ਗੈਸ ਇੱਕ ਲਿਮਿਟ ਤੱਕ ਸਾਡੇ ਵਾਸਤੇ ਚੰਗੀਆਂ ਨੇ। ਇੱਕ ਲਿਮਿਟ ਤੋਂ ਵੱਧ ਜੇ ਸਾਡੇ ਵਾਯੂਮੰਡਲ 'ਚੋਂ ਇਕੱਠੀਆਂ ਹੋਣਗੀਆਂ, ਸਾਡੇ ਐਟਮੋਸਫੇਅਰ 'ਚੋਂ ਇਕੱਠੀਆਂ ਹੋਣਗੀਆਂ, ਤੇ ਉਹ ਪਤਾ ਕੀ ਕਰਨਗੀਆਂ? ਉਹ ਸਾਡੇ ਐਟਮੋਸਫੇਅਰ 'ਚ ਆਪਣੀ ਲਿਮਿਟ ਤੋਂ ਵੱਧ ਹੀਟ ਨੂੰ ਸਟੋਰ ਕਰ ਲੈਣਗੀਆਂ। ਸਾਡੇ ਐਟਮੋਸਫੇਅਰ ਦੇ ਵਿੱਚ ਵੱਧ ਹੀਟ ਸਟੋਰ ਹੋ ਜੂਗੀ, ਉਹਦਾ ਕੀ ਨੁਕਸਾਨ ਆ? ਬਹੁਤ ਨੁਕਸਾਨ ਆ। ਸਾਡੀ ਧਰਤੀ ਦੇ ਸਮੁੰਦਰਾਂ ਦੇ ਵਿੱਚ ਜਿਹੜੇ ਗਲੇਸ਼ੀਅਰਸ ਨੇ ਪਿਘਲ ਜਾਣਗੇ, ਤੇ ਜੋ ਗਲੇਸ਼ੀਅਰਸ ਪਿਘਲ ਗਏ ਤੇ ਉਹਨਾਂ ਦਾ ਪਾਣੀ ਸਮੁੰਦਰਾਂ 'ਚ ਆਊਗਾ, ਤੇ ਸਮੁੰਦਰਾਂ ਦਾ ਲੈਵਲ ਆ ਜਿਹੜਾ, ਸੀ ਲੈਵਲ ਆ ਜਿਹੜਾ, ਸਮੁੰਦਰੀ ਪੱਧਰ ਆ, ਉਹ ਉੱਚਾ ਹੋਊਗਾ। ਸਮੁੰਦਰ ਦੇ ਕੰਢੇ ਤੇ ਕਿੰਨੇ ਸ਼ਹਿਰ ਆ ਜਾਂ ਕਿੰਨੇ ਦੇਸ਼ ਆ ਜਿਹੜੇ ਡੁੱਬ ਜਾਣਗੇ। ਇਟ ਮੀਨਸ ਇਹਨੂੰ ਕਹਿੰਦੇ ਆ ਕਿ ਪੂਰੀ ਦੀ ਪੂਰੀ ਵੈਸ਼ਵਿਕ ਗਰਮੀ, ਜਿਹਨੂੰ ਆਪਾਂ ਗਲੋਬਲ ਵਾਰਮਿੰਗ ਕਹਿ ਦਿੰਦੇ ਆ ਇੰਗਲਿਸ਼ ਦੇ ਵਿੱਚ, ਇਹ ਗਲੋਬਲ ਵਾਰਮਿੰਗ ਦਾ ਬਹੁਤ ਵੱਡਾ ਕਾਰਨ ਨੇ ਇਹ ਗ੍ਰੀਨ ਹਾਊਸ ਗੈਸਿਸ। ਇਹ ਗ੍ਰੀਨ ਹਾਊਸ ਗੈਸਿਸ ਵੈਸੇ ਮਾੜੀਆਂ ਨਹੀਂ ਹੁੰਦੀਆਂ। ਗ੍ਰੀਨ ਹਾਊਸ ਗੈਸਿਸ ਇੱਕ ਲਿਮਿਟ ਤੋਂ ਵੱਧ ਸਾਡੇ ਐਟਮੋਸਫੇਅਰ 'ਚ ਆ ਜਾਣ ਤਾਂ ਉਹ ਤਾਂ ਮਾੜੀਆਂ ਹੁੰਦੀਆਂ। ਪਰ ਆਹ ਦੱਸੋ, ਇਹ ਤਾਂ ਗੱਲ ਚੰਗੀ ਤਰ੍ਹਾਂ ਸਮਝ ਆ ਗਈ ਕਿ ਸਾਡੇ ਐਟਮੋਸਫੇਅਰ ਦਾ ਕੀ ਕੰਮ ਆ, ਠੀਕ ਆ। ਉਸ ਤੋਂ ਬਾਅਦ ਅਗਲੀ ਚੀਜ਼ ਆਪਣੇ ਕੋਲ ਆ ਗਈ ਸਬਸਟ੍ਰੈਟਮ। ਇਹਦਾ ਕੀ ਮਤਲਬ ਹੁੰਦਾ? ਸਬਸਟ੍ਰੈਟਮ ਦਾ ਬੇਸਿਕਲੀ ਮਤਲਬ ਹੁੰਦਾ ਹੈ ਧਰਤੀ ਦੀ ਥਲੜੀ ਸਤ੍ਹਾ। ਇੱਕ ਤਾਂ ਬਿਲਕੁਲ ਉੱਪਰਲੀ ਸਤ੍ਹਾ ਹੁੰਦੀ ਆ ਧਰਤੀ ਦੀ ਮਿੱਟੀ ਦੀ, ਉਸ ਤੋਂ ਥਲੜੀ ਸਤ੍ਹਾ। ਕਿਉਂਕਿ ਧਰਤੀ ਦੀ ਉੱਪਰਲੀ ਸਤ੍ਹਾ ਤਾਂ ਕੁਝ ਵੀ ਖਾਸ ਨਹੀਂ ਹੁੰਦੀ, ਉਹਦੀ ਇੱਕ ਵਜ੍ਹਾ ਹੈ। ਧਰਤੀ ਦੀ ਜਿਹੜੀ ਸਭ ਤੋਂ ਟੌਪ ਵਾਲੀ ਸਤ੍ਹਾ ਹੁੰਦੀ ਆ ਨਾ, ਉਹਦੇ 'ਤੇ ਤਾਂ ਬਸ ਉੱਪਰੋਂ ਜਿਹੜੇ ਆਸਮਾਨ 'ਚੋਂ ਜਾਂ ਪੁਰਖਾਂ ਤੋਂ ਪੱਤੇ ਪੁੱਤੇ ਡਿੱਗੇ ਹੁੰਦੇ ਆ, ਬਸ ਉਹ ਝੜ ਝੁੜ ਕੇ ਉੱਪਰਲੀ ਸਤ੍ਹਾ ਬਣੀ ਹੁੰਦੀ ਆ। ਜਿਹੜੀ ਉਸ ਤੋਂ ਥਲੜੀ ਮੇਨ ਸਤ੍ਹਾ ਹੁੰਦੀ ਆ ਨਾ ਧਰਤੀ ਦੀ ਸੋਇਲ ਦੀ, ਉਹਦੇ 'ਚ ਅਸਲੀ ਖਣਿਜ, ਅਸਲੀ ਮਿਨਰਲਸ ਹੁੰਦੇ ਆ। ਇੱਕ ਮਿੱਟੀ ਦੀ ਅਸਲੀ ਕੁਆਲਿਟੀ ਵੀ ਉਸੇ ਸਤ੍ਹਾ ਤੋਂ ਪਤਾ ਲੱਗਦੀ ਹੈ, ਕਿਉਂਕਿ ਉਹਦੇ ਉੱਪਰ ਤਾਂ ਆਰਗੈਨਿਕ ਜਿਹੜੇ ਆਪਣੇ ਆ ਹੁੰਦੇ, ਆਪਣੇ ਪੱਤੇ ਵਗੈਰਾ ਹੁੰਦੇ ਆ, ਇਹੀ ਬਹੁਤ ਇਕੱਠੇ ਹੋਏ ਹੁੰਦੇ ਆ। ਥਲੜੀ ਸਤ੍ਹਾ ਜਿਹੜੀ ਆ, ਥੋੜੀ ਜਿਹੀ ਥੱਲੇ ਵਾਲੀ ਜਿਹੜੀ ਸਬਸਟ੍ਰੈਟਮ, ਕਹਿੰਦੇ ਇਹ ਧਰਤੀ ਦੀ ਟੌਪ ਦੀ ਸਰਫੇਸ ਤੋਂ ਥੱਲੇ ਵਾਲੀ ਸਰਫੇਸ ਹੁੰਦੀ ਆ। ਕਹਿੰਦੇ ਇਹੀ ਉਹ ਸਰਫੇਸ ਹੁੰਦਾ ਹੈ, ਇਹੀ ਉਹ ਸਤ੍ਹਾ ਹੁੰਦੀ ਹੈ ਮਿੱਟੀ ਦੀ ਜਿਹਦੇ 'ਚ ਸਭ ਤੋਂ ਵੱਧ ਤੱਤ ਮਿਲਦੇ ਆ, ਨਿਊਟਰੀਐਂਟਸ ਮਿਲਦੇ ਆ, ਠੀਕ ਆ। ਸੋ ਇਹ ਵੀ ਇੱਕ ਬਹੁਤ ਵੱਡਾ ਕਾਰਕ ਆ, ਇਹ ਵੀ ਇੱਕ ਬਹੁਤ ਵੱਡਾ ਫੈਕਟਰ ਆ। ਹੈ ਤਾਂ ਇਹ ਜੀਵਿਤ ਥੋੜ੍ਹਾ ਹੈ, ਨਿਰਜੀਵੀ ਆ। ਤਾਂ ਕੀ ਮੇਰੀ ਜ਼ਿੰਦਗੀ 'ਚ ਉਹਦਾ ਕੋਈ ਪ੍ਰਭਾਵ ਹੈਗਾ? ਬਿਲਕੁਲ। ਮੈਂ ਕਿਸੇ ਇਹੋ ਜਿਹੇ ਇਲਾਕੇ 'ਚ ਰਹਿ ਰਿਹਾ ਹੋਵਾਂ ਜਿੱਥੋਂ ਦਾ ਸਬਸਟ੍ਰੈਟਮ ਜਿਹੜਾ ਹੈ, ਧਰਤੀ ਦੀ ਜਿਹੜੀ ਥਲੜੀ ਸਤ੍ਹਾ ਹੈ, ਉਹ ਬਹੁਤ ਉਪਜਾਊ ਆ, ਉਹਦੇ 'ਚ ਬਹੁਤ ਨਿਊਟਰੀਐਂਟ ਆ, ਤਾਂ ਮੇਰੇ ਖਾਣ ਪੀਣ ਤੋਂ ਲੈ ਕੇ ਮੇਰਾ ਰਹਿਣ ਸਹਿਣ ਉਵੇਂ ਦਾ ਹੋਊਗਾ। ਮੈਂ ਧਰਤੀ ਦੇ ਕਿਸੇ ਇਹੋ ਜਿਹੇ ਇਲਾਕੇ 'ਤੇ ਰਹਿ ਰਿਹਾ ਜਿੱਥੇ ਸਬਸਟ੍ਰੈਟਮ, ਧਰਤੀ ਦੀ ਥਲੜੀ ਪਰਤ ਜਿਹੜੀ, ਉਹ ਬਹੁਤ ਜ਼ਿਆਦਾ ਘੱਟ ਤੱਤਾਂ ਨਾਲ ਭਰੀ ਹੋਊਗੀ, ਬਹੁਤ ਲੈਸ ਨਿਊਟਰੀਐਂਟ ਹੋਊਗੀ। ਤਾਂ ਓਬਵੀਅਸ ਜੀ ਗੱਲ ਆ, ਤੁਸੀਂ ਮੈਨੂੰ ਆਪ ਦੱਸ ਦਿਓ ਕਿ ਉਸ ਇਲਾਕੇ 'ਚ ਮੈਂ ਓਨਾ ਖੁਸ਼ ਜਾਂ ਓਨੇ ਵਧੀਆ ਤਰੀਕੇ ਨਾਲ, ਓਨੇ ਕੰਫਰਟੇਬਲ ਤਰੀਕੇ ਨਾਲ ਆਪਣੀ ਜ਼ਿੰਦਗੀ ਨਹੀਂ ਬਤੀਤ ਕਰ ਸਕਦਾ। ਸੋ ਆਹ ਇੱਕ ਦੂਸਰਾ ਕਾਰਨ ਆ। ਸਬਸਟ੍ਰੈਟਮ ਦਾ ਕੀ ਰੋਲ ਆ? ਅੱਗੇ ਆ ਜਾਓ। ਮਟੀਰੀਅਲ, ਆਹ ਆਰਗੈਨਿਕ ਮਟੀਰੀਅਲਸ ਨੇ, ਮਤਲਬ ਸਾਨੂੰ ਮਿਲਣ ਵਾਲੇ ਜਿਹੜੇ ਪ੍ਰੋਟੀਨਸ ਨੇ, ਕਾਰਬੋਹਾਈਡਰੇਟਸ ਨੇ, ਇਹ ਸਾਰੇ ਔਰ ਕੰਪਾਊਂਡਸ ਆ ਜਿਹੜੇ, ਠੀਕ ਆ, ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਜ਼ਰੂਰੀ ਤੱਤ ਨੇ, ਠੀਕ ਆ। ਐਬਾਇਓਟਿਕ ਨੇ, ਬਾਇਓਟਿਕ ਤਾਂ ਹੈ ਨਹੀਂ। ਸੋ ਇਹਨਾਂ ਨੂੰ ਵੀ ਆਪਾਂ ਕੰਸੀਡਰ ਕੀਤਾ ਜਾ ਸਕਦਾ ਹੈ। ਹੋਰ ਕਿਹੜੇ ਕਿਹੜੇ ਤੱਤ ਨੇ? ਕਾਰਬਨ ਡਾਈਆਕਸਾਈਡ, ਵਾਟਰ, ਸਲਫਰ, ਨਾਈਟ੍ਰੇਟ, ਫਾਸਫੇਟਸ। ਤੁਸੀਂ ਕਹੋਗੇ ਇਹ ਇਨਆਰਗੈਨਿਕ ਤੱਤ ਨੇ,
ਇਹ ਸਾਡੀ ਜ਼ਿੰਦਗੀ 'ਚ ਕਿੱਥੇ ਰੋਲ ਅਦਾ ਕਰਦੇ ਆ? ਮੈਨੂੰ ਇੱਕ ਗੱਲ ਦੱਸੋਗੇ? ਅਸੀਂ ਹਮੇਸ਼ਾ ਕਹਿੰਦੇ ਆ ਕਿ ਇੱਕ ਜ਼ਮੀਨ ਦੀ ਫਰਟੀਲਿਟੀ ਤਾਂ ਵੱਧਦੀ ਹੈ ਜੇ ਉਹਦੇ 'ਚ ਨਾਈਟ੍ਰੋਜਨ ਹੋਵੇ, ਫਾਸਫੋਰਸ ਹੋਵੇ, ਪੋਟਾਸ਼ੀਅਮ ਹੋਵੇ, ਥੋੜ੍ਹਾ ਜਿਹਾ ਉਹਦੇ 'ਚ ਆਇਰਨ ਹੋਵੇ, ਸਲਫਰ ਹੋਵੇ। ਉਹ ਅਸੀਂ ਤਾਂ ਬਾਹਰੋਂ ਨਾ ਲਿਆ ਕੇ ਜ਼ਿੰਕ ਦੇ ਗੱਟੇ ਸਿੱਟ ਦਿੰਦੇ ਆ ਕਿ ਬਈ ਇਹਦੇ 'ਚ ਜ਼ਿੰਕ ਦੀ ਕਮੀ ਆ। ਕਦੀ ਆਪਾਂ ਕਹਿ ਦਿੰਦੇ ਸਲਫਰ ਪਾਉਣੀ ਆ ਆਪਣੇ ਖੇਤਾਂ 'ਚ, ਕਦੀ ਅਸੀਂ ਕਹਿ ਦਿੰਦੇ ਆ ਯੂਰੀਆ ਪਾਉਣਾ ਹੈ। ਯੂਰੀਆ ਕੀ ਆ? ਨਿਰਾ ਨਾਈਟ੍ਰੋਜਨ ਆ। ਅਸੀਂ ਕਹਿ ਦਿੰਦੇ ਆ DAP ਪਾਉਣੀ ਆ। DAP ਕੀ ਆ? ਫਾਸਫੋਰਸ ਆ। ਅਸੀਂ ਕਹਿ ਦਿੰਦੇ ਆ ਪੋਟਾਸ਼ ਦੇ ਗੱਟੇ ਸੁੱਟੋ ਲਿਆ ਕੇ ਆਪਣੇ ਖੇਤਾਂ 'ਚ। ਪੋਟਾਸ਼ ਕੀ ਆ? ਪੋਟਾਸ਼ੀਅਮ। ਤਾਂ ਅਸਲ ਦੇ ਵਿੱਚ ਇਹ ਉਹ ਸਾਰੇ ਇਨਆਰਗੈਨਿਕ ਕੰਪੋਨੈਂਟਸ ਨੇ, ਇਹ ਉਹ ਸਾਰੇ ਜਿੰਨੇ ਵੀ ਆਪਣੇ ਨੇੜੇ ਤੇੜੇ ਇਹ ਆਪਣੇ ਉਹ ਨੇ ਇਨਆਰਗੈਨਿਕ ਜਾਂ ਆਰਗੈਨਿਕ ਕੰਪੋਨੈਂਟਸ ਨੇ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਉਹ ਫੈਕਟਰਸ ਨੇ ਜਿਹੜੇ ਇੱਕ ਮਨੁੱਖ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੇ ਆ। ਇੱਕ ਲਿਵਿੰਗ ਆਰਗੇਨਿਜ਼ਮ, ਇੱਕ ਪ੍ਰਾਣੀ, ਇੱਕ ਜੀਵ ਜੰਤੂ ਜਿਹੜਾ ਇੱਕ ਜਗ੍ਹਾ ਤੇ ਰਹਿ ਰਿਹਾ ਹੈ, ਉਹਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਨ ਵਾਲਾ ਹਰ ਇੱਕ ਕਾਰਕ, ਹਰ ਇੱਕ ਫੈਕਟਰ ਜਿਹੜਾ ਹੈ ਉਹ ਕੰਪੋਨੈਂਟ ਆਫ ਇਕੋਸਿਸਟਮ ਆ। ਉਹ ਸਿਰਫ ਦੋਵਾਂ ਚੋਂ ਇੱਕ ਟਾਈਪ ਦਾ ਹੋ ਸਕਦਾ ਹੈ, ਜਾਂ ਤੇ ਉਹ ਜੀਵਿਤ ਹੋਊਗਾ ਫਿਰ ਉਹ ਬਾਇਓਟਿਕ ਕੰਪੋਨੈਂਟ ਆ, ਜਾਂ ਉਹ ਅਜੀਵਿਤ ਹੋਊਗਾ, ਮਰਿਆ ਹੋਇਆ ਹੋਊਗਾ, ਨਿਰਜੀਵ ਹੋਊਗਾ, ਫਿਰ ਉਹ ਕਿਹੜਾ ਕੰਪੋਨੈਂਟ ਆ? ਐਬਾਇਓਟਿਕ। ਐਬਾਇਓਟਿਕ ਕੰਪੋਨੈਂਟਸ ਦੀ ਉਦਾਹਰਨ 'ਚ ਆ ਗਈ ਮਿੱਟੀ। ਮਿੱਟੀ ਦਾ pH ਜਾਨੀ ਕਿ ਉਹ ਖਾਰੀ ਹੈ ਕਿ ਉਹਦੇ ਤੇ ਤੇਜ਼ਾਬੀ ਆ, ਐਸਿਡ ਆ ਕਿ ਬੇਸਿਕ ਆ, ਠੀਕ ਆ। ਤੀਸਰੀ ਗੱਲ ਮਿੱਟੀ ਟੈਂਪਰੇਚਰ। ਚੌਥੀ ਗੱਲ ਹੋਰ ਬਹੁਤ ਕੁਛ ਆ, ਆਰਗੈਨਿਕ ਮੈਟਰ, ਜੋ ਮਿੱਟੀ ਦੇ ਵਿੱਚ ਸਾਨੂੰ ਤੱਤ ਮਿਲਦੇ ਆ, ਜਿਨ੍ਹਾਂ ਨੂੰ ਆਪਾਂ ਮਿਨਰਲਸ ਵੀ ਕਹਿ ਸਕਦੇ ਹਾਂ, ਮਟੀਰੀਅਲ ਵੀ ਕਹਿ ਸਕਦੇ ਹਾਂ। ਇੱਥੋਂ ਤੱਕ ਭਾਵੇਂ ਨਿਊਟਰੀਐਂਟਸ ਕਹਿ ਲਓ, ਮਿਨਰਲਸ ਕਹਿ ਲਓ, ਮਟੀਰੀਅਲ ਕਹਿ ਲਓ, ਨਿਊਟਰੀਐਂਟਸ ਕਹਿ ਲਓ, ਤੱਤ ਕਹਿ ਲਓ, ਜੋ ਮਰਜ਼ੀ ਕਹੀ ਜਾਓ, ਠੀਕ ਆ। ਹੋਰ ਕਿਹੜੇ ਕਿਹੜੇ ਕਾਰਕ ਆ? ਲਾਈਟ, ਜਿਹਨੂੰ ਆਪਾਂ એનર્ਜੀ ਵੀ ਕਹਿ ਸਕਦੇ ਹਾਂ, ਉਹ ਵੀ ਇੱਕ ਨਿਰਜੀਵ ਚੀਜ਼ ਆ। ਪਰ ਇਨਸਾਨ ਇੱਕ, ਮੈਂ ਇਕੱਲਾ ਇਨਸਾਨ ਨਹੀਂ, ਕੋਈ ਵੀ ਆਰਗੇਨਿਜ਼ਮ ਜਿਹੜਾ ਇਹਨਾਂ ਚੀਜ਼ਾਂ 'ਤੇ ਡਿਪੈਂਡ ਆ, ਉਹੀ ਉਹਦੇ ਕੰਪੋਨੈਂਟਸ ਨੇ ਈਕੋਸਿਸਟਮ ਦੇ। ਤਾਂ ਈਕੋਸਿਸਟਮ ਦੇ ਕੰਪੋਨੈਂਟਸ ਦੋ ਪ੍ਰਕਾਰ ਦੇ ਨੇ। ਮੈਂ ਉੱਥੇ ਆਪਣੇ ਆਪ ਨੂੰ ਲੈ ਕੇ ਚੱਲਿਆ ਕਿ ਮੈਂ ਕਿਹਦੇ ਕਿਹਦੇ 'ਤੇ ਨਿਰਭਰ ਆ, ਮੈਂ ਕਿਹਦੇ ਕਿਹਦੇ 'ਤੇ ਨਿਰਭਰ ਆ। ਮੈਂ ਸਾਰੇ ਐਬਾਇਓਟਿਕ ਕੰਪੋਨੈਂਟ ਇੱਕ ਇੱਕ ਕਰਕੇ ਗਿਣਾਤੇ, ਸੋਇਲ ਵੀ ਗਿਣਾਤੀ, ਸਭ ਕੁਝ ਗਿਣਾਤਾ, ਠੀਕ ਆ। ਇੱਕ ਆ ਵੀ ਚੀਜ਼ ਬਹੁਤ ਜ਼ਰੂਰੀ ਆ, ਲੈਟੀਟਿਊਡ ਤੇ ਐਲਟੀਟਿਊਡ, ਆ ਵੀ ਬਹੁਤ ਜ਼ਰੂਰੀ ਆ। ਇੱਕ ਅਕਸ਼ਾਂਸ਼ ਤੇ ਇੱਕ ਉਚਾਈ। ਵਟ ਇਜ਼ ਲੈਟੀਟਿਊਡ? ਤੁਹਾਨੂੰ ਪਤਾ ਹੋਣਾ ਕਿ ਆ ਧਰਤੀ ਦੇ ਸੈਂਟਰ 'ਚ ਭੂਮੱਧ ਰੇਖਾ ਹੁੰਦੀ ਹੈ, ਇਕੁਏਟਰ ਹੁੰਦਾ ਹੈ। ਸੂਰਜ ਕਹਿੰਦੇ ਆ ਕਿ ਸਿੱਧਾ ਇਕੁਏਟਰ ਤੇ ਪੈਂਦਾ ਆ ਕੇ। ਜਿਵੇਂ ਜਿਵੇਂ ਅਸੀਂ ਇਕੁਏਟਰ ਤੋਂ ਦੂਰ ਜਾਈਏ, ਅਸੀਂ ਇੱਧਰ ਜਾਈਏ ਤਾਂ ਨਾਰਥ ਪੋਲ ਆ ਜਾਂਦਾ, ਉੱਤਰੀ ਧੁਰਾ ਆ ਜਾਂਦਾ ਹੈ, ਇੱਧਰ ਜਾਈਏ ਤਾਂ ਸਾਊਥ ਪੋਲ ਆ ਜਾਂਦਾ, ਯਾਨੀ ਕਿ ਦੱਖਣੀ ਧੁਰਾ ਆ ਜਾਂਦਾ ਹੈ। ਉੱਪਰ ਨੂੰ ਜਾਈਏ ਨਾਰਥ ਪੋਲ ਆ ਜਾਂਦਾ, ਥੱਲੇ ਨੂੰ ਜਾਈਏ ਸਾਊਥ ਪੋਲ ਆ ਜਾਂਦਾ। ਜਿਵੇਂ ਜਿਵੇਂ ਅਸੀਂ ਭੂਮੱਧ ਰੇਖਾ ਇਕੁਏਟਰ ਤੋਂ ਦੂਰ ਜਾਵਾਂਗੇ, ਅਸੀਂ ਗਰਮੀ ਤੋਂ ਠੰਡੇ ਇਲਾਕੇ ਵੱਲ ਨੂੰ ਜਾਈ ਜਾਵਾਂਗੇ। ਮੈਨੂੰ ਇੱਕ ਗੱਲ ਦੱਸੋ, ਕੀ ਇਹ ਫੈਕਟਰ ਮੇਰੇ ਤੇ ਨਿਰਭਰ ਕਰਦਾ ਹੈ ਕਿ ਜੇ ਮੈਂ ਇੰਡੀਆ ਰਵਾਂ ਤੇ ਜਾਂ ਮੈਂ ਕੈਨੇਡਾ ਰਵਾਂ, ਕੀ ਮੇਰੇ ਆਲੇ ਦੁਆਲੇ ਦੇ ਵਾਤਾਵਰਨ ਤੇ, ਮੇਰੇ ਰਹਿਣ ਸਹਿਣ ਤੇ, ਮੇਰੀ ਜੀਵਨ ਸ਼ੈਲੀ ਤੇ ਕੋਈ ਫਰਕ ਪਊਗਾ ਕਿ ਨਹੀਂ ਪਊਗਾ? ਓਬਵੀਅਸ ਜੀ ਗੱਲ ਆ। ਇਟ ਮੀਨਸ ਤੁਸੀਂ ਇਕੁਏਟਰ ਤੋਂ ਇੰਨੀ ਦੂਰ ਹੋ ਕਿ ਇੰਨੀ ਦੂਰ ਹੋ ਕਿ ਇੰਨੀ ਦੂਰ ਹੋ। ਤੁਸੀਂ ਇਕੁਏਟਰ ਤੋਂ ਕਿੰਨਾ ਨਾਰਥ ਪੋਲ ਵੱਲ ਜਾ ਰਹੇ ਹੋ, ਤੁਸੀਂ ਇਕੁਏਟਰ ਤੋਂ ਕਿੰਨਾ ਦੱਖਣੀ ਧੁਰੇ ਵੱਲ, ਸਾਊਥ ਪੋਲ ਵੱਲ ਜਾ ਰਹੇ ਹੋ, ਇਹ ਤੁਹਾਡਾ ਲੈਟੀਟਿਊਡ ਆ ਜੀ। ਜਿੰਨਾ ਤੁਸੀਂ ਇਕੁਏਟਰ ਦੇ ਨੇੜੇ ਹੋਵੋਗੇ, ਇਕੁਏਟਰ ਦੇ ਉੱਪਰ ਲੈਟੀਟਿਊਡ 0 ਡਿਗਰੀ, ਉਹਨੂੰ ਜਾਂਦੇ ਜਾਂਦੇ ਪੋਲਸ ਤੇ ਚਲੇ ਜਾਓ, ਤੁਹਾਡਾ ਲੈਟੀਟਿਊਡ ਕਿੰਨਾ ਹੋ ਜਾਊਗਾ? 90 ਡਿਗਰੀ। ਤੁਸੀਂ ਕਹੋਗੇ 90 ਡਿਗਰੀ ਕਿੱਥੋਂ, ਡਿਗਰੀਆਂ ਕਿੱਥੇ ਆ ਗਈਆਂ? ਤੁਸੀਂ ਤਾਂ ਜੀ ਇੱਥੇ ਪਹੁੰਚ ਗਏ, ਇਸ ਜਗ੍ਹਾ ਤੇ ਹੋ, ਇਸ ਜਗ੍ਹਾ ਤੇ ਲੈਟੀਟਿਊਡ ਕਿੰਨਾ ਹੈ? ਮੈਂ ਕਹੂੰਗਾ 60 ਡਿਗਰੀ। ਤੁਸੀਂ ਕਹੋਗੇ 60 ਡਿਗਰੀ, ਇਹ ਐਂਗਲ ਕਿਵੇਂ ਆ? ਐਂ ਤਾਂ ਕਹਿ ਸਕਦੇ ਸੀ ਤੁਸੀਂ ਕਿ ਇੰਨੇ ਕਿਲੋਮੀਟਰ ਦੂਰ ਹੈ ਇਕੁਏਟਰ ਤੋਂ, ਡਿਗਰੀਆਂ 'ਚ ਕਿਵੇਂ? ਜਿੱਥੇ ਵੀ ਤੁਸੀਂ ਹੈਗੇ ਹੋ ਉੱਥੇ ਸਿੱਧੀ ਲਾਈਨ ਮਾਰ ਲਓ, ਉੱਥੇ ਕੋਨੇ ਨੂੰ ਇਹਦੇ ਧਰਤੀ ਦੇ ਸੈਂਟਰ ਨਾਲ ਜੋੜ ਲਓ, ਜਿੰਨਾ ਇੱਥੇ ਐਂਗਲ ਬਣਦਾ ਨਾ ਉਹ 19 ਡਿਗਰੀ ਹੁੰਦਾ ਹੈ। ਲੈਟੀਟਿਊਡ ਕਿੰਨੇ ਡਿਗਰੀ ਆ, ਉਹ ਐਂਗਲ ਇੱਥੇ ਬਣਦਾ ਹੈ। ਪਤਾ ਲੱਗ ਗਿਆ ਚੀਜ਼? ਇਟ ਮੀਨਸ ਜੇ ਤੁਸੀਂ ਬਿਲਕੁਲ ਇੱਥੇ ਪਹੁੰਚ ਗਏ ਤਾਂ ਤੁਸੀਂ ਇਹਨੂੰ ਇਹਦੇ ਨਾਲ ਜੋੜ ਲਓ ਤਾਂ ਕਿੰਨੀ ਡਿਗਰੀ ਬਣ ਗਿਆ? 90 ਡਿਗਰੀ। ਇਟ ਮੀਨਸ ਤੁਹਾਡਾ ਅਕਸ਼ਾਂਸ਼, ਤੁਹਾਡਾ ਲੈਟੀਟਿਊਡ ਕਿੰਨਾ ਹੈ, ਠੀਕ ਆ। ਇਹ ਵੀ ਇੱਕ ਕਾਰਕ ਆ, ਇਹ ਵੀ ਇੱਕ ਫੈਕਟਰ ਆ ਜਿਹਦੇ ਤੇ ਤੁਹਾਡੀ ਜੀਵਨ ਸ਼ੈਲੀ ਡਿਪੈਂਡ ਕਰਦੀ ਆ। ਇਟ ਮੀਨਸ ਇਟ ਇਜ਼ ਆਲਸੋ ਏ ਪਾਰਟ ਆਫ ਕੀ ਭਲਾ? ਇਕੋਸਿਸਟਮ, ਕੰਪੋਨੈਂਟ ਆਫ ਇਕੋਸਿਸਟਮ। ਇਟ ਇਜ਼ ਆਲਸੋ ਏ ਕੰਪੋਨੈਂਟ। ਕੰਪੋਨੈਂਟ ਦਾ ਮਤਲਬ ਆ ਹਰ ਇੱਕ ਉਹ ਕਾਰਕ ਜਿਹਦੇ ਤੇ ਮੇਰਾ ਇਕੋਸਿਸਟਮ ਜਿਹੜਾ ਹੈ ਉਹ ਨਿਰਭਰ ਕਰਦਾ ਹੈ, ਠੀਕ ਹੈ ਨਾ। ਜਿਹਦੇ ਤੇ ਮੇਰਾ ਇਕੋਸਿਸਟਮ ਨਿਰਭਰ ਕਰਦਾ, ਉਹੀ ਉਹ ਇਕੋਸਿਸਟਮ ਦਾ ਕੀ ਹੈ ਭਲਾ? ਕੰਪੋਨੈਂਟ ਆ ਜੀ। ਹਾਈਟ, ਐਲਟੀਟਿਊਡ ਇਹਦੇ ਤੇ ਡਿਪੈਂਡ ਕਰਦਾ ਹੈ। ਸਿੰਪਲ ਜੀ ਗੱਲ ਆ, ਮੇਰੀ ਜ਼ਿੰਦਗੀ ਤੇ ਹਿਮਾਚਲ 'ਚ ਰਹਿਣ ਵਾਲਿਆਂ ਦੀ ਜ਼ਿੰਦਗੀ ਤੇ ਲਦਾਖ 'ਚ ਰਹਿਣ ਵਾਲਿਆਂ ਦੀ ਜ਼ਿੰਦਗੀ ਕਰ ਲਓ ਕੰਪੇਅਰ। ਇਟ ਮੀਨਸ ਜੇ ਸਾਡੀ ਜੀਵਨ ਸ਼ੈਲੀ ਫਰਕ ਹੈਗੀ ਆ, ਇਟ ਮੀਨਸ ਉਚਾਈ ਵੀ ਇੱਕ ਬਹੁਤ ਵੱਡਾ ਫੈਕਟਰ ਆ ਜਿਹਦੇ ਤੇ ਇੱਕ ਆਰਗੇਨਿਜ਼ਮ ਦੀ ਜ਼ਿੰਦਗੀ ਨਿਰਭਰ ਕਰਦੀ ਆ। ਕੱਲੀ ਮੇਰੀ ਹੀ ਕਰਦੀ ਆ? ਨਹੀਂ। ਪੰਜਾਬ ਦੇ ਕੁੱਤੇ ਚੱਕ ਲਓ, ਹਿਮਾਚਲ ਦੇ ਕੁੱਤੇ ਚੱਕ ਲਓ ਤੇ ਲਦਾਖ ਦੇ ਕੁੱਤੇ ਚੱਕ ਲਓ, ਆਰਗੇਨਿਜ਼ਮਸ ਚੱਕ ਲਓ, ਹੋਰ ਚੱਕ ਲਓ, ਤਾਂ ਕਿ ਹਰ ਇੱਕ ਦੀ ਜ਼ਿੰਦਗੀ ਨਿਰਭਰ ਕਰਦੀ ਆ। ਇਟ ਮੀਨਸ ਉਚਾਈ ਵੀ ਇੱਕ ਬਹੁਤ ਵੱਡਾ ਫੈਕਟਰ ਹੈਗਾ ਹੈ।
ठीक है। इट मीनस ये भी एक एग्जाम्पल के तौर पर कंसीडर कराया जा सकता है, कोई डाउट नहीं ये। आ दसो कहानी क्लीयर होगी। जे मैं कहां कि मेरे एड़े देड़े जैविक कारक किहड़े आ, जैविक कारक जिहड़े जिंदा कारक ने, जिहड़े मतलब कि जिन्होंने मैं कह सकता बायोटिक कंपोनेंट लिविंग कारक ऑफ फैक्टर्स किहड़े आ जिहड़े मैनूं प्रभावित करते हैं। मेरे नेड़े जिंदा कारक 3 प्रकार के हो सकते हैं, ठीक है। एक वो जिहड़े मेरे वास्ते भोजन का प्रबंध आप करते हैं, जानी कि प्रोड्यूसरस। एक कंज्यूमरस, ठीक है, खपतकार जिहड़े उन्होंने भोजन नूं खांदे आ। एक तीसरे प्रकार के डीकंपोजरस जिहड़े मरे हुए भोजन का विघटन डिस्ट्रॉय डीकंपोज कर दिंदे आ। ये 3 प्रकार के जिहड़े कंपोनेंट्स ने, ये किहड़े ने भला? बायोटिक। पढ़िए। सब तो पहला अपने को आ गए प्राइमरी प्रोड्यूसरस। जिहड़े प्राइमरी प्रोड्यूसरस जिहड़े अपना भोजन आप बनाउंदे आ, जिन्होंने आपां कह दिंदे आ ऑटोट्रॉफ्स, ठीक है। की कह दिंदे आपां? ऑटो मतलब खुद, ट्रॉफ मतलब भोजन बनाना। ऑटोट्रॉफ्स ने इन्हों पंजाबी च कह दिंदे आ मुख उत्पादक। मुख उत्पादक का मतलब होंगे जिहड़ा अपना भोजन आप बनाउंदे आ। इंग्लिश च इन्हों कह दिंदे आ ऑटोट्रॉफ्स, ठीक है। इन्हां दी बेस्ट एग्जाम्पल किहड़ी है? इन्हां दी बेस्ट एग्जाम्पल की है जी? प्लांट्स, क्योंकि वो अपना भोजन आप बनाउंदे आ। ते जिहड़ा ये भोजन बनाउंदे आ, ठीक है, उन्होंने इंग्लिश की कहते हैं प्रोसैस नूं फोटोसिंथेसिस। की कहते हैं? फोटोसिंथेसिस। ते पंजाबी च कहते हैं संश्लेषण। ये संश्लेषण कह लो या फोटोसिंथेसिस कह लो, ਇਹਦਾ मतलब की है? ਇਹਦਾ मतलब ये आ कि सूरज की रोशनी च, जिन्हों आप इंग्लिश लिखन लगा मैं सनलाइट, तो पंजाबी च लिखन लगा ऊर्जा या रोशनी। इस सूरज की रोशनी च ये जिन्ने भी पानी समुंदर ਉਹਦੇ ਵਿੱਚ प्लांट ਕੋਲ मिनरल्स पए ਹੁੰਦੇ ਆ, ਜਾਂ प्लांट ਦੇ ਵਿੱਚ ਜਿਹੜਾ ਪਾਣੀ ਆਦਾ, क्योंकि ਉਹਦੀਆਂ ਜੜਾਂ ਨੇੜੇ ਤੇੜੇ ਪਾਣੀ ਸੋਖ ਲੈਂਦੀਆਂ, ਸਾਰੇ ਖਣਿਜ ਜਮਾ ਸਾਰੇ ਪਾਣੀ, ਸਾਰਾ ਪਾਣੀ ਆਪਸ ਦੇ ਵਿੱਚ ਇੱਕ ਰਿਐਕਸ਼ਨ ਕਰਦਾ ਹੈ। ਕੀ ਕਰਦਾ ਹੈ? रिएक्शन। वट इज़ रिएक्शन? कैमिकल रिएक्शन, रसायनिक प्रक्रिया। ये रसायनिक प्रक्रिया पॉसीबल ही नहीं गी जे साडे कोल की नहीं प्रेजेंट? सनलाइट। सनलाइट की हाजरी दे विच सारे कार्रवाई पैंदी है। जे सनलाइट ना होवे तां फिर ये कार्रवाई पै ही नहीं सकती। सनलाइट आप विच रोल अदा नहीं करती। सनलाइट आप इस रिएक्शन च, इस कैमिकल रिएक्शन च, इस रसायनिक क्रिया च इनवॉल्व नहीं गी। बस वो इस रिएक्शन नूं करवाउंदी आ ते करवा के साइड ते हो जाती है। इस करके इनू आपां ਜਿਹੜੀਆਂ ਚੀਜ਼ਾਂ ਵਿੱਚ ਪੂਰੀ ਤਰ੍ਹਾਂ ਇਨਵੋਲਵਡ ਨੇ ਉਹ ਕਿਹੜੀਆਂ ਨੇ ਭਲਾ? ਮਿਨਰਲਸ ਤੇ ਵਾਟਰ। ਉਹਨਾਂ ਨੂੰ ਆਪਾਂ ਕਹਿੰਦੇ ਆ ਰਿਐਕਟੈਂਟ। ਜੋ ਇਹਦੇ ਚੋਂ ਪੈਦਾ ਹੋਇਆ, ਠੀਕ ਆ, ਕਾਰਬਨ ਡਾਈਆਕਸਾਈਡ ਵਗੈਰਾ ਜੋ ਵੀ ਇਹਦੇ ਚੋਂ ਪੈਦਾ ਹੋਇਆ, ਤੇ ਪਲੱਸ ਇੱਕ ਪੈਦਾ ਹੋਇਆ ਇਹਨਾਂ ਦਾ ਆਪਣਾ ਫੂਡ, ਭੋਜਨ, ਸੌਰੀ ਇੱਥੋਂ ਆਕਸੀਜਨ। ਇਹਨਾਂ ਨੇ ਲਈ ਕੀ ਆ? ਮਿਨਰਲਸ, ਪਾਣੀ ਤੇ ਕਾਰਬਨ ਡਾਈਆਕਸਾਈਡ ਇਹ ਲੈਂਦੇ ਆ, ਠੀਕ ਆ। ਪੈਦਾ ਕੀ ਕੀਤਾ? ਇੱਕ ਇਹਨਾਂ ਨੇ ਆਕਸੀਜਨ ਪੈਦਾ ਕੀਤੀ, ਇੱਕ ਭੋਜਨ। ਆਕਸੀਜਨ ਛੱਡਤੀ, ਉਹ ਸਾਡੇ ਵਾਸਤੇ ਆ ਗਈ, ਤੇ ਭੋਜਨ ਇਹਨਾਂ ਨੇ ਖਾ ਲਿਆ, ਠੀਕ ਆ। ਇਹ ਆ ਪ੍ਰੋਡਕਟ ਜੋ ਨਿਕਲਿਆ, ਇਹ ਆ ਰਿਐਕਟੈਂਟ ਜੋ मतलब कि ਵਿੱਚ ਗਿਆ। ਆਹ ਕੌਣ ਸੀ? ਇਹਨਾਂ ਤਿੰਨਾਂ 'ਚ ਨਾ 13 'ਚ ਨਾ ਪਲੇਅਰਾਂ 'ਚ ਨਾ ਸਪੇਅਰਾਂ 'ਚ ਰਿਐਕਸ਼ਨ ਕਰਾ ਕੇ ਲੰਘ ਗਿਆ। ਇਹਨੂੰ ਕਹਿੰਦੇ ਆ ਕੈਟਾਲਿਸਟ। ਕੀ ਕਹਿੰਦੇ ਆਪਾਂ ਇਹਨੂੰ? ਕੈਟਾਲਿਸਟ। ਇੱਥੇ ਸਨਲਾਈਟ, ਇੱਥੇ ਸੂਰਜ ਇੱਕ ਕੈਟਾਲਿਸਟ, ਸੂਰਜ ਦੀ ਰੋਸ਼ਨੀ ਇੱਕ ਕੈਟਾਲਿਸਟ ਵਾਂਗ ਆਈ ਆ। ਤੇ ਇੱਕ ਗੱਲ ਯਾਦ ਰੱਖਿਓ, ਦੇਖੋ ਇਹ ਤਾਂ ਸਮਝ ਆ ਗਈ ਕਿ ਇਹ ਸਾਇੰਸ ਆ, पर साइंस एडा औखा सबजैक्ट नहीं हैगा कि इनू समझिया ना जा सके। तो असी बहुत डीप साइंस च नहीं जाना। तो मैं तुहाडी जानकारी लई दसदा, मेन्स के पेपर च एड्डी तगड़ी साइंस की लोड़ नहीं। ये तो साइंस थोड़ी बहुती चक्कर पता कदों तक पैंदा है? जदों आपां ऑब्जैक्टिव टाइप पेपर देना है, उदों तक इन्नी साइंस की लोड़ आ, बस होर कुछ नहीं। इस सारी घटना नूं, इस सारे प्रोसैस नूं कहंदे आ संश्लेषण पंजाबी च, ते इंग्लिश च कहंदे आ फोटोसिंथेसिस, ठीक है। ये प्रोसैस करने वाले ने प्लांट्स। प्लांट्स अपना भोजन, अपना प्रबंध आप करते हैं, इस करके उन्होंने कहा जाता है ऑटोट्रॉफ्स। की कहा जाता है? ऑटोट्रॉफ्स। आ लो जी, आ गल समझ आ गई। ये चीज़ किसी को कोई डाउट क्लीयर रहनी भी नहीं चाहिए। अगे आ गए अपने को खपतकार, कंज्यूमरस, जेडे अपना भोजन आप नहीं बनाते, जेडे अपने भोजन वास्ते प्रोड्यूसरस ते निर्भर करते हैं। जेडे अपने भोजन वास्ते किन्ना ते निर्भर करते हैं? प्रोड्यूसरस ते निर्भर करते हैं, उन्होंने आप कहते हैं कंज्यूमरस, ठीक है। सो ये अपने भोजन वास्ते डिपेंड करते हैं प्लांट्स, एनीमल्स ते किसी होर ते, ठीक है। सो ये आपां नूं गल समझ आ गई। हुण ये जिहड़े कंज्यूमरस ने ना, इन्हां दे अगे कई डिमेंशनस निकलते हैं। हुण जिहड़े अपने भोजन वास्ते किसी दे डिपेंड करते, उन्होंने आपां कंज्यूमरस जां खपतकार कहांगे। ये खपतकार अगे, ये कंज्यूमरस अगे 2-3 टाइप के हो सकते हैं। एक अपने भोजन वास्ते इकल्ले प्लांट्स से डिपेंड करना, ठीक है, उन्होंने कहांगे हर्बीवोरस, शाकाहारी। एक अपने भोजन वास्ते सिर्फ मांस ते निर्भर करते हैं, उन्होंने आपां कहांगे कार्नीवोरस, मतलब मांसाहारी। फिर आपां कहांगे वो जिहड़े अपने वास्ते
ਆਪਣੇ ਭੋਜਨ ਵਾਸਤੇ ਮਾਸ ਮੱਛੀ ਵੀ ਖਾ ਲੈਂਦੇ ਆ ਤੇ ਉਧਰੋਂ ਉਹ ਵੀ ਆ ਪਲਾਂਟਸ ਤੇ ਵੀ ਨਿਰਭਰ ਕਰਦੇ ਆ, ਉਹਨਾਂ ਨੂੰ ਆਪਾਂ ਕਹਾਂਗੇ ਓਮਨੀਵੋਰਸ। ਠੀਕ ਆ, ਸੋ ਇਹ ਇੱਕ ਕੈਟੇਗਰੀ ਤਾਂ ਇਹ ਹੋ ਗਈ। ਪਰ ਇੱਥੇ ਆਪਾਂ ਇੱਥੇ ਕੈਟੇਗਰੀਆਂ ਬਣਾਉਣ ਦਾ ਇਹਨਾਂ ਨੇ ਐਂਗਲ ਥੋੜਾ ਜਿਹਾ ਹੋਰ ਰੱਖਿਆ ਹੈ। ਇੱਕ ਹੁੰਦੇ ਆ ਵੱਡੇ ਕੰਜ਼ਿਊਮਰ, ਵੱਡੇ ਖਪਤਕਾਰ, ਇੱਕ ਛੋਟੇ ਖਪਤਕਾਰ। ਠੀਕ ਆ, ਸੋ ਵੱਡੇ ਖਪਤਕਾਰ ਆਪਾਂ ਨੂੰ ਕਿਹੜੇ ਆ, ਜਿਹੜੇ ਪਲਾਂਟਸ ਜਾਂ ਐਨੀਮਲ ਜਾਂ ਦੋਵੇਂ, ਠੀਕ ਆ, ਉਹਨਾਂ ਤੇ ਆਪਣੇ ਭੋਜਨ ਨੂੰ ਖਾਂਦੇ ਆ, ਜਿਨ੍ਹਾਂ 'ਚ ਮੇਨ ਮੁੱਖ ਤੌਰ ਤੇ ਆ ਗਏ ਆਪਣੇ ਕੋਲ ਆਪਣੇ ਹਰਬੀਵੋਰਸ। ਹਰਬੀਵੋਰਸ ਦਾ ਮਤਲਬ ਹੋ ਗਿਆ ਸ਼ਾਕਾਹਾਰੀ। ਮੇਨ ਕੰਜ਼ਿਊਮਰਸ ਜਿਹੜੇ ਆ, ਦੋ ਕੰਜ਼ਿਊਮਰਸ ਬੇਸਿਕਲੀ ਦੋ ਪ੍ਰਕਾਰ ਦੇ ਨੇ, ਇੱਕ ਮੈਕਰੋ ਕੰਜ਼ਿਊਮਰਸ, ਇੱਕ ਮਾਈਕਰੋ ਕੰਜ਼ਿਊਮਰਸ। ਵੱਡੇ ਖਪਤਕਾਰ ਤੇ ਛੋਟੇ ਖਪਤਕਾਰ। ਹੁਣ ਕੋਈ ਮੈਨੂੰ ਇਹ ਕਵੇ ਕਿ ਜੀ ਵੱਡੇ ਤੇ ਛੋਟੇ ਖਪਤਕਾਰ 'ਚ ਫਰਕ ਕੀ ਆ? ਇੱਕ ਹਾਂਜੀ, ਤਾਂ ਮੈਕਰੋ ਕੰਜ਼ਿਊਮਰਸ ਜਿਹੜੇ ਆ ਵੱਡੇ ਖਪਤਕਾਰ ਆ। ਵੱਡੇ ਖਪਤਕਾਰ ਜਿਹੜੇ ਆਪਣੇ ਭੋਜਨ ਵਾਸਤੇ ਪਲਾਂਟਸ ਤੇ ਜਾਣੀ ਕਿ ਪੌਦਿਆਂ ਤੇ ਜਾਂ ਆਪਣੇ ਵਰਗੇ ਦੂਜੇ ਐਨੀਮਲਸ ਤੇ ਨਿਰਭਰ ਕਰਦੇ ਆ, ਉਹਨਾਂ ਨੂੰ ਆਪਾਂ ਕਹਿੰਦੇ ਆ ਪ੍ਰਾਇਮਰੀ, ਉਹਨਾਂ ਨੂੰ ਆਪਾਂ ਕਹਿੰਦੇ ਆ ਮੈਕਰੋ ਕੰਜ਼ਿਊਮਰਸ। ਜਿਹੜੇ ਆਪਣੇ ਭੋਜਨ ਵਾਸਤੇ ਮਰੇ ਹੋਏ ਆਰਗੇਨਿਜ਼ਮਸ ਤੇ ਡੈਡ ਆਰਗੇਨਿਜ਼ਮਸ ਤੇ ਨਿਰਭਰ ਕਰਦੇ ਆ, ਉਹਨਾਂ ਨੂੰ ਆਪਾਂ ਕਹਿੰਦੇ ਆ ਮਾਈਕਰੋ, ਛੋਟੇ ਖਪਤਕਾਰ, ਮਾਈਕਰੋ ਕੰਜ਼ਿਊਮਰਸ। ਵੱਡੇ ਖਪਤਕਾਰਾਂ 'ਤੇ ਆਪਣੇ ਕੋਲ ਦੋ ਤਿੰਨ ਚੀਜ਼ਾਂ ਆ ਗਈਆਂ, ਇੱਕ ਹਰਬੀਵੋਰਸ ਜਿਹੜੇ ਸ਼ਾਕਾਹਾਰੀ, ਇੱਕ ਕਾਰਨੀਵੋਰਸ ਜਿਹੜੇ ਮਤਲਬ ਕਿ ਉਹਨਾਂ ਨੂੰ ਖਾਂਦੇ ਆ, ਪਲਾਂਟਸ ਨੂੰ ਖਾਂਦੇ ਆ, ਇੱਕ ਓਮਨੀਵੋਰਸ ਜਿਹੜੇ ਪਲਾਂਟਸ ਤੇ ਐਨੀਮਲਸ ਦੋਵਾਂ ਨੂੰ ਖਾ ਸਕਦੇ ਆ। ਆ ਗੱਲ ਸਮਝ ਆ ਗਈ? ਤੇ ਜੇ ਕੋਈ ਮੈਨੂੰ ਕਵੇ ਛੋਟੇ ਖਪਤਕਾਰ ਕਿਹੜੇ ਆ, ਮਾਈਕਰੋ ਆਰਗੇਨਿਜ਼ਮਸ ਕਿਹੜੇ ਆ, ਉਹਨਾਂ ਵਾਸਤੇ ਇੱਕ ਸ਼ਬਦ ਵਰਤਿਆ ਜਾਂਦਾ ਹੈ ਸੈਪਰੋਟ੍ਰੋਪਸ। ਇੰਗਲਿਸ਼ 'ਚ ਕੀ ਵਰਤਿਆ ਜਾਂਦਾ ਹੈ? ਸੈਪਰੋਟ੍ਰੋਪਸ। ਤੇ ਪੰਜਾਬੀ ਦੇ ਵਿੱਚ, ਇੰਗਲਿਸ਼ ਦੇ ਵਿੱਚ ਇਹਨਾਂ ਵਾਸਤੇ ਮਾਈਕਰੋ ਕੰਜ਼ਿਊਮਰ ਵਾਸਤੇ ਕੀ ਸ਼ਬਦ ਵਰਤਿਆ ਜਾਂਦਾ ਹੈ? ਮੈਂ ਇਹਦੇ ਵਾਸਤੇ ਸ਼ਬਦ ਵਰਤਿਆ ਜਾਂਦਾ ਹੈ ਫੈਗੋਟ੍ਰੋਪਸ। ਵੱਡੇ ਖਪਤਕਾਰਾਂ ਵਾਸਤੇ ਫੈਗੋਟ੍ਰੋਪਸ ਤੇ ਛੋਟੇ ਵਾਲਿਆਂ ਵਾਸਤੇ ਕੀ ਆ? ਸੈਪਰੋਟ੍ਰੋਪਸ। ਤੇ ਸੈਪਰੋਟ੍ਰੋਪਸ 'ਚ ਹੋਣਗੇ ਕਿਹੜੇ ਭਲਾ? ਸੈਪਰੋਟ੍ਰੋਪਸ 'ਚ ਹੋਣਗੇ ਛੋਟੇ ਮੋਟੇ ਜਿਹੜੇ ਵਰਮਸ ਹੋ ਗਏ, ਕੀੜੇ ਹੋ ਗਏ, ਜਾਂ ਬੈਕਟੀਰੀਆਸ ਜਿਹੜੇ ਡੀਕੰਪੋਜ਼ ਵਿਘਟਨ ਦਾ ਕੰਮ ਕਰਦੇ ਆ, ਕਿਸੇ ਵੀ ਆਰਗੇਨਿਜ਼ਮ ਨੂੰ ਡਿਸਟਰੋਏ ਕਰ ਦਿੰਦੇ ਆ, ਖਤਮ ਕਰ ਦਿੰਦੇ ਆ ਡੈਡ ਆਰਗੇਨਿਜ਼ਮ ਨੂੰ। ਇਹਨਾਂ ਦੇ ਵਿੱਚ ਕੌਣ ਆ? ਦੁਬਾਰਾ ਸਮਝੋ, ਇਹ ਕੁਝ ਬੈਕਟੀਰੀਆਜ਼ ਜਾਂ ਫੰਜਾਈ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਆ ਉੱਲੀ। ਠੀਕ ਆ, ਤਾਂ ਬੈਕਟੀਰੀਆ ਕਹਿ ਲਓ, ਉੱਲੀ ਕਹਿ ਲਓ, ਫੰਜਾਈ ਜਿਹਨੂੰ ਆਪਾਂ ਇੰਗਲਿਸ਼ 'ਚ ਕਹਿ ਦਿੰਦੇ ਆ, ਉਹ ਜਿਹੜੇ ਡੀਕੰਪੋਜ਼ ਕਰਦੇ ਆ, ਖਪਤ ਕਰਦੇ ਆ ਕਿਹਨਾਂ ਦੀ? ਡੈਟਰਸ, ਮਰੇ ਹੋਏ ਜੀਵਾਂ ਦੀ। ਤਾਂ ਮਰੀਆਂ ਹੋਈਆਂ ਜਿਹੜੀਆਂ ਲਾਸ਼ਾਂ ਨੇ ਜਾਂ ਉਹਨਾਂ ਤੇ, ਜਾਂ ਮਰੇ ਹੋਏ ਸਬਸਟੈਂਸ ਨੇ ਉਹਨਾਂ ਤੇ ਜਿਹੜੇ ਆਪਣੇ ਭੋਜਨ ਵਾਸਤੇ ਨਿਰਭਰ ਨੇ, ਉਹਨਾਂ ਨੂੰ ਆਪਾਂ ਕਹਿ ਦਿੰਦੇ ਆ ਛੋਟੇ ਖਪਤਕਾਰ ਜਾਂ ਮਿਨੀ ਕੰਜ਼ਿਊਮਰਸ ਜਾਂ ਮਾਈਕਰੋ ਕੰਜ਼ਿਊਮਰਸ। ਤੇ ਯਾਦ ਰੱਖਿਓ ਉਹਨਾਂ ਦਾ ਇੱਕ ਨਾਮ ਕੀ ਆ? ਸੈਪਰੋਟ੍ਰੋਪਸ। ਠੀਕ ਆ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਸੈਪਰੋਟ੍ਰੋਪਸ। ਇਹਨਾਂ ਦੀ ਕੈਟੇਗਰੀ 'ਚ ਕੀ ਆ ਜਾਂਦਾ ਹੈ ਆਪਣੇ ਕੋਲ? ਅਰਥਵਰਮਸ, ਕੀੜੇ, ਬੈਕਟੀਰੀਆਜ਼, ਉੱਲੀ, ਫੰਜਾਈਜ਼। ਤਾਂ ਇਸ ਟਾਈਪ ਦੇ ਜਿਹੜੇ ਆ ਉਹ ਆਪਣੇ ਮਾਈਕਰੋ ਕੰਜ਼ਿਊਮਰਸ ਦੀ ਕੈਟੇਗਰੀ 'ਚ ਆ ਜਾਂਦੇ ਆ। ਆ ਸਮਝ ਆ ਗਈ ਸਾਰਿਆਂ ਨੂੰ ਗੱਲ? ਸੋ ਇਹ ਸੀ ਆਪਣੀ ਬੇਸਿਕਲੀ ਕਹਾਣੀ ਕਿ ਬਈ ਜੇ ਕੋਈ ਮੈਨੂੰ ਇਹ ਪੁੱਛੇ ਕਿ ਜੀ ਕੰਪੋਨੈਂਟਸ ਆਫ ਈਕੋਸਿਸਟਮ, ਈਕੋਸਿਸਟਮ ਇੱਕ ਇਨਸਾਨ ਦਾ ਆਲਾ ਦੁਆਲਾ ਜਿਹੜਾ ਹੈ ਉਹ ਕਿਹੜੀਆਂ ਚੀਜ਼ਾਂ ਹੈ ਜਿਹਦੇ ਤੇ ਇੱਕ ਇਨਸਾਨ ਨਿਰਭਰ ਕਰਦਾ ਹੈ, ਉਹਨੂੰ ਆਪਾਂ ਕਹਿੰਦੇ ਆ ਕਿ ਉਹਦੇ ਈਕੋਸਿਸਟਮ ਦੇ ਕਾਰਕ ਕਿਹੜੇ ਨੇ। ਠੀਕ ਆ, ਜਿਹੜੇ ਦੋ ਟਾਈਪ ਦੇ ਨਿਕਲ ਕੇ ਆਏ ਸੀਗੇ, ਇੱਕ ਅਜੀਵਿਕ ਜਿਹਨੂੰ ਆਪਾਂ ਨਿਰਜੀਵ ਕਹਿ ਦਿੰਦੇ ਆ, ਇੱਕ ਬਾਇਓਟਿਕ ਜਿਹਨੂੰ ਆਪਾਂ ਜੀਵਿਤ ਕਹਿ ਦਿੰਦੇ ਆ। ਬਾਇਓਟਿਕ 'ਚ ਸੀ ਉਸ ਆਰਗੇਨਿਜ਼ਮ ਦਾ ਨੇੜੇ ਤੇੜੇ ਵਾਲੇ ਆਰਗੇਨਿਜ਼ਮਸ, ਨਾਲ ਵਾਲੇ ਸਹਾਇਕ ਆਰਗੇਨਿਜ਼ਮਸ, ਅਸਿਸਟੈਂਟ ਆਰਗੇਨਿਜ਼ਮਸ, ਜਿਹਦੇ ਵਿੱਚ ਜਾਂ ਤਾਂ ਹੋਣਗੇ ਆਟੋਟ੍ਰੋਪਸ ਆਪਣਾ ਭੋਜਨ ਆਪ ਬਣਾਉਂਦੇ, ਜਾਂ ਹੋਣਗੇ ਹੈਟਰੋਟ੍ਰੋਪਸ ਆਪਣਾ ਭੋਜਨ ਤੇ ਵਾਸਤੇ ਕਿਸੇ ਹੋਰ ਤੇ ਨਿਰਭਰ, ਉਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਹੈਟਰੋਟ੍ਰੋਪਸ। ਇੱਕ ਤੀਸਰੇ ਜਿਹੜੇ ਆਪਣੇ ਭੋਜਨ ਵਾਸਤੇ ਕਿਸੇ ਹੋਰ ਤੇ ਨਿਰਭਰ ਨੇ, ਉਹ ਹੈਟਰੋਟ੍ਰੋਪਸ ਹੋ ਗਏ। ਉਹਨਾਂ ਦੀਆਂ ਵੀ ਅੱਗੇ ਦੋ ਟਾਈਪਸ ਨੇ, ਇੱਕ ਵੱਡੇ, ਇੱਕ ਛੋਟੇ, ਇੱਕ ਮਾਈਕਰੋ, ਇੱਕ ਮੈਕਰੋ। ਜਿਹੜੇ ਵੱਡੇ ਨੇ ਮੈਕਰੋ ਵਾਲੇ ਨੇ ਉਹਨਾਂ ਨੂੰ ਫੈਗੋਟ੍ਰੋਪਸ ਵੀ ਕਹਿ ਦਿੰਦੇ ਆਪਾਂ। ਮਤਲਬ ਜਿਨ੍ਹਾਂ 'ਚ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਮਤਲਬ ਕਿ ਹਰਬੀਵੋਰਸ, ਕਾਰਨੀਵੋਰਸ ਤੇ ਓਮਨੀਵੋਰਸ। ਇੱਕ ਛੋਟੇ ਮਾਈਕਰੋ ਲੈਵਲ ਤੇ ਨੇ, ਉਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਸੈਪਰੋਟ੍ਰੋਪਸ।
मेरी गल समझ गए ना। ਵੱਡੇ वालिਆਂ ਨੂੰ ਫੈਗੋਟ੍ਰੋਪਸ ਤੇ ਛੋਟੇ ਵਾਲਿਆਂ ਨੂੰ ਕੀ ਕਹਿ ਦਿੰਦੇ ਆ ਸੈਪਰੋਟ੍ਰੋਪਸ। ਆ ਦੇਖੋ ਜੇ ਨਹੀਂ ਡਾਊਟ ਤਾਂ ਮੈਂ ਕਲੀਅਰ ਕਰਾ ਦਿੰਦਾ। ਸਭ ਤੋਂ ਪਹਿਲਾਂ ਜੇ ਕੋਈ ਮੈਨੂੰ ਕਹੇ ਕਿ ਜੀ ਬਾਇਓਟਿਕ ਕੰਪੋਨੈਂਟਸ ਕਿਹੜੇ ਨੇ, ਬਾਇਓਟਿਕ ਕੰਪੋਨੈਂਟਸ ਕਿਹੜੇ ਨੇ, ਤਾਂ ਤੁਸੀਂ ਕਹਿ ਸਕਦੇ ਹੋ ਬਾਇਓਟਿਕ ਕੰਪੋਨੈਂਟਸ ਦੋ ਟਾਈਪ ਦੇ ਨੇ। ਠੀਕ ਆ, ਬਾਇਓਟਿਕ ਕੰਪੋਨੈਂਟਸ ਜਿਹੜੇ ਆ ਉਹ ਦੋ ਟਾਈਪ ਦੇ ਨੇ। ਤਾਂ ਬਾਇਓਟਿਕ ਕੰਪੋਨੈਂਟਸ ਜਿਹੜੇ ਆਪਣੇ ਦੋ ਟਾਈਪ ਦੇ ਹੈਗੇ ਆ ਉਹ ਕਿਹੜੇ ਕਿਹੜੇ ਆ। ਇੱਕ ਆਪਾਂ ਨੂੰ ਕਿਸੇ ਨੇ ਕਹਿਤਾ ਕਿ ਆਟੋਟ੍ਰੋਪਸ ਆਪਣਾ ਭੋਜਨ ਆਪ ਬਣਾਉਣ ਵਾਲੇ, ਇੱਕ ਹੈਟਰੋ ਆਪਣੇ ਭੋਜਨ ਤੇ ਵਾਸਤੇ ਕਿਸੇ ਹੋਰ ਤੇ ਨਿਰਭਰ ਕਰਨ ਵਾਲੇ। ਜਿਹੜੇ ਆਪਣਾ ਭੋਜਨ ਆਪ ਬਣਾਉਂਦੇ ਆ ਕਿਸੇ ਵਾਸਤੇ ਨਿਰਭਰ ਕਰਦੇ ਆ, ਇਹ ਅੱਗੇ ਦੋ ਪ੍ਰਕਾਰ ਦੇ ਨੇ, ਇੱਕ ਫੈਗੋਟ੍ਰੋਪਸ, ਇੱਕ ਸੈਪਰੋਟ੍ਰੋਪਸ। ਠੀਕ ਆ, ਇਹ ਫੈਗੋਟ੍ਰੋਪਸ ਵੱਡੇ ਖਪਤਕਾਰ ਤੇ ਸੈਪਰੋਟ੍ਰੋਪਸ ਛੋਟੇ ਖਪਤਕਾਰ। ਇਹ ਜਿਹੜੇ ਫੈਗੋਟ੍ਰੋਪਸ ਨੇ ਇਹ ਅੱਗੇ ਜਾਂ ਤਾਂ ਆਪਣੇ ਭੋਜਨ ਵਾਸਤੇ ਕਿਸੇ ਤੇ ਨਿਰਭਰ ਨੇ, ਇਹ ਜਾਂ ਤਾਂ ਪਲਾਂਟਸ ਤੇ ਨਿਰਭਰ ਨੇ, ਫਿਰ ਇਹ ਹਰਬੀਵੋਰਸ ਨੇ, ਸ਼ਾਕਾਹਾਰੀ ਨੇ। ਤੇ ਜੇ ਇਹ ਐਨੀਮਲਸ ਤੇ ਨਿਰਭਰ ਨੇ, ਕਿਸੇ ਹੋਰ ਜਾਨਵਰ ਨੂੰ ਖਾਂਦੇ ਨੇ, ਫਿਰ ਇਹ ਕਾਰਨੀਵੋਰਸ ਨੇ, ਸ਼ਾਕਾਹਾਰੀ ਨੇ। ਨਹੀਂ ਤਾਂ ਇਹ ਓਮਨੀਵੋਰਸ ਨੇ, ਮਾਸਾਹਾਰੀ ਅਤੇ ਸ਼ਾਕਾਹਾਰੀ ਦੋਵੇਂ ਲੱਛਣ ਇਹਨਾਂ 'ਚ। ਜਿਹੜੇ ਸੈਪਰੋਟ੍ਰੋਪਸ ਨੇ, ਠੀਕ ਆ, ਜਿਹੜੇ ਮਰੇ ਹੋਏ ਆਰਗੈਨਿਜ਼ਮਸ ਨੂੰ ਖਾਂਦੇ ਆ, ਉਹ ਕਿਹੜੇ ਨੇ ਭਲਾ? ਉਹ ਸਿਰਫ ਇੱਕੋ ਹੀ ਟਾਈਪ ਨੇ ਸੈਪਰੋਟ੍ਰੋਪਸ, ਜਿਨ੍ਹਾਂ ਨੂੰ ਆਪਾਂ ਇੰਗਲਿਸ਼ 'ਚ ਕਹਿ ਦਿੰਦੇ ਆ ਡੀਕੰਪੋਜ਼ਰਸ। ਕੀ ਕਹਿ ਦਿੰਦੇ ਆ? ਡੀਕੰਪੋਜ਼ਰਸ। ਡੀਕੰਪੋਜ਼ਰਸ ਦਾ ਮਤਲਬ ਜਿਹੜੇ ਮਰੇ ਹੋਏ ਇਨਆਰਗੈਨਿਕ ਜਾਂ ਆਰਗੈਨਿਕ ਮੈਟਰਸ ਨੂੰ ਜਿਹੜਾ ਹੈ ਡੈਟਰਸ ਦਾ ਮਤਲਬ ਮਰੀ ਹੋਈ ਚੀਜ਼ ਜਿਹੜੀ ਆ, ਮਰੇ ਹੋਏ ਪ੍ਰਾਣੀ ਆ ਜਿਹੜੇ, ਉਹਨਾਂ ਨੂੰ ਖਾਂਦੇ ਆ। ਸੋ ਆਹ ਕਲਾਸੀਫਿਕੇਸ਼ਨ ਆ। ਇਹ ਕਿਹੜੇ ਕੰਪੋਨੈਂਟ ਹੋਏ ਭਲਾ? ਬਾਇਓਟਿਕ ਜੀਵਿਤ। ਇੱਕ ਇਨਸਾਨ ਨੇੜੇ ਦੇ ਕਿਹੜੇ ਐਬਾਇਓਟਿਕ ਅਜੀਵਿਕ ਕਾਰਕਾਂ ਤੇ ਨਿਰਭਰ ਕਰਦਾ ਹੈ, ਉਹ ਵੀ ਦੋ ਪ੍ਰਕਾਰ ਦੇ ਨੇ, ਇੱਕ ਜਲਵਾਯੂ ਨਾਲ ਸੰਬੰਧਿਤ ਕਲਾਈਮੇਟਿਕ, ਇੱਕ ਸੋਇਲ ਨਾਲ ਸੰਬੰਧਿਤ ਮਤਲਬ ਐਡੈਫਿਕ। ਸੋਇਲ ਨਾਲ ਸੰਬੰਧਿਤ ਕਿਹੜੇ? ਇੰਗਲਿਸ਼ 'ਚ ਅਡੈਪਿਕ। ਤੇ ਜਲਵਾਯੂ ਨਾਲ ਸੰਬੰਧਿਤ ਕਿਹੜੇ? ਕਲਾਈਮੈਟਿਕ ਫੈਕਟਰਸ ਜਾਂ ਕਲਾਈਮੈਟਿਕ ਕੰਪੋਨੈਂਟਸ ਕਹਿ ਲਓ। ਕਲਾਈਮੈਟਿਕ ਕੰਪੋਨੈਂਟਸ 'ਚ ਕੀ ਆ? ਹਵਾ, ਪਾਣੀ, એનર્ਜੀ, ਐਟਮੋਸਫੇਅਰ। ਮਿੱਟੀ ਨਾਲ ਸੰਬੰਧਿਤ ਮਿੱਟੀ ਦੀ ਟੌਪ ਦੀ ਲੇਅਰ, ਮਿੱਟੀ ਦੀ ਟੌਪ ਦੀ ਲੇਅਰ ਤੋਂ ਥੱਲੜੀ ਲੇਅਰ, ਮਿੱਟੀ ਦੇ ਵਿੱਚ ਮਿਲਣ ਵਾਲੇ ਮਿਨਰਲਸ, ਮਿੱਟੀ ਦਾ ਪੀਐਚ, ਆ ਸਾਰੇ ਮਿੱਟੀ ਨਾਲ ਸੰਬੰਧਿਤ ਨੇ। ਇਹ ਉਹ ਸਾਰੀਆਂ ਚੀਜ਼ਾਂ ਨੇ। ਤੁਸੀਂ ਆਪ ਦੱਸੋ, ਇਹ ਹਰ ਇੱਕ ਉਹ ਗੱਲ ਆ ਨਾ ਕਿ ਜੀ ਇੱਕ ਇਨਸਾਨ ਦਾ ਜੀਣਾ ਜਾਂ ਇੱਕ ਇਨਸਾਨ ਦੀ, ਜਾਂ ਮਨੁੱਖ ਛੱਡੋ ਯਾਰ, ਕਿਸੇ ਵੀ ਜੀਵ ਦੀ ਜ਼ਿੰਦਗੀ ਉਹ ਇਹਨਾਂ 'ਚੋਂ ਹੀ ਕਿਸੇ ਨਾ ਕਿਸੇ ਫੈਕਟਰ 'ਤੇ ਨਿਰਭਰ ਕਰਦੀ ਹੈ ਕਿ ਨਹੀਂ ਕਰਦੀ। ਸੋ ਇਹ ਚੀਜ਼ ਆਪਣੇ ਵਾਸਤੇ ਬਹੁਤ ਜ਼ਰੂਰੀ ਆ ਕਿ ਉਹਦੀ ਜ਼ਿੰਦਗੀ ਇਹਨਾਂ 'ਤੇ ਨਿਰਭਰ ਕਰਦੀ ਹੈ ਕਿ ਨਹੀਂ ਕਰਦੀ। ਕਿਸੇ ਨੂੰ ਕੋਈ ਡਾਊਟ ਇਹਦੇ 'ਚ? ਕਲੀਅਰ ਹੈ ਕਨਸੈਪਟ? ਹੁਣ ਆ ਜਾਓ ਅੱਗੇ। ਠੀਕ ਆ, ਇਹ ਆਪਣੇ ਕੋਲ ਇਹ ਕੰਪੋਨੈਂਟਸ ਆ ਗਏ। ਹੁਣ ਆਪਾਂ ਅੱਗੇ ਚੱਲਦੇ ਹਾਂ ਜੀ। ਅੱਗੇ ਆਪਣਾ ਆ ਗਿਆ ਇਹ ਆਪਣੇ ਕੰਪੋਨੈਂਟਸ ਕਵਰ। ਜੇ ਕੋਈ ਮੈਨੂੰ ਪੁੱਛੇ, ਦੇਖੋ ਕਿੱਡੀ ਇੰਪੋਰਟੈਂਟ ਗੱਲ ਆ ਕਿ ਜੀ ਆਪਾਂ ਨੂੰ ਜੇ ਕਿਸੇ ਨੇ ਪੁੱਛਿਆ ਕਿ ਅਸੀਂ ਕੰਪੋਨੈਂਟਸ ਖਤਮ ਕਰ ਲਏ ਆ, ਠੀਕ ਆ, ਕੰਪੋਨੈਂਟਸ ਖਤਮ ਕਰ ਲਿਆ। ਹੁਣ ਤੁਸੀਂ ਇਸ ਈਕੋਸਿਸਟਮ ਨੂੰ ਕਲਾਸੀਫਾਈ ਕਰੋ ਕਿ ਇਹ ਈਕੋਸਿਸਟਮ ਹੁੰਦਾ ਕਿੰਨੇ ਪ੍ਰਕਾਰ ਦਾ ਹੈ। ਠੀਕ ਆ, ਈਕੋਸਿਸਟਮ ਆਪਣਾ ਕਿੰਨੇ ਕੁ ਪ੍ਰਕਾਰ ਦਾ ਹੋ ਸਕਦਾ ਹੈ। ਹੁਣ ਮੈਂ ਕੱਲ੍ਹ ਦੇ ਲੈਕਚਰ 'ਚ ਇੱਕ ਗੱਲ ਬਹੁਤ ਕਲੀਅਰ ਕਰੀ ਸੀ ਕਿ ਈਕੋਸਿਸਟਮ ਦੀ ਕੋਈ ਹੱਦਬੰਦੀ ਨਹੀਂ ਹੁੰਦੀ। ਠੀਕ ਆ, ਹੱਦਬੰਦੀ ਹੁੰਦੀ ਆ ਜਦੋਂ ਅਸੀਂ ਇਨਵਾਇਰਮੈਂਟ ਨੂੰ ਸਮਝਦੇ ਹਾਂ। ਸਭ ਤੋਂ ਛੋਟੇ ਪੱਧਰ ਤੇ ਜਦੋਂ ਅਸੀਂ ਇਨਵਾਇਰਮੈਂਟ ਨੂੰ ਸਮਝਦੇ ਹਾਂ ਤੇ ਅਸੀਂ ਇੱਕ ਇੰਡੀਵਿਜੂਅਲ ਦੇ ਐਂਗਲ ਤੇ ਸਮਝਦੇ ਹਾਂ। ਇੱਕ ਮੱਛੀ, ਇੱਕ ਮਨੁੱਖ, ਇੱਕ ਕੀੜੀ। ਫਿਰ ਉਸ ਇੱਕ ਇੰਡੀਵਿਜੂਅਲ ਦੇ ਗਰੁੱਪ ਨੂੰ ਸਮਝਦੇ ਹਾਂ। ਇੱਕ ਇੰਡੀਵਿਜੂਅਲ ਦਾ ਜਿਹੜਾ ਗਰੁੱਪ ਹੁੰਦਾ ਹੈ ਉਹਨੂੰ ਕਹਿੰਦੇ ਪੋਪੂਲੇਸ਼ਨ, ਉਹਦੀ ਆਬਾਦੀ। ਫਿਰ ਉਹਦੀ ਆਬਾਦੀ ਜਿਹੜੀ ਆ ਉਹ ਕਿਸੇ ਇਲਾਕੇ 'ਚ ਰਹਿੰਦੀ ਆ, ਉਸ ਇਲਾਕੇ 'ਚ ਉਹਦੇ ਵਰਗੇ ਹੋਰ ਵੀ ਕਈ ਹੋਰ ਪ੍ਰਕਾਰ ਦੇ ਜੀਵ ਜੰਤੂ ਰਹਿੰਦੇ ਆ, ਉਹਨੂੰ ਕਹਿੰਦੇ ਆ ਉਹਦੀ ਕਮਿਊਨਿਟੀ, ਉਹਦਾ ਸਮੁਦਾਇ। ਜਦੋਂ ਉਸ ਸਮੁਦਾਇ ਨੂੰ ਅਸੀਂ ਵੱਡੇ ਲੈਵਲ 'ਤੇ ਦੇਖਦੇ ਹਾਂ, ਬਹੁਤ ਵੱਡੇ ਜੰਗਲ ਦਾ ਹਿੱਸਾ ਮੰਨ ਕੇ ਚੱਲਦੇ ਹਾਂ, ਅਸੀਂ ਉਹਨੂੰ ਕੀ ਕਹਿੰਦੇ ਆ? ਬਾਇਓਮ। ਕਿ ਅੱਛਾ ਇਹ ਪੂਰੇ ਦਾ ਪੂਰਾ ਜੰਗਲ ਹੀ ਹੋ ਗਿਆ। ਠੀਕ ਆ, ਕਿਹੜਾ ਜੰਗਲ ਹੋ ਗਿਆ? ਮੀਂਹ ਵਾਲੇ ਜੰਗਲ। ਇਹ ਪੂਰੇ ਦਾ ਪੂਰਾ ਹੋ ਗਿਆ ਸੁੱਕੇ ਜੰਗਲ। ਇਹ ਪੂਰੇ ਦਾ ਪੂਰਾ ਮਾਰੂਥਲ ਡੈਜ਼ਰਟ ਹੋ ਗਿਆ। ਇਹ ਪੂਰੇ ਦਾ ਪੂਰਾ ਪਹਾੜੀ ਇਲਾਕਾ ਹੋ ਗਿਆ। ਇਹ ਪੂਰੇ ਦਾ ਪੂਰਾ ਸਮੁੰਦਰ ਹੋ ਗਿਆ। ਠੀਕ ਆ, ਇਹਨੂੰ ਆਪਾਂ ਕਹਿੰਦੇ ਆ ਬਾਇਓਮ। ਫਿਰ ਇਹੋ ਜਿਹੇ ਪੂਰੀ ਭਾਰਤ 'ਚ ਕਈ ਬਾਇਓਮ ਹੋਣਗੇ। ਫਿਰ ਉਹ ਜਿਹੜੇ ਬਾਇਓਮ ਮਿਲ ਕੇ ਅੱਗੇ ਕੀ ਬਣਦੇ ਆ? ਬਾਇਓਸਫੀਅਰ, ਜਿਹਨੂੰ ਆਪਾਂ ਕਹਿੰਦੇ ਆ ਜੀਵ ਮੰਡਲ। ਬਾਇਓਸਫੀਅਰ ਦਾ ਮਤਲਬ ਆ ਉਹ ਹਿੱਸਾ, ਪੂਰੀ ਸ੍ਰਿਸ਼ਟੀ ਦਾ ਉਹ ਹਿੱਸਾ ਜਿੱਥੇ ਹਵਾ, ਪਾਣੀ ਤੇ ਮਿੱਟੀ ਤਿੰਨਾਂ ਦਾ ਸੁਮੇਲ ਆ। ਹਵਾ ਦਾ ਮਤਲਬ ਐਟਮੋਸਫੀਅਰ, ਪਾਣੀ ਦਾ ਮਤਲਬ ਹਾਈਡਰੋਸਫੀਅਰ ਤੇ ਮਿੱਟੀ ਦਾ ਮਤਲਬ ਲਿਥੋਸ। ਮਿੱਟੀ ਨੂੰ ਲਿਥੋਸ ਕਹਿੰਦੇ ਆ, LITHOS, ਲਿਥੋਸ। ਮਿੱਟੀ ਦਾ ਮਤਲਬ ਲਿਥੋਸਫੀਅਰ। ਤਿੰਨੇ ਚੀਜ਼ਾਂ ਜਿੱਥੇ ਮਿਲਦੀਆਂ ਨੇ ਉਹਨੂੰ ਕਹਿੰਦੇ ਆਪਾਂ ਕੀ ਭਲਾ?
ਬਾਇਓਸਫੀਅਰ ਜੀਵ ਮੰਡਲ ਕਿ ਉੱਥੇ ਜੀਵ ਆ ਉੱਥੇ ਜੀ। ਤੇ ਮੈਂ ਤੁਹਾਨੂੰ ਅੱਗੇ ਜਾ ਕੇ ਪੜਾਉਂਗਾ ਕਿ ਯੂਨੈਸਕੋ ਨਾਮ ਦੀ ਇੱਕ ਸੰਸਥਾ ਹੈ, ਯੂਨੈਸਕੋ ਨਾਮ ਦੀ ਇੱਕ ਸੰਸਥਾ ਹੈ, ਉਹਨੇ 1973 ਦੇ ਵਿੱਚ ਇੱਕ ਪ੍ਰੋਗਰਾਮ ਚਲਾਇਆ ਸੀਗਾ। ਕਹਿੰਦੇ ਦੁਨੀਆ ਸਾਰੀ ਦੇ ਵਿੱਚ ਉਹ ਜੰਗਲ ਜਿੱਥੇ ਜਿਹੜੇ ਜੰਗਲਾਂ ਦੇ ਵਿੱਚ ਹਵਾ ਵੀ ਹੋਵੇ, ਉੱਥੇ ਅੰਦਰ ਝੀਲਾਂ ਵੀ ਹੋਣ, ਪਾਣੀ ਵੀ ਹੋਵੇ, ਮਿੱਟੀ ਤਾਂ ਹੁੰਦੀ ਆ, ਉਹਨਾਂ ਜੰਗਲਾਂ ਨੂੰ ਬਾਇਓਸਫੀਅਰ ਕਿਹਾ ਕਰੋ ਅੱਜ ਤੋਂ ਬਾਅਦ। ਜਦ ਕਿ ਬਾਇਓਸਫੀਅਰ ਕੋਈ ਬਹੁਤ, ਬਾਇਓਸਫੀਅਰ ਤਾਂ ਹਰ ਇੱਕ ਚੀਜ਼ ਹੀ ਬਾਇਓਸਫੀਅਰ ਦਾ ਪਾਰਟ ਆ। ਤਾਂ ਭਾਰਤ ਯੂਨੈਸਕੋ ਦੇ ਕਹਿਣ ਤੇ ਪੂਰੀ ਦੁਨੀਆ ਨੇ ਆਪਣੇ ਉਹਨਾਂ ਜੰਗਲਾਂ ਨੂੰ ਜਿੱਥੇ ਹਵਾ, ਪਾਣੀ, ਮਿੱਟੀ ਸਭ ਕੁਝ ਹੈਗਾ ਹੈ, ਉਹਨਾਂ ਚੀਜ਼ਾਂ ਨੂੰ ਬਾਇਓਸਫੀਅਰ ਡਿਕਲੇਅਰ ਕਰ ਰੱਖਿਆ ਹੈ। ਤਾਂ ਬਾਇਓਸਫੀਅਰ ਦੇ ਕਨਫਿਊਜ਼ਨ 'ਚ ਜਿਹੜੇ ਬਾਇਓਸਫੀਅਰ ਯੂਨੈਸਕੋ ਦੇ ਕਹਿਣ ਤੇ ਭਾਰਤ 'ਚ 18 ਡਿਕਲੇਅਰ ਹੋਏ ਆ ਨਾ, ਉਹ ਬਾਇਓਸਫੀਅਰ ਨੂੰ ਇਸ ਬਾਇਓਸਫੀਅਰ ਟਰਮ ਨਾਲ ਡਿਕਲੇਅਰ ਮਿਕਸ ਨਾ ਕਰ ਲਿਓ। ਉਹ ਬਾਇਓਸਫੀਅਰ ਰਿਜ਼ਰਵ ਨੇ, ਉਹਨੂੰ ਪੂਰੀ ਦੁਨੀਆ ਆਪੋ ਆਪਣੇ ਏਰੀਏ 'ਚ ਮੰਨਦੀ ਆ ਕਿ ਇਹ ਸਾਡੇ ਏਰੀਏ 'ਚ 18-19 ਬਾਇਓਸਫੀਅਰ ਨੇ, ਠੀਕ ਆ। ਸੋ ਬਾਇਓਸਫੀਅਰ ਰਿਜ਼ਰਵ ਇੱਕ ਬਾਇਓਸਫੀਅਰ ਇੱਕ ਬਹੁਤ ਵੱਡਾ ਸ਼ਬਦ ਆ। ਇਹਦਾ ਨਾਮ ਲੈ ਕੇ ਕੋਈ ਵੀ ਆਪਣਾ, ਹੁਣ ਮੰਨ ਲਓ ਮੈਂ ਆਪਣੇ ਘਰ 'ਚ ਕਹਿ ਸਕਦਾ ਕਿ ਮੈਂ ਇੱਕ ਘਰ ਦੇ ਵਿੱਚ ਮੇਰੇ ਕੋਲ 1 ਕਨਾਲ ਜਗ੍ਹਾ ਹੈ, ਉੱਥੇ ਛੋਟਾ ਜਿਹਾ ਜੰਗਲ ਵੀ, ਉਹਦੇ 'ਚ ਛੋਟੇ ਜਿਹੇ ਰੁੱਖ ਵੀ ਲੱਗੇ ਹੋਏ ਆ, ਨਾਲ ਮੈਂ ਤਲਾਬ ਵੀ ਬਣਾਇਆ ਹੋਇਆ ਨੈਚੁਰਲ, ਠੀਕ ਆ, ਹਵਾ ਪਾਣੀ ਵੀ ਆ। ਮੈਂ ਤੁਹਾਨੂੰ ਕਹਿ ਸਕਦਾ ਕਿ ਇਟ ਇਜ਼ ਮਾਈ ਬਾਇਓਸਫੀਅਰ, ਇਹ ਮੇਰਾ ਇੱਕ ਬਾਇਓਸਫੀਅਰ ਆ। ਤਾਂ ਮੈਂ ਕਿਸੇ ਚੀਜ਼ ਨੂੰ ਵੀ ਨਾਮ ਬਾਇਓਸਫੀਅਰ ਦੇ ਸਕਦਾ। ਭਾਰਤ ਦੇ ਵਿੱਚ 18 ਬਹੁਤ ਵੱਡੇ ਜੰਗਲ, ਜਿੱਥੇ ਸਾਰੀਆਂ ਚੀਜ਼ਾਂ, ਸਾਰੀਆਂ ਲੋੜਾਂ। ਪਤਾ ਬਾਇਓਸਫੀਅਰ ਕਿਉਂ ਕਿਹਾ ਯੂਨੈਸਕੋ ਨੇ? ਕਹਿੰਦੇ ਜੇ ਕੋਈ ਜਗ੍ਹਾ ਆਪਣੇ ਆਪ 'ਚ ਇੱਕ ਪੂਰਾ ਉੱਥੇ ਜੰਗਲ ਵੀ ਲੱਗਾ ਹੈ, ਪਹਾੜ ਵੀ ਆ, ਵਿੱਚ ਮਿੱਟੀ ਵੀ ਆ, ਪਾਣੀ ਵੀ ਆ, ਸਭ ਕੁਝ ਆ, ਤਾਂ ਫਿਰ ਉਹ ਆਪਣੇ ਆਪ 'ਚ ਇੱਕ ਬਾਇਓਸਫੀਅਰ ਹੀ ਆ, ਉਹ ਇੱਕ ਜੀਵ ਮੰਡਲ ਹੀ ਆਪਣੇ ਆਪ 'ਚ। ਤਾਂ ਇਹੋ ਜਿਹੇ ਜੰਗਲਾਂ ਨੂੰ ਤੁਸੀਂ ਬਾਇਓਸਫੀਅਰ ਰਿਜ਼ਰਵ ਕਰੋ। ਦੇਸ਼ਾਂ ਨੂੰ ਉਹਨੂੰ ਬਾਇਓਸਫੀਅਰ ਰਿਜ਼ਰਵ ਕਰਕੇ ਕੀ ਫਾਇਦਾ ਹੋਇਆ? ਜਦੋਂ ਤੁਸੀਂ ਆਪਣੇ ਕਿਸੇ ਏਰੀਏ ਨੂੰ ਬਾਇਓਸਫੀਅਰ ਰਿਜ਼ਰਵ ਡਿਕਲੇਅਰ ਕਰਤਾ ਤੇ ਉਸ ਜੰਗਲ 'ਚੋਂ ਕੱਲ੍ਹ ਨੂੰ ਕੋਈ ਰੁੱਖ ਕੱਟੂਗਾ, ਤੁਹਾਨੂੰ ਆਪ ਹੀ ਸ਼ਰਮ ਆਊਗੀ, ਤੁਸੀਂ ਉਹਨਾਂ ਨੂੰ ਬਚਾਉਣ ਦੀ ਵੀ ਕੋਸ਼ਿਸ਼ ਕਰੋਗੇ। ਇਸੇ ਕਰਕੇ ਉਹਨਾਂ ਨੂੰ ਬਾਇਓਸਫੀਅਰ ਦਾ ਨਾਮ ਦੇ ਕੇ ਬਚਾਇਆ ਜਾ ਰਿਹਾ ਹੈ। ਤੇ ਭਾਰਤ 'ਚ ਇਹੋ ਜਿਹੇ 18 ਜੰਗਲ ਆ ਜਿਹੜੇ ਬਾਇਓਸਫੀਅਰ ਰਿਜ਼ਰਵ ਡਿਕਲੇਅਰ ਹੋਏ ਆ। ਇਹ ਪੇਪਰਾਂ 'ਚ ਆਉਂਦੇ ਹੁੰਦੇ ਆ ਕਿ ਕਿਹੜੇ ਕਿਹੜੇ 18 ਬਾਇਓਸਫੀਅਰ ਰਿਜ਼ਰਵ ਨੇ, ਠੀਕ ਆ। 18 ਬਾਇਓਸਫੀਅਰ ਰਿਜ਼ਰਵ ਕਿਹੜੇ ਕਿਹੜੇ ਆ, ਮੈਂ ਅਗਲੇ ਲੈਕਚਰ 'ਚ ਅੱਗੇ ਜਾ ਕੇ ਇਨਵਾਇਰਨਮੈਂਟ ਦੇ ਉਹ ਲੈਕਚਰ, ਕਿਉਂਕਿ ਜਿਹੜੀ ਆਪਣੀਆਂ ਇਨਵਾਇਰਨਮੈਂਟ ਦੀ ਸ਼ੁਰੂ ਵਾਲੀ ਸੀਰੀਜ਼ ਚੱਲ ਰਹੀ ਹੈ ਨਾ, ਇਹ ਇਨਵਾਇਰਨਮੈਂਟ ਦਾ ਉਹ ਹਿੱਸਾ ਹੈ ਜਿਹੜਾ ਪ੍ਰੀਲਿਮਸ ਦੇ ਵਿੱਚ ਆਉਣਾ ਹੈ ਜਾਂ PPSC ਦੇ ਤੇ PSSB ਦੇ ਪੇਪਰਾਂ 'ਚ ਆਉਣਾ ਹੈ। ਕਿਉਂਕਿ ਤੁਸੀਂ ਅਕਸਰ ਦੇਖਦੇ ਹੋਵੋਗੇ ਕਿ ਇਸ ਵਾਰ PSSB ਨੇ ਆਪਣੇ ਪੇਪਰਾਂ 'ਚ ਕਹਿਤਾ ਇਨਵਾਇਰਨਮੈਂਟਲ ਇਸ਼ੂਜ਼, ਪਹਿਲੀ ਵਾਰ ਕਿਹਾ ਉਹਨਾਂ ਨੇ। PPSC ਦੇ ਪੇਪਰਾਂ 'ਚ ਤਾਂ ਇਨਵਾਇਰਨਮੈਂਟ ਦਾ ਰੋਲ ਹੀ ਬਹੁਤ ਜ਼ਿਆਦਾ ਹੈ, ਪਰ ਇਹ ਕੰਟੈਂਟ ਮੇਨਸ ਦੇ ਪੇਪਰ 'ਚ ਨਹੀਂ ਹੋਣਾ। ਮੈਂ ਕੱਲ੍ਹ ਦੇ ਲੈਕਚਰ 'ਚ ਇੱਕ ਬਹੁਤ ਸਾਫ਼ ਤੇ ਸਪਸ਼ਟ ਲਾਈਨ ਖਿੱਚੀ ਸੀ ਕਿ PPSC ਦੇ ਪੇਪਰ 'ਚ, PCS ਦੇ ਪੇਪਰ 'ਚ ਮੇਨਸ ਦੇ ਜਿਹੜੇ ਟੌਪਿਕ ਆ ਨਾ, ਉਹ ਥੋੜ੍ਹੇ ਜਿਹੇ ਅੱਡ ਹੁੰਦੇ ਆ। ਥੋੜ੍ਹੇ ਜਿਹੇ ਕਿਉਂ ਅੱਡ ਹੁੰਦੇ ਆ? ਉਹ ਕਰੰਟ ਅਫੇਅਰ ਨਾਲ ਰਿਲੇਟਡ ਹੁੰਦੇ ਆ, ਸਿੱਧੀ ਜੀ ਗੱਲ ਆ, ਠੀਕ ਆ। ਪਰ ਉਹਨਾਂ ਦਾ ਵੀ ਆਧਾਰ ਉਦੋਂ ਹੀ ਸਹੀ ਬਣਦਾ ਹੈ ਜੇ ਤੁਹਾਨੂੰ ਇਹ ਸਾਰੇ ਸ਼ਬਦਾਂ ਦੀ ਪਤਾ ਹੋਊਗਾ। ਕਿਉਂਕਿ ਕਈ ਵਾਰੀ ਤੁਸੀਂ ਦੇਖਿਆ ਹੋਣਾ, ਤੁਸੀਂ ਮੇਨਸ ਦੇ ਆਨਸਰ ਲਿਖਦੇ ਹੋ, ਮੈਂ ਤੁਹਾਨੂੰ ਕਹਿਣਾ ਹੁੰਦਾ ਕਿ ਠੀਕ ਆ, ਤੁਹਾਡੀ ਆਨਸਰ ਰਾਈਟਿੰਗ ਦੀ ਪ੍ਰੈਕਟਿਸ ਬਹੁਤ ਸੋਹਣੀ ਆ, ਪਰ ਹਾਂ ਕੁਝ ਸ਼ਬਦਾਂ ਦੀ ਕਮੀ ਆ ਤੁਹਾਡੇ ਕੋਲ। ਤੁਹਾਡੀ ਉਹ ਸ਼ਬਦਾਂ ਦੀ ਕਮੀ ਕਿੱਥੋਂ ਪੂਰੀ ਹੋਊਗੀ? ਉਹ ਸ਼ਬਦਾਂ ਦੀ ਕਮੀ ਪੂਰੀ ਹੋਊਗੀ ਇੱਥੋਂ। ਈਕੋਸਿਸਟਮ ਸ਼ਬਦ ਚੱਕਿਆ, ਬਾਇਓਸਫੀਅਰ ਸ਼ਬਦ ਚੱਕਿਆ, ਕਿੰਨੀਆਂ ਵਧੀਆ ਵਧੀਆ ਐਗਜ਼ਾਮਪਲਾਂ ਚੱਕੋਗੇ ਤਾਂ ਯਾਦ ਰੱਖਿਓ ਪ੍ਰੀ ਦੇ ਲੈਕਚਰ ਇਕੱਲੇ ਪ੍ਰੀ 'ਚ ਨਹੀਂ ਕੰਮ ਆਉਣਗੇ, ਉਹਨਾਂ ਦੀ ਉਹ ਵੋਕੈਬਲਰੀ ਮੇਨਸ 'ਚ ਕੰਮ ਆਉਣੀ ਹੈ। ਜਦੋਂ ਮੈਂ ਤੁਹਾਨੂੰ ਕਹਿੰਦਾ ਹੁੰਦਾ ਕਿ ਆਹ ਸ਼ਬਦ ਤੁਹਾਡਾ ਸਹੀ ਨਹੀਂਗਾ, ਇਹਨੂੰ ਕੱਟ ਕੇ ਮੈਂ ਸ਼ਬਦ ਵਰਡ ਚੇਂਜ ਕਰਦਾ, ਉਸ ਵਰਡ ਦੇ ਚੇਂਜ ਕਰਨ ਦਾ ਮਤਲਬ ਹੀ ਇਹ ਆ ਕਿ ਮੇਨਸ, ਮੈਂ ਨਹੀਂ ਕਹਿੰਦਾ ਬਹੁਤ ਹਾਈ ਫਾਈ ਲਿਖੋ ਮੇਨਸ ਦਾ ਆਨਸਰ, ਮੈਂ ਹਮੇਸ਼ਾ ਕਹਿੰਦਾ ਕਿ ਮੇਨਸ ਦਾ ਆਨਸਰ ਬਹੁਤ ਸਿੰਪਲ ਹੋਵੇ, ਪਰ ਹਾਂ ਉਸ ਵੋਕੈਬਲਰੀ ਨਾਲ ਹੋਵੇ ਜਿਹੜੀ ਵੋਕੈਬਲਰੀ ਆਨਸਰ ਰਾਈਟਿੰਗ 'ਚ ਵਰਤੀ ਜਾਂਦੀ ਆ। ਜਮਾ ਹੀ ਲੇਮੈਨ ਆਨਸਰ ਨਹੀਂ ਹੋਣਾ ਚਾਹੀਦਾ। ਸਿੰਪਲ ਆਨਸਰ, ਲੇਮੈਨ ਆਨਸਰ ਤੇ ਹਾਈ ਫਾਈ ਆਨਸਰ 'ਚ ਫਰਕ ਆ। ਨਾ ਮੈਨੂੰ ਆਨਸਰ ਹਾਈ ਫਾਈ ਚਾਹੀਦਾ ਹੈ ਤੇ ਨਾ ਹੀ ਮੈਨੂੰ ਆਨਸਰ ਲੇਮੈਨ ਚਾਹੀਦਾ ਹੈ। ਇੱਕ ਸਿੰਪਲ, ਸਾਫ਼, ਕੁਆਲਿਟੀ ਆਨਸਰ ਚਾਹੀਦਾ ਹੈ। ਤਾਂ ਉਹਦੇ ਵਾਸਤੇ ਇਹਨਾਂ ਸ਼ਬਦਾਂ ਨਾਲ ਜਾਣ ਪਹਿਚਾਣ ਹੋਣੀ ਬਹੁਤ ਜ਼ਰੂਰੀ ਹੈ, ਠੀਕ ਆ। ਸੋ ਆ ਗਏ ਜੀ ਆਪਣੇ ਕੋਲ। ਹੁਣ ਮੈਂ ਦੱਸਦਾ, ਕਹਿੰਦੇ ਜੀ ਈਕੋਸਿਸਟਮ ਕਿੰਨੇ ਟਾਈਪ ਦਾ ਹੋ ਸਕਦਾ ਹੈ। ਹੁਣ ਇਹਦੇ ਤੇ ਵਿਸ਼ੇਸ਼ ਗੱਲ ਕਰਦੇ ਆ ਕਿ ਈਕੋਸਿਸਟਮ ਕਿੰਨੇ ਟਾਈਪ ਦਾ ਹੋ ਸਕਦਾ ਹੈ, ਠੀਕ ਆ। ਤਾਂ ਮੈਂ ਹੁਣ ਤੁਹਾਨੂੰ ਇਹਦੇ ਤੇ ਪੂਰੀ ਡਿਟੇਲ 'ਚ ਦੱਸੂਗਾ ਕਿ ਈਕੋਸਿਸਟਮ ਬੇਸਿਕਲੀ, ਈਕੋਸਿਸਟਮ ਠੀਕ ਆ 2 ਟਾਈਪ ਦਾ ਹੁੰਦਾ ਹੈ। ਇੱਕ ਈਕੋਸਿਸਟਮ ਉਹ ਜਿਹੜਾ ਮਨੁੱਖ ਬਣਾਉਂਦਾ ਹੈ, ਉਹਨੂੰ ਕਹਿੰਦੇ ਆ ਆਰਟੀਫੀਸ਼ੀਅਲ ਈਕੋਸਿਸਟਮ। ਇੱਕ ਈਕੋਸਿਸਟਮ ਉਹ ਜਿਹੜਾ ਕੁਦਰਤ ਨੇ ਸਾਨੂੰ ਬਣਾ ਕੇ ਦਿੱਤਾ ਹੈ, ਉਹਨੂੰ ਕਹਿੰਦੇ ਆ ਨੈਚੁਰਲ ਈਕੋਸਿਸਟਮ। ਤੁਸੀਂ ਕਹੋਗੇ ਇੱਕ ਆਰਟੀਫੀਸ਼ੀਅਲ ਈਕੋਸਿਸਟਮ ਦੱਸ ਦਿਓ ਕਿਹੜਾ ਹੁੰਦਾ ਹੈ। ਕੱਲ੍ਹ ਦੇ ਲੈਕਚਰ ਨੂੰ ਦੁਬਾਰਾ ਸੁਣਿਓ, ਠੀਕ ਆ, ਕੱਲ੍ਹ ਦੇ ਲੈਕਚਰ ਨੂੰ ਸੁਣਿਓ। ਆਰਟੀਫੀਸ਼ੀਅਲ ਈਕੋਸਿਸਟਮ ਕੀ ਹੁੰਦਾ ਹੈ? ਇੱਕ ਬੋਤਲ ਦੇ ਵਿੱਚ ਮੱਛੀ ਵਾਸਤੇ ਭੋਜਨ ਦੇਈ ਜਾਓ, ਵਿੱਚ ਛੋਟੀ ਜਿਹੀ ਮੱਛੀ ਪਾਲ ਦਿਓ, ਆਪਣੇ ਆਪ 'ਚ ਇੱਕ ਆਰਟੀਫੀਸ਼ੀਅਲ ਈਕੋਸਿਸਟਮ ਆ। ਇੱਕ ਰਾਈਸ ਪੈਡੀ ਦਾ ਫੀਲਡ ਆ, ਜਿਹਨੂੰ ਆਪਾਂ ਝੋਨੇ ਦਾ ਖੇਤ ਕਹਿ ਦਿੰਦੇ ਆ। ਝੋਨੇ ਦੇ ਖੇਤ ਦੇ ਵਿੱਚ ਕੁਝ ਵੀ ਉੱਗ ਰਿਹਾ ਹੈ, ਆਪਣੇ ਆਪ 'ਚ ਉਹ ਈਕੋਸਿਸਟਮ ਦੀ ਐਗਜ਼ਾਮਪਲ ਆ।
ठीक है। छोटा जिहा तुसी एक्वेरियम बनाया, अपने आप चो इकोसिस्टम की एग्जाम्पल आ, ठीक है। तुसी एक छोटा जिहा अपने घर च कुछ बना लिया, ठीक है, किसी दे रहन, वो अपने आप च एक इकोसिस्टम की एग्जाम्पल आ। पर कुदरती इकोसिस्टम दो टाइप के हो सकते हैं। कुदरती इकोसिस्टम सिर्फ दो टाइप के हो सकते हैं, एक धरातल मतलब टैरेस्ट्रीयल जो धरती ते इकोसिस्टम ने, ते एक की ने भला एक्वैटिक जो जल ਉਹਦੇ ਨਾਲ जल ਨਾਲ संबंधित इकोसिस्टम ने, पानी विचले इकोसिस्टम, ਜਾਂ ਧਰਤੀ ਤੇ इकोसिस्टम ਹੁੰਦਾ ਹੈ ਜਾਂ ਪਾਣੀ 'ਚ। पानी वाला इकोसिस्टम भी दो तरीके का है, एक समुद्री पानी एक ताज़ा पानी। इस समुद्री पानी ते ताज़े पानी का की चक्कर आ? समुद्री पानी मतलब ओशियनस वाला इकोसिस्टम, ताज़ा पानी साडे दरियावां ते झीलां वाला इकोसिस्टम। वो इकोसिस्टम जिहड़ा समुंदर तो अड्ड आ। साडी धरती दे उपर भी जिहड़ा इकोसिस्टम आ, कि साडी धरती दे उपर समुंदर नूं छड्ड दो, कि साडी धरती दे उपर पानी हैगा? दो रूप च। किहड़े किहड़े च? जिहड़ा उपर सतह ते दिसदा है पानी, साडी धरती ते दो रूप च पानी आ, एक झीलां दे रूप च, झीलां लै लो ते ग्लेशियर्स ला लो, ते एक दूजा किहदे रूप च? नदियां दे रूप च। तो जिहड़ा झीलां नदियां वाला इकोसिस्टम आ, वो फ्रैश वाटर इकोसिस्टम आ। जिहड़ा समुंदर वाला इकोसिस्टम आ, वो मरीन इकोसिस्टम आ। दोवां नूं जोड़ दईए तां इह पानी वाला इकोसिस्टम आ। पानी वाला इकोसिस्टम दो तरीके दा है, समुंदरी ते धरती उपरला पानी। धरती दे सतह ते पानी है जिहड़ा, उहनूं आपां फ्रैश वाटर भी कह दिंदे आ। जे मैं गल कवां धरती वाला इकोसिस्टम, पानी तो बिना वाला, पानी तो बिना वाला उन्होंने आप कह दें धरातल वाला इकोसिस्टम। जिहड़ा धरातल वाला है उहदे च दो तीन कैटेगरियां ने, एक जंगल वो भी अपने आप च एक इकोसिस्टम, एक मारूथल अपने आप च एक इकोसिस्टम। वो चीज़ जिहड़ी जंगल भी ना होवे ते वो भी ना होवे, रेगिस्तान भी ना होवे, उन्होंने इंग्लिश च कह दिंदे आ ग्रासलैंड, ते पंजाबी च की कह दिंदे आ घाह दे मैदान। ते माउंटेन्स पहाड़, ये अपने आप च मोटे मोटे टाइप के चार इकोसिस्टम धरती ते मिलते हैं, तो दो एक टाइप के इकोसिस्टम कित्थे मिलते हैं? पानी च मिलते हैं। सो ये आ गए अपने को इकोसिस्टम्स की की भला क्लासीफिकेशन। इकोसिस्टम किहड़े किहड़े हिस्सियां च वंडिया होया है, इनू कहंदे आ क्लासीफिकेशन। एक मनुख अपने आले दुआले किहड़ी किहड़ी चीज़ ते निर्भर करता है, उन्होंने कहंदे आ इकोसिस्टम के कंपोनेंट्स, कारक। किते ये ना होवे क्लासीफिकेशन च कंपोनेंट लिखा हो तो कंपोनेंट दे विच की लिखा हो? क्लासीफिकेशन। सो ये इकोसिस्टम की क्लासीफिकेशन आ कि इकोसिस्टम किहदे किहदे च वंडे होए आ। जिहड़े पहलां पढ़ाया मैं वो की आ, इकोसिस्टम किहदे किहदे ते निर्भर करता है। एक मनुख जिहड़ा एक जगह ते रह रहा है, वो किहदे किहदे ते निर्भर करता है, वो आ जी कंपोनेंट्स ऑफ इकोसिस्टम। सो कंपोनेंट ऑफ इकोसिस्टम ते क्लासीफिकेशन ऑफ इकोसिस्टम च आ बड़ा फर्क है जी, ठीक है। हुण आ चीज़ अपने कोल आ गई, तो हुण आपां इसे इकोसिस्टम नूं चंगी तरह समझण की कोशिश करनी आ जिहड़े इकोसिस्टम ने ना, कि इक्वैटिक इकोसिस्टम ते टैरेस्ट्रीयल इकोसिस्टम, इन्हां नूं पढ़न च बहुत ज़्यादा टाइम लगना है। तुहानूं पता कल्ले कल्ले इकोसिस्टम नूं पढ़न च एक एक लैक्चर आ। एक एग्जाम्पल दिना मैं तुहानूं, आ जिहड़ा साडा फॉरेस्ट ने ना, फॉरेस्ट इकोसिस्टम आ, इहदे विच भी अगे कई प्रकार के जंगल आ जाणगे। उन्हां जंगलां ते ही इन्ना टाइम लग जाना कि फलाना टूंडरा जंगल आ, ये टाइगा वाले जंगल आ, ये ट्रॉपिकल जंगल आ, फिर वो पंजाबी च की आ, सब कुछ। ਇਹਦਾ मतलब इन्हां इकोसिस्टम्स बारे आपां एंड च पढ़ांगे। कित्थे पढ़ांगे? जदों आपां एक चैप्टर पढ़ांगे, चैप्टर का नाम, दो चैप्टर पढ़ांगे। एक चैप्टर का नाम आ इक्वैटिक इकोसिस्टम, पानी वाला इकोसिस्टम, एक का नाम आ टैरेस्ट्रीयल इकोसिस्टम। तो भुल जो कि आपां इस इकोसिस्टम नूं इत्थे ही पढ़ सकते हैं। सो सब तो पहली गल मैं ये आ समझ आ गया सारिਆਂ ਨੂੰ ਆਪਾਂ ਨੂੰ, ठीक है। हाँ, ये इकोसिस्टम जिहड़ा है ये सानूं दिंदा की है, इस इकोसिस्टम तो सानूं मिलदा की है? साडे आले दुआले तो सानूं की मिलदा है? साफ पता लगदा साडे रहण वास्ते घर भी साडे इकोसिस्टम च मिलिया, सानूं भोजन भी इकोसिस्टम तो मिलिया। आ वो सारियां सर्विसिज ने। मैनूं एक गल दसोगे, मेरे नेड़े तेड़े मिट्टी आ, मेरे नेड़े मिट्टी आ, समुंदर का पानी आया, समुंदर का पानी उस मिट्टी ते पिया, मिट्टी चों हुंदा 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 फिल्टर हुंदा हुंदा कई सालों बाद धरती ते थल्ले गया, उत्थों वो पानी मैं एक्सट्रैक्ट करके पी लिया, ठीक है। सोच के देखो, आपां अपने पिंडां च खेतां च बोर करवा लैंदे आ कि अपने खेत च ज़्यादा पानी आ, इनू बोर करवा के ना डाउन ਉਹਦੀ बोरवैल बनवा के ਉਹਦੇ 'ਚ ਸਿੱਧਾ ਪਾਣੀ ਧਰਤੀ ਦੇ ਥੱਲੇ ਸਿੱਟ ਦੋ ਤਾਂ ਕਿ ਆਪਣੇ ਜਿਹੜਾ ਖੇਤ 'ਚ ਜ਼ਿਆਦਾ ਪਾਣੀ ਆ ਉਹ ਧਰਤੀ ਦੇ ਥੱਲੇ ਚਲੇ ਜੇ। ਜਿਹੜੇ ਪਾਣੀ ਨੇ ਫਿਲਟਰ ਹੋ ਕੇ ਥੱਲੇ ਜਾਣਾ ਸੀਗਾ, ਇੰਨਾ ਜ਼ਿਆਦਾ ਜ਼ਹਿਰੀਲਾ ਪਾਣੀ ਆ, ਉਹ ਸਿੱਧਾ ਅਸੀਂ 600 ਫੁੱਟ ਤੇ ਥੱਲੇ ਸਿੱਟਤਾ। ਅਸੀਂ ਸਿੱਧਾ ਉਹ ਪਾਣੀ ਜਿਹੜਾ 600 ਫੁੱਟ ਤੇ ਥੱਲੇ ਸਿੱਟਤਾ। ਕੈਨ ਯੂ ਇਮੈਜਿਨ ਕਿ ਅਸੀਂ ਕਿੰਨੀ ਜ਼ਹਿਰ ਘੋਲਤੀ ਪਾਣੀ ਨੂੰ। ਅਦਰਵਾਈਜ਼ ਧਰਤੀ ਜਦੋਂ ਤੇ ਜਦੋਂ ਪਾਣੀ ਡੁੱਲਦਾ ਹੈ ਨਾ,
ਤੇ ਉਹ ਧਰਤੀ ਦੇ ਪੋਰਸ ਦੇ ਵਿੱਚੋਂ ਦੀ ਫਿਲਟਰ ਹੋ ਕੇ ਥੱਲੇ ਜਾਂਦਾ ਹੈ, ਤਾਂ ਧਰਤੀ ਸਾਡੇ ਵਾਸਤੇ, ਸਾਡਾ ਈਕੋਸਿਸਟਮ ਸਾਡੇ ਵਾਸਤੇ ਹਵਾ ਪਾਣੀ ਨੂੰ ਸਾਫ਼ ਵੀ ਕਰਦਾ ਹੈ। ਤੇ ਜਿਹੜੀਆਂ ਆਪਣੀਆਂ ਵਾਧੂ ਦੀਆਂ ਚੀਜ਼ਾਂ ਨਿਰਜੀਵ ਚੀਜ਼ਾਂ ਮਰ ਜਾਂਦੀਆਂ ਕੋਈ ਚੀਜ਼ਾਂ, ਉਹਨਾਂ ਨੂੰ ਡੀਕੰਪੋਜ਼, ਉਹਨਾਂ ਦੇ ਵਿਘਟਨ ਦਾ ਕਾਰਨ ਵੀ ਇਹੀ ਬਣਦਾ ਹੈ, ਉਹਨਾਂ ਦੇ ਟੁੱਟਣ ਦਾ ਕਾਰਨ, ਕਿਉਂਕਿ ਇਹ ਈਕੋਸਿਸਟਮ ਹੀ ਤਾਂ ਹੈਗਾ ਏ ਜਿੰਨੇ ਸਾਡੇ ਇਸ ਆਲੇ ਦੁਆਲੇ ਦੇ ਵਿੱਚ ਇਹੋ ਜਿਹੇ ਜੀਵ ਜੰਤੂ ਪੈਦਾ ਕੀਤੇ ਆ ਜਿਹੜੇ ਮਰੀਆਂ ਹੋਈਆਂ ਚੀਜ਼ਾਂ ਨੂੰ ਖਾ ਲੈਂਦੇ ਆ। ਅਗਲੀ ਗੱਲ ਸੁਣੋ, ਧਰਤੀ ਦੇ ਜਲਵਾਯੂ ਦਾ ਜਿਹੜਾ ਬੈਲੈਂਸ ਆ, ਧਰਤੀ ਦੇ ਕਲਾਈਮੇਟ ਦਾ ਬੈਲੈਂਸ ਵੀ ਤਾਂ ਇਹਨਾਂ ਕਰਕੇ ਹੀ ਆ। ਸਾਡਾ ਕਲਾਈਮੇਟ ਕਿੰਨਾ ਖਰਾਬ ਹੋ ਜੇ ਜਾਂ ਸਾਡਾ ਕਲਾਈਮੇਟ ਕਿੰਨਾ ਚੇਂਜ ਹੋ ਜਾਂਦਾ ਹੈ ਜਦੋਂ ਅਸੀਂ ਇਸ ਈਕੋਸਿਸਟਮ ਨਾਲ ਇਹ ਖਿਲਵਾੜ ਕਰਦੇ ਹਾਂ। ਜਦੋਂ ਅਸੀਂ ਆਪਣੇ ਈਕੋਸਿਸਟਮ ਨਾਲ ਖਿਲਵਾੜ ਕਰਦੇ ਹਾਂ, ਹੋਰ ਛੱਡੋ, ਅਸੀਂ ਆਪਣੇ ਈਕੋਸਿਸਟਮ ਦੇ ਵਿੱਚ ਗ੍ਰੀਨ ਹਾਊਸ ਗੈਸਿਸ ਹੀ ਵਧਾ ਦਈਏ, ਤਾਂ ਗ੍ਰੀਨ ਹਾਊਸ ਗੈਸਿਸ ਦੇ ਵਧਣ ਨਾਲ ਕੀ ਹੋਊਗਾ? ਹੀਟ ਵਧੂਗੀ, ਗਲੇਸ਼ੀਅਰਸ ਪਿਘਲ ਜਾਣਗੇ, ਤੇ ਗਲੇਸ਼ੀਅਰਸ ਦੇ ਪਿਘਲਣ ਕਰਕੇ ਸਾਡਾ ਪਾਣੀ ਦਾ ਸਮੁੰਦਰਾਂ ਦੇ ਵਿੱਚ ਵਾਟਰ ਲੈਵਲ ਰਾਈਜ਼ ਕਰੂਗਾ ਕਿ ਡਾਊਨ ਜਾਊਗਾ? ਉੱਚਾ ਉੱਠੂਗਾ, ਤਾਂ ਸਮੁੰਦਰ ਕਿੰਨੇ ਡੁੱਬ ਜਾਣਗੇ। ਇਟ ਮੀਨਸ ਇਹੀ ਸਾਨੂੰ ਪੂਰੀ ਦੀ ਪੂਰੀ ਅਰਥ ਦੇ ਕਲਾਈਮੇਟ ਨੂੰ ਕੰਟਰੋਲ ਕਰਨ 'ਚ ਰੋਲ ਅਦਾ ਕਰਦਾ ਹੈ। ਇਹੀ ਸਾਨੂੰ ਫਲੱਡ, ਸੋਕੇ ਤੇ ਹੋਰ ਐਕਸਟ੍ਰੀਮ ਸਿਚੁਏਸ਼ਨਸ ਤੋਂ ਬਚਾਉਂਦਾ ਹੈ। ਈਕੋਸਿਸਟਮ ਦੀਆਂ ਬਹੁਤ ਸਾਰੀਆਂ ਜ਼ਰੂਰਤਾਂ, ਈਕੋਸਿਸਟਮ ਸਾਡੀਆਂ ਬਹੁਤ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੈ। ਆਹ ਗੱਲ ਸਮਝ ਆ ਗਈ ਇਹ ਚੀਜ਼? ਸੋ ਮੈਂ ਹੁਣ ਤੱਕ ਤੁਹਾਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਾ ਚੁੱਕਿਆ ਕਿ ਵਾਟ ਇਜ਼ ਈਕੋਸਿਸਟਮ, ਈਕੋਸਿਸਟਮ ਕੀ ਹੈ। ਠੀਕ ਆ, ਜੇ ਮੈਂ ਆਪਣੇ ਕੱਲ੍ਹ ਦੇ ਲੈਕਚਰ ਤੇ ਅੱਜ ਦੇ ਲੈਕਚਰ ਦੇ ਵਿੱਚ ਫਰਕ ਦੱਸਾਂ, ਕੱਲ੍ਹ ਮੈਂ ਤੁਹਾਨੂੰ ਸਮਝਾਇਆ ਸੀਗਾ, ਸਭ ਤੋਂ ਪਹਿਲਾਂ ਸਮਝਾਇਆ ਸੀ ਕਿ ਵਟ ਇਜ਼ ਇਨਵਾਇਰਮੈਂਟ, ਵਟ ਇਜ਼ ਇਕੋਲੋਜੀ, ਵਟ ਇਜ਼ ਈਕੋਸਿਸਟਮ। ਫਿਰ ਮੈਂ ਸਮਝਾਇਆ ਸੀ ਕਿ ਜਦੋਂ ਅਸੀਂ ਇੱਕ ਇਕੋਲੋਜੀ ਪੜ੍ਹਨੀ ਆ, ਇਨਵਾਇਰਮੈਂਟ ਦੀ ਸਟੱਡੀ ਕਰਨੀ ਆ ਜਾਂ ਈਕੋਸਿਸਟਮ ਦੀ ਸਟੱਡੀ ਕਰਨੀ ਆ, ਸਭ ਤੋਂ ਪਹਿਲਾਂ ਆਪਾਂ ਕਿਹੜੇ ਲੈਵਲ ਤੇ ਕਰਾਂਗੇ? ਇੰਡੀਵਿਜੂਅਲ। ਫਿਰ ਉਸ ਤੋਂ ਬਾਅਦ ਇੰਡੀਵਿਜੂਅਲ ਮਤਲਬ ਇੱਕ ਇਕੱਲੇ ਦੇ ਲੈਵਲ ਤੇ, ਫਿਰ ਉਸ ਤੋਂ ਬਾਅਦ ਪੋਪੂਲੇਸ਼ਨ, ਆਬਾਦੀ ਦੇ ਲੈਵਲ ਤੇ, ਫਿਰ ਉਹ ਪੋਪੂਲੇਸ਼ਨ ਕਿਸ ਸਮੁਦਾਇ 'ਚ ਰਹਿ ਰਹੀ ਹੈ, ਕਮਿਊਨਿਟੀ ਦੇ ਲੈਵਲ ਤੇ, ਫਿਰ ਉਸ ਤੋਂ ਬਾਅਦ ਇੱਕ ਛੋਟੀ ਜਿਹੀ ਕਮਿਊਨਿਟੀ, ਇੱਕ ਛੋਟਾ ਜਿਹਾ ਛੱਪੜ ਇੱਕ ਬਹੁਤ ਵੱਡੇ ਜੰਗਲ 'ਚ, ਤੇ ਜੰਗਲਾਂ ਨੂੰ ਆਪਾਂ ਬਾਇਓਮ ਕਿਹਾ ਸੀ। ਕੀ ਕਿਹਾ ਸੀਗਾ? ਬਾਇਓਮਸ। ਤੇ ਫਿਰ ਇਹ ਬਾਇਓਮ ਕਿਹਦਾ ਹਿੱਸਾ ਨੇ? ਬਾਇਓਸਫੀਅਰ ਦਾ। ਜਿਹੜੇ ਆਪਣੇ ਨੋਟਸ ਆ ਉਹਨਾਂ 'ਚ ਵਿੱਚ ਕਮਿਊਨਿਟੀ ਦੇ ਬਾਇਓਮ ਦੇ ਵਿੱਚ ਈਕੋਸਿਸਟਮ ਨੂੰ ਵੀ ਰੱਖਿਆ ਹੋਇਆ ਹੈ, ਪਰ ਮੈਂ ਉਹ ਕਢਵਾਤਾ ਸੀਗਾ ਕਿ ਈਕੋਸਿਸਟਮ ਨੂੰ ਇਸ ਕਰਨੋਲੋਜੀ 'ਚੋਂ ਬਾਹਰ ਪੜ੍ਹੋ। ਈਕੋਸਿਸਟਮ ਇਸ ਕਰਨੋਲੋਜੀ ਦਾ ਹਿੱਸਾ ਨਾ ਮੰਨ ਕੇ ਚੱਲਿਓ। ਈਕੋਸਿਸਟਮ ਆਪਣੇ ਆਪ 'ਚ ਇੱਕ ਵੱਖਰੀ ਚੀਜ਼ ਆ। ਈਕੋਸਿਸਟਮ ਨੂੰ ਪੜ੍ਹਨ ਵਾਸਤੇ ਦੇਖੋ, ਈਕੋਸਿਸਟਮ ਨੂੰ ਪੜ੍ਹਨ ਵਾਸਤੇ ਆਪਾਂ ਨੂੰ ਕਿੰਨਾ ਕੁਝ ਪੜ੍ਹਨਾ ਪਿਆ। ਈਕੋਸਿਸਟਮ ਦੇ ਕਿਹੜੇ ਕਿਹੜੇ ਕੰਪੋਨੈਂਟ ਆ, ਈਕੋਸਿਸਟਮ ਦੀ ਕਲਾਸੀਫਿਕੇਸ਼ਨ ਕੀ ਆ। ਈਵਨ ਕਿ ਕਲਾਸੀਫਿਕੇਸ਼ਨ 'ਚ ਤਾਂ ਮੈਂ ਇਹ ਵੀ ਕਹਿਤਾ ਕਿ ਈਕੋਸਿਸਟਮ ਦੀ ਜਿਹੜੀ ਕਲਾਸੀਫਿਕੇਸ਼ਨ ਆ ਨਾ, ਹੁਣ ਤੁਸੀਂ ਕਹੋਗੇ ਕਿ ਮੈਂ ਈਕੋਸਿਸਟਮ ਨੂੰ ਬਾਹਰ ਕਿਉਂ ਕਢਵਾਤਾ? ਅਸਲ 'ਚ ਈਕੋਸਿਸਟਮ ਤੇ ਬਾਇਓਮ ਆਲਮੋਸਟ ਇੱਕੋ ਹੀ ਗੱਲ ਹੁੰਦੀ ਹੈ। ਈਕੋਸਿਸਟਮ ਜਿਹੜਾ ਹੈ ਨਾ, ਉਹ ਵੀ ਅੱਗੇ ਕੀ ਆ ਭਲਾ, ਵੱਡੇ ਵੱਡੇ ਜੰਗਲਾਂ ਦੀ ਕਲਾਸੀਫਿਕੇਸ਼ਨ ਹੀ ਈਕੋਸਿਸਟਮ ਆ। ਕੀ ਆ? ਜੰਗਲ ਆ, ਫਲਾਣਾ ਹੈ, ਢਮਕਾਣਾ ਹੈ, ਉਹੀ ਆਲਮੋਸਟ ਬਾਇਓਮ ਹੁੰਦੇ ਆ। ਕੋਈ ਫਰਕ ਨਹੀਂ ਹੁੰਦਾ ਇਹਨਾਂ 'ਚ। ਇਸ ਕਰਕੇ ਈਕੋਸਿਸਟਮ ਨੂੰ ਵੀ ਵਿੱਚ ਰੱਖੀ ਜਾਓਗੇ ਇਸ ਲਾਈਨ 'ਚ, ਇਸ ਹਾਇਰਾਰਕੀ 'ਚ, ਤੁਸੀਂ ਆਪ ਹੀ ਕਨਫਿਊਜ਼ ਹੋ ਜਾਓਗੇ। ਈਕੋਸਿਸਟਮ ਨੂੰ ਬਾਹਰ ਹੀ ਕੱਢ ਦਿਓ। ਈਕੋਸਿਸਟਮ ਆਪਣੇ ਆਪ 'ਚ ਇੱਕ ਵੱਖਰੀ ਡੈਫੀਨੇਸ਼ਨ ਆ। ਈਕੋਸਿਸਟਮ ਤਾਂ ਯਾਦ ਰੱਖਿਓ ਦੋ ਟਾਈਪ ਦਾ ਹੁੰਦਾ ਬਸ ਕਲਾਸੀਫਿਕੇਸ਼ਨ 'ਚ, ਇੱਕ ਮੈਨ ਮੇਡ ਤੇ ਇੱਕ ਕਿਹੜਾ ਭਲਾ? ਨੈਚੁਰਲ। ਨੈਚੁਰਲ ਦੋ ਤਰੀਕੇ ਦਾ ਹੁੰਦਾ, ਇੱਕ ਇਕਵੈਟਿਕ, ਇੱਕ ਕਿਹੜਾ? ਟੈਰੈਸਟਰੀਅਲ, ਧਰਾਤਲ, ਧਰਤੀ ਦੇ ਇਕੋਸਿਸਟਮ ਆ। ਧਰਤੀ ਦੇ ਕੀ ਹੋ ਸਕਦਾ ਹੈ? ਜੰਗਲ ਹੋ ਸਕਦੇ ਆ, ਰੇਗਿਸਤਾਨ ਹੋ ਸਕਦੇ ਆ, ਤੇ ਪਹਾੜ ਹੋ ਸਕਦੇ ਆ। ਆਹੀ ਹੈ, ਠੀਕ ਆ, ਜੰਗਲ, ਰੇਗਿਸਤਾਨ, ਪਹਾੜ। ਤੇ ਹਾਂ, ਇਕਵੈਟਿਕ ਪਾਣੀ ਵਾਲਾ ਕਿਹੜਾ ਹੋ ਸਕਦਾ? ਸਮੁੰਦਰੀ ਪਾਣੀ, ਮੈਰਾਈਨ, ਤੇ ਫਰੈਸ਼ ਵਾਟਰ, ਧਰਤੀ ਦੇ ਉੱਪਰ ਝੀਲਾਂ ਤੇ ਆਪਣਾ ਝੀਲਾਂ ਪਲੱਸ ਨਦੀਆਂ। ਕਿਉਂਕਿ ਝੀਲਾਂ ਤੇ ਨਦੀਆਂ 'ਚ ਕੀ ਫਰਕ ਆ? ਝੀਲਾਂ ਦਾ ਪਾਣੀ ਖੜਿਆ ਹੋਇਆ ਹੈ ਤੇ ਨਦੀਆਂ ਦਾ ਪਾਣੀ ਚੱਲ ਰਿਹਾ ਹੈ, ਤਾਂ ਇਹ ਵੀ ਅੱਗੇ ਫਰਕ ਪਾਊਗਾ। ਫਰੈਸ਼ ਵਾਟਰ ਵੀ ਅੱਗੇ ਦੋ ਤਰੀਕੇ ਦਾ ਹੈ, ਖੜਿਆ ਹੋਇਆ ਪਾਣੀ ਮਤਲਬ ਝੀਲਾਂ ਵਾਲਾ ਇਕੋਸਿਸਟਮ, ਤੇ ਚੱਲਦਾ ਹੋਇਆ ਪਾਣੀ ਮਤਲਬ ਕਿ ਨਦੀਆਂ ਵਾਲਾ ਇਕੋਸਿਸਟਮ। ਪਰ ਸਮੁੰਦਰੀ ਇਕੋਸਿਸਟਮ ਤਾਂ ਸਮੁੰਦਰੀ ਆ, ਇੱਕੋ ਇਕੋਸਿਸਟਮ ਆ। ਹਾਂ, ਦੂਜੇ ਪਾਸੇ ਆ ਗਿਆ ਆਪਣੇ ਕੋਲ ਟੈਰੈਸਟਰੀਅਲ, ਜਿਨ੍ਹਾਂ 'ਚ ਧਰਤੀ ਦੇ ਉੱਪਰਲਾ ਇਕੋਸਿਸਟਮ ਆ ਜਿਹੜਾ, ਜਿਹ 'ਚ ਪਾਣੀ ਦਾ ਕੋਈ ਰੋਲ ਨਹੀਂ। ਉਹ ਕੀ ਆ ਭਲਾ? ਉਹਦੇ 'ਚ ਆ ਗਏ ਆਪਣੇ ਫੋਰੈਸਟ, ਮਾਊਂਟੇਨਸ, ਗ੍ਰਾਸਲੈਂਡਸ ਤੇ ਡੈਜ਼ਰਟਸ। ਚਾਰ ਟਾਈਪ ਦੇ ਉਹਦੇ 'ਚ ਆ ਗਏ। ਠੀਕ ਆ। ਹਾਂ, ਇਹ ਕੀ ਆ ਭਲਾ? ਈਕੋਸਿਸਟਮ ਦੀ ਕਲਾਸੀਫਿਕੇਸ਼ਨ। ਜਦੋਂ ਤੁਸੀਂ ਮੈਨੂੰ ਬਾਇਓਮਸ ਦੀ ਕਲਾਸੀਫਿਕੇਸ਼ਨ ਪੁੱਛੋਗੇ ਨਾ, ਤਾਂ ਤੁਸੀਂ ਹੈਰਾਨ ਹੋ ਜਾਓਗੇ ਕਿ ਬਾਇਓਮਸ ਵੀ ਆਹੀ ਚੀਜ਼ ਆ। ਇਸੇ ਕਰਕੇ ਮੈਂ ਕੱਲ੍ਹ ਦੇ ਲੈਕਚਰ 'ਚ ਇਸੇ ਕਰਕੇ ਮੈਂ ਕਿਹਾ ਸੀ ਕਿ ਜਦੋਂ ਤੁਸੀਂ ਆਹ ਕਰਨੋਲੋਜੀ ਪੜ੍ਹ ਰਹੇ ਹੋ ਨਾ, ਜਦੋਂ ਤੁਸੀਂ ਆਹ ਵਾਲੀ ਕਰਨੋਲੋਜੀ ਪੜ੍ਹ ਰਹੇ ਹੋ, ਤਾਂ ਇਸ ਕਰਨੋਲੋਜੀ 'ਚ ਸਭ ਤੋਂ ਉੱਪਰ ਹੁੰਦਾ ਹੈ ਇੱਕ ਜੀਵ, ਇੰਡੀਵਿਜੂਅਲ। ਉਸੇ ਜੀਵ ਦੇ ਕਈ ਇਕੱਠੇ ਹੋ ਜਾਣ ਤਾਂ ਇਹ ਉਹਦੀ ਆਬਾਦੀ।
उस तो बाद छोटे जे एक एरिए च रह रहे हैं ਜਿਹੜੇ ਉਹਨੂੰ ਆਪਾਂ ਕੀ ਕਹਿੰਦੇ ਆ ਸਮੁਦਾਇ ਯਾਨੀ ਕਿ ਕਮਿਊਨਿਟੀ ਵਿੱਚੋਂ ਆ ਚੀਜ਼ ਕੱਟ ਦਿੱਤੀ ਜਾਵੇ ਈਕੋਸਿਸਟਮ ਨੂੰ ਵਿੱਚੋਂ ਕੱਟ ਦਿੱਤਾ ਜਾਵੇ ਫਿਰ ਉਸ ਤੋਂ ਬਾਅਦ ਇਹ ਇਕੱਠੇ ਹੋ ਕੇ ਇੱਕ ਬਹੁਤ ਵੱਡੇ ਜੰਗਲ ਦਾ ਜਾਂ ਬਹੁਤ ਵੱਡੇ ਏਰੀਏ ਦਾ ਹਿੱਸਾ ਬਣ ਜਾਣ ਤਾਂ ਦੈਟ ਇਜ਼ ਬਾਇਓਮ ਜਦੋਂ ਇਹ ਫਿਰ ਸਾਰੀ ਸ੍ਰਿਸ਼ਟੀ ਬਣ ਜੇ ਤਾਂ ਦੈਟ ਇਜ਼ ਬਾਇਓਸਫੀਅਰ ਸੋ ਆ ਚੀਜ਼ ਆ ਤੇ ਈਕੋਸਿਸਟਮ ਜਿਹੜਾ ਹੈ ਇਹਨੂੰ ਵਿੱਚੋਂ ਖਸਕਾ ਦਿਓ ਈਕੋਸਿਸਟਮ ਆਪਣੇ ਆਪ 'ਚ ਇੱਕ ਅੱਡ ਚੀਜ਼ ਆ ਈਕੋਸਿਸਟਮ ਨੂੰ ਅੱਡ ਪੜੋ ਕਿ ਵਟ ਆਰ ਦੀ ਕੰਪੋਨੈਂਟਸ ਆਫ ਈਕੋਸਿਸਟਮ ਐਂਡ ਵਟ ਆਰ ਦੀ ਕਲਾਸੀਫਿਕੇਸ਼ਨ ਆਫ ਈਕੋਸਿਸਟਮ ਠੀਕ ਆ ਹੁਣ ਦੱਸੋ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਕੱਲ੍ਹ ਵਾਲਾ ਲੈਕਚਰ ਮਿਲਾਵਾਂ ਤਾਂ ਕੀ ਮੈਂ ਤੁਹਾਨੂੰ ਇੰਡੀਵਿਜੂਅਲ ਪੜ੍ਹਾਤਾ ਕੱਲ੍ਹ ਮੈਂ ਤੁਹਾਨੂੰ ਪੋਪੂਲੇਸ਼ਨ ਪੜ੍ਹਾਤੀ ਠੀਕ ਆ ਕੱਲ੍ਹ ਮੈਂ ਤੁਹਾਨੂੰ ਕਮਿਊਨਿਟੀ ਪੜ੍ਹਾਤੀ ਇਹਦਾ ਮਤਲਬ ਕਮਿਊਨਿਟੀ ਤੋਂ ਬਾਅਦ ਮੈਂ ਤੁਹਾਨੂੰ ਈਕੋਸਿਸਟਮ ਪੜ੍ਹਾਉਣ ਲੱਗ ਪਿਆ ਸੀ ਤੇ ਈਕੋਸਿਸਟਮ ਇੱਕ ਵੱਖਰਾ ਪਾਰਟ ਆ ਕੱਢਤਾ ਉਹਨੂੰ ਆਪਾਂ ਬਾਹਰ ਇਟ ਮੀਨਸ ਜੇ ਕਰਨੋਲੋਜੀ 'ਚ ਚੱਲਣਾ ਤਾਂ ਇਸ ਤੋਂ ਬਾਅਦ ਹੁਣ ਮੈਂ ਅਗਲੀ ਚੀਜ਼ ਕੀ ਪੜ੍ਹਾਉਂਗਾ ਆਪਾਂ ਨੂੰ ਬਾਇਓਮ ਤੇ ਬਾਇਓਮ ਤੋਂ ਬਾਅਦ ਕੀ ਪੜ੍ਹਾਉਂਗਾ ਬਾਇਓਸਫੀਅਰ ਆ ਗੱਲ ਆ ਜੀ ਆ ਲਓ ਜੀ ਕਿਹਦਾ ਓਕੇ ਉਹ ਵੀ ਮੈਂ ਦੱਸਦਾ ਆ ਜੀ ਸਭ ਤੋਂ ਵੱਡੀ ਗੱਲ ਇੱਕ ਹਾਂ ਹੁਣ ਸਭ ਤੋਂ ਛੋਟੇ ਲੈਵਲ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕੀ ਪੜਾਇਆ ਕੱਲ੍ਹ ਵਾਲੇ ਲੈਕਚਰ ਨੂੰ ਕੰਪੇਅਰ ਕਰਿਓ ਤਾਂ ਸਭ ਤੋਂ ਪਹਿਲਾਂ ਕੀ ਪੜਾਇਆ ਇੰਡੀਵਿਜੂਅਲ ਹਰ ਜੀਵ ਆਪਣੇ ਆਪ 'ਚ ਕੀ ਆ ਫਿਰ ਜੀਵ ਤੋਂ ਬਾਅਦ ਤੁਸੀਂ ਅਗਲੀ ਚੀਜ਼ ਤੁਸੀਂ ਆਪਣੇ ਲੈਕਚਰ ਨੂੰ ਐਵੇਂ ਪੜ੍ਹਨਾ ਹੈ ਤੁਸੀਂ ਸਭ ਤੋਂ ਪਹਿਲਾਂ ਇੰਡੀਵਿਜੂਅਲ ਤੋਂ ਅੱਗੇ ਕੀ ਸਟੱਡੀ ਕਰਨੀ ਆਪਾਂ ਉਹਦੀ ਪੋਪੂਲੇਸ਼ਨ ਇੱਕੋ ਸਪੀਸ਼ੀਜ਼ ਦੇ ਇੱਕੋ ਪ੍ਰਜਾਤੀ ਦੇ ਜਦੋਂ ਕਈ ਇਕੱਠੇ ਹੋ ਜਾਣ ਦੈਟ ਇਜ਼ ਪੋਪੂਲੇਸ਼ਨ ਤੋਂ ਬਾਅਦ ਜਦੋਂ ਉਹ ਇੱਕ ਪੋਪੂਲੇਸ਼ਨ ਛੋਟੇ ਜਿਹੇ ਏਰੀਏ 'ਚ ਛੋਟਾ ਜਿਹਾ ਏਰੀਆ ਕੀ ਹੋ ਸਕਦਾ ਹੈ ਸ਼ਾਇਦ ਇੱਕ ਛੋਟਾ ਜਿਹਾ ਆਪਣੇ ਆਪ 'ਚ ਇੱਕ ਏਰੀਆ ਥੋੜ੍ਹੇ ਜਿਹੇ ਇੱਕ ਇੱਚ ਜਿਹਦੇ 'ਚ ਆਪਾਂ ਕਹਿ ਸਕਦੇ ਹਾਂ ਕਿ ਹਾਂ ਯਾਰ 1.5 ਕਿਲੋਮੀਟਰ ਦਾ ਇੱਕ ਏਰੀਆ ਜਿਹਦੇ 'ਚ ਥੋੜ੍ਹੇ ਬਹੁਤੇ ਜੰਗਲ ਵੀ ਆ ਛੋਟਾ ਜਿਹਾ ਜੰਗਲ ਆ ਉਹਦੇ 'ਚ ਥੋੜ੍ਹੇ ਬਹੁਤੇ ਜੀਵ ਜੰਤੂ ਰਹਿੰਦੇ ਆ ਉਹ ਆਪਣੇ ਆਪ 'ਚ ਇੱਕ ਕਮਿਊਨਿਟੀ ਆ ਹਾਂ ਉਹਨਾਂ ਦੀ ਆਪਣੀ ਕਮਿਊਨਿਟੀ ਦੀਆਂ ਸਾਰੀਆਂ ਜ਼ਰੂਰਤਾਂ ਕਈ ਵਾਰੀ ਆਪਣੇ 'ਚ ਹੀ ਪੂਰੀਆਂ ਹੋ ਜਾਂਦੀਆਂ ਕਈ ਵਾਰੀ ਉਹਨਾਂ ਨੂੰ ਕੁਛ ਚੀਜ਼ਾਂ ਲਈ ਦੂਜੀ ਸਮੁਦਾਇ ਕੋਲ ਜਾਣਾ ਪੈਂਦਾ ਹੈ ਠੀਕ ਆ ਛੋਟੇ ਜਿਹੇ ਜੰਗਲ 'ਚ ਕਈ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਹੈ ਜਿਵੇਂ ਸਪੋਜ਼ ਕਰੋ ਉੱਥੇ ਕੁਝ ਚਿੜੀਆਂ ਇਹੋ ਜਿਹੀਆਂ ਹੈ ਜਿਨ੍ਹਾਂ ਨੂੰ ਆਪਣੇ ਖਾਣੇ ਵਾਸਤੇ ਥੋੜ੍ਹੀ ਜਿਹੀ ਦੂਰ ਤੱਕ ਜਾਣਾ ਪਵੇ ਹਾਂ ਪਰ ਉਹ ਆਪਣੇ ਆਪ 'ਚ ਜਾਂ ਤਾਂ ਸੈਲਫ ਡਿਪੈਂਡੈਂਟ ਹੁੰਦੀਆਂ ਤੇ ਜਾਂ ਕਈ ਵਾਰੀ ਦੂਜੇ 'ਤੇ ਨਿਰਭਰ ਹੁੰਦੀਆਂ ਇਸੇ ਆਧਾਰ 'ਤੇ ਹੀ ਕਮਿਊਨਿਟੀਜ਼ ਜਿਹੜੀਆਂ ਨੇ ਛੋਟੇ ਜਿਹੇ ਇੱਕ ਏਰੀਏ ਨੂੰ ਜਿੱਥੇ ਸਭ ਕੁਝ ਹੋਵੇ ਇੱਕ ਛੋਟਾ ਜਿਹਾ ਏਰੀਆ ਜਿੱਥੇ ਉਹਨੂੰ ਜੇ ਤਾਂ ਉਹ ਆਪਣੇ ਆਪ 'ਚ ਸੈਲਫ ਡਿਪੈਂਡੈਂਟ ਹੈਗੀ ਆ ਤਾਂ ਉਹ ਮੇਜਰ ਕਮਿਊਨਿਟੀ ਆ ਉਹ ਮੁੱਖ ਸਮੁਦਾਇ ਆ ਤੇ ਜੇ ਉਹ ਆਪਣੇ ਆਪ ਦੇ ਡਿਪੈਂਡੈਂਟ ਆਪਣੇ ਆਪ 'ਚ ਪੂਰੀ ਡਿਪੈਂਡੈਂਟ ਨਹੀਂ ਗੀ ਉਹਨੂੰ ਕਿਸੇ ਹੋਰ 'ਤੇ ਵੀ ਨਿਰਭਰ ਹੋਣਾ ਪੈਂਦਾ ਹੈ ਫਿਰ ਉਹ ਮਾਈਨਰ ਕਮਿਊਨਿਟੀ ਆ ਛੋਟਾ ਸਮੁਦਾਇ ਆ ਹਾਂ ਹੁਣ ਇੱਕ ਛੋਟਾ ਜਿਹਾ ਸਮੁਦਾਇ ਕੀ ਆ ਇੱਕ ਜੰਗਲ ਦਾ ਛੋਟਾ ਜਿਹਾ ਹਿੱਸਾ ਹੋ ਸਕਦਾ ਉਹ ਜਦੋਂ ਇੱਕ ਪੂਰੀ ਦੀ ਪੂਰੀ 3-4 ਸਟੇਟਾਂ 'ਚ ਬੈਲਟ ਕਵਰ ਕਰਕੇ ਇੱਕ ਪੂਰੇ ਦਾ ਪੂਰਾ ਜੰਗਲ ਹੁਣ ਮੈਨੂੰ ਇੱਕ ਗੱਲ ਦੱਸੋ ਇੱਕ ਸਿੰਪਲ ਜੀ ਗੱਲ ਦੱਸਦਾ ਕਮਿਊਨਿਟੀ ਸਮਝ ਆ ਗਈ ਕਮਿਊਨਿਟੀ ਤੋਂ ਬਾਅਦ ਅਗਲੀ ਜਿਹੜੀ ਬਹੁਤ ਖਤਰਨਾਕ ਚੀਜ਼ ਆ ਦੈਟ ਇਜ਼ ਬਾਇਓਮ ਹੁਣ ਇਹ ਬਾਇਓਮ ਕੀ ਆ ਇਹ ਬਾਇਓਮ ਜਿਹੜੀ ਆ ਜੀ ਉਹ ਕੀ ਚੀਜ਼ ਆ ਈਕੋਸਿਸਟਮ ਨੂੰ ਤਾਂ ਤੁਸੀਂ ਇਹਦੇ 'ਚ ਕੰਪੇਅਰ ਕਰਨਾ ਹੀ ਨਹੀਂ ਈਕੋਸਿਸਟਮ ਨੂੰ ਤੁਸੀਂ ਇਹਦੇ ਨਾਲ ਕੰਪੇਅਰ ਕਿਉਂ ਨਹੀਂ ਕਰਨਾ ਕਿਉਂਕਿ ਈਕੋਸਿਸਟਮ ਇਜ਼ ਟੋਟਲੀ ਡਿਫਰੈਂਟ ਥਿੰਗ ਈਕੋਸਿਸਟਮ ਕੀ ਆ ਇੱਕ ਬੰਦੇ ਦਾ ਆਲਾ ਦੁਆਲਾ ਠੀਕ ਆ ਇੱਕ ਬੰਦੇ ਦਾ ਆਲਾ ਦੁਆਲਾ ਜਿਹਦੇ ਤੇ ਇੱਕ ਬੰਦੇ ਦਾ ਪੂਰਾ ਆਲਾ ਦੁਆਲਾ ਜਿਹਦੇ 'ਚੋਂ ਰਹਿ ਰਿਹਾ ਹੈ ਈਕੋਸਿਸਟਮ ਕਿਸ ਲੈਵਲ ਤੇ ਹੋ ਸਕਦਾ ਹੈ ਈਕੋਸਿਸਟਮ ਕਮਿਊਨਿਟੀ ਦੇ ਲੈਵਲ ਤੇ ਵੀ ਹੋ ਸਕਦਾ ਹੈ ਕਿਉਂਕਿ ਇੱਕ ਬੰਦਾ ਕਹੇ ਕਿ ਮੇਰੇ ਨੇੜੇ ਤੇੜੇ ਆ ਸਾਰੀਆਂ ਚੀਜ਼ਾਂ ਜਿਹੜੇ ਮੈਨੂੰ ਚਲਾਉਣ ਵਾਸਤੇ ਜਾਂ ਮੇਰੇ ਜੀਵਿਤ ਰਹਿਣ ਦੇ ਸਾਰੇ ਫੈਕਟਰ ਆਏ ਤਾਂ ਇਹ ਉਹਦਾ ਕੀ ਆ ਈਕੋਸਿਸਟਮ ਇੱਕ ਈਕੋਸਿਸਟਮ ਇਸ ਲੈਵਲ ਤੇ ਵੀ ਹੋ ਸਕਦਾ ਬਾਇਓਮ ਲੈਵਲ ਤੇ ਕਿ ਆਹ ਦੇਖੋ ਆ ਸਾਰੇ ਦਾ ਸਾਰਾ ਆਲਾ ਦੁਆਲੇ ਤੇ ਮੈਂ ਨਿਰਭਰ ਕਰਦਾ ਹੈ ਈਕੋਸਿਸਟਮ ਦੀ ਕੋਈ ਹੱਦ ਨਹੀਂ ਹੁੰਦੀ ਈਕੋਸਿਸਟਮ ਇੱਕ ਬੋਟਲ ਤੋਂ ਲੈ ਕੇ ਇੱਕ ਬਹੁਤ ਵੱਡੇ ਜੰਗਲ ਤੱਕ ਵੀ ਹੋ ਸਕਦਾ ਇਸ ਕਰਕੇ ਉਹਨੂੰ ਇਹ ਚੀਜ਼ਾਂ ਕੀ ਨੇ ਭਲਾ ਇਹ ਹੱਦਾਂ 'ਚ ਬੰਨੀਆਂ ਹੈ ਕਿ ਸਭ ਤੋਂ ਛੋਟੇ ਲੈਵਲ ਤੇ ਆ ਵੱਡੇ ਲੈਵਲ ਤੇ ਆ ਉਸ ਤੋਂ ਵੱਡੇ ਲੈਵਲ ਤੇ ਆ ਉਸ ਤੋਂ ਵੱਡੇ ਲੈਵਲ ਤੇ ਆ ਉਸ ਤੋਂ ਵੱਡੇ ਲੈਵਲ ਤੇ ਅਗਲੀ ਛੋਟੇ ਲੈਵਲ ਤੇ ਵੱਡੇ ਲੈਵਲ ਤੇ ਹੋਰ ਵੱਡੇ ਲੈਵਲ ਤੇ ਜਿਹੜੀ ਕਰਨੋਲੋਜੀ ਆ ਉਹ ਇਹਦੇ 'ਚ ਬਣਦੀ ਆ ਜਿਹੜੀ ਕਰਨੋਲੋਜੀ ਆ ਉਹ ਇਹਦੇ 'ਚ ਬਣਦੀ ਆ ਆਹ ਗੱਲ ਸਮਝ ਆ ਗਈ ਕਰਨੋਲੋਜੀ ਇਹਦੇ 'ਚ ਬਣਦੀ ਆ ਇਸ ਪਾਸੇ ਬਣਦੀ ਆ ਹਾਂ ਈਕੋਸਿਸਟਮ ਦਾ ਟਰਮ ਹੀ ਅੱਡ ਹੋ ਗਈ ਆਪਣੇ ਆਪ 'ਚ ਬਿਲਕੁਲ ਉਹਦਾ ਇਹਦੇ ਨਾਲ ਕੋਈ ਸੰਬੰਧ ਹੀ ਹੈ ਨਹੀਂ ਠੀਕ ਆ ਈਕੋਸਿਸਟਮ ਦਾ ਮੈਂ ਤੁਹਾਨੂੰ ਇੱਕ ਗੱਲ ਕਹੀ ਆ ਕਿ ਈਕੋਸਿਸਟਮ ਤਾਂ ਇੱਕ ਪਾਣੀ ਦੀ ਛੋਟੀ ਜਿਹੀ ਬੋਟਲ 'ਚ ਵੀ ਹੋ ਸਕਦਾ ਹੈ ਈਕੋਸਿਸਟਮ ਇੱਕ ਖੇਤ ਵੀ ਹੋ ਸਕਦਾ ਹੈ ਈਕੋਸਿਸਟਮ ਕੁਛ ਵੀ ਹੋ ਸਕਦਾ ਹੈ ਹੁਣ ਇੱਕ ਗੱਲ ਦੱਸੋ ਝੋਨੇ ਦਾ ਇੱਕ ਚੌਲਾਂ ਦਾ ਪੈਡੀ ਕ੍ਰੌਪ ਦਾ ਇੱਕ ਖੇਤ ਆ
ਉਹ ਆਪਣੇ ਆਪ 'ਚ ਈਕੋਸਿਸਟਮ ਆ। ਉਹ ਕੀ ਕਮਿਊਨਿਟੀ, ਇੰਡੀਵਿਜੂਅਲ, ਬਾਇਓਮ ਕੁਛ ਹੈਗਾ ਇਹੋ ਜਿਹਾ? ਨਹੀਂ। ਈਕੋਸਿਸਟਮ ਤਾਂ ਬਸ ਉਹ ਕਿਉਂ ਆਪਣੇ ਆਪ 'ਚ ਈਕੋਸਿਸਟਮ ਆ? ਬਿਕੋਜ਼ ਉੱਥੇ ਜੇ ਕੋਈ ਆਰਗੇਨਿਜ਼ਮ ਰਹਿ ਰਿਹਾ ਹੈ ਤਾਂ ਉਹਦੇ ਆਲੇ ਦੁਆਲੇ ਉਹਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਹੋ ਰਹੀਆਂ। ਮਿੱਟੀ ਵੀ ਆ, ਪਾਣੀ ਵੀ ਆ, ਉਸ ਝੋਨੇ ਦੇ ਖੇਤ 'ਚ ਮਿੱਟੀ ਵੀ ਆ, ਪਾਣੀ ਵੀ ਆ, ਉੱਪਰੋਂ ਧੁੱਪ ਵੀ ਆ, ਨੇੜੇ ਤੇੜੇ ਇੱਕ ਦੋ ਹੋਰ ਗਡੋਏ, ਕੀੜੇ ਮਕੌੜੇ ਵੀ ਆ ਜਿਨ੍ਹਾਂ ਨੂੰ ਖਾ ਕੇ ਉਹਦਾ ਗੁਜ਼ਾਰਾ ਵੀ ਹੋ ਰਿਹਾ ਹੈ। ਤਾਂ ਉਹਦਾ, ਉਸ ਆਰਗੇਨਿਜ਼ਮ ਦਾ ਜਿਹੜਾ ਉੱਥੇ ਪਲ ਰਿਹਾ ਹੈ, ਉਹ ਝੋਨੇ ਦਾ ਖੇਤ ਉਹਦੇ ਵਾਸਤੇ ਕੀ ਹੈ ਭਲਾ? ਈਕੋਸਿਸਟਮ। ਤਾਂ ਈਕੋਸਿਸਟਮ ਨੂੰ ਵੱਡੇ ਛੋਟੇ ਦੇ ਕੈਟੇਗਰੀ 'ਚ ਨਹੀਂ ਰੱਖਿਆ ਜਾ ਸਕਦਾ। ਮੇਰਾ ਈਕੋਸਿਸਟਮ ਆ ਕਲਾਸ ਆ, ਵਰਕਿੰਗ ਈਕੋਸਿਸਟਮ ਆ ਜਿਹੜਾ ਮੇਰਾ। ਕਿਉਂ? ਮੈਂ ਜਿਨ੍ਹਾਂ ਤੋਂ ਫੀਸਾਂ ਲੈਣੀਆਂ, ਜਿਨ੍ਹਾਂ ਨੂੰ ਪੜ੍ਹਾ ਕੇ ਲਵਾਉਣਾ, ਉਹ ਸਾਰੇ ਆਹੀ ਆ। ਇਟ ਮੀਨਸ ਇਟ ਇਜ਼ ਮਾਈ ਈਕੋਸਿਸਟਮ। ਇਹ ਈਕੋਸਿਸਟਮ, ਤੁਸੀਂ ਇੱਥੇ ਬੈਠੇ ਹੋ, ਤੁਸੀਂ ਇੱਥੇ 5 ਜਾਣੇ ਕਲਾਸ ਲਾ ਰਹੇ ਹੋ, ਕਿਸੇ ਇੰਸਟੀਟਿਊਟ 'ਚ 400 ਜਾਣੇ ਕਲਾਸ ਲਾ ਰਹੇ ਆ। ਇਹ ਮਾਸਟਰ ਕਲਾਸਿਸ ਪਟਿਆਲਾ ਦਾ ਈਕੋਸਿਸਟਮ ਆ, ਉਹ XYZ ਇੰਸਟੀਟਿਊਟ ਦਾ ਈਕੋਸਿਸਟਮ ਆ। ਈਕੋਸਿਸਟਮ ਕਦੇ ਵੀ ਛੋਟਾ ਜਾਂ ਵੱਡਾ ਨਹੀਂ ਹੋ ਸਕਦਾ, ਪਰ ਆ ਇੱਕ ਟਰਮਨੋਲੋਜੀ ਆ। ਛੋਟੇ ਲੈਵਲ ਤੇ, ਇੰਡੀਵਿਜੂਅਲ ਲੈਵਲ ਤੇ ਸਟੱਡੀ ਆਪਾਂ ਕਵਾਂਗੇ ਇੰਡੀਵਿਜੂਅਲ। ਉਸ ਇੱਕੋ ਪ੍ਰਜਾਤੀ ਦੇ ਇਕੱਠੇ ਸਪੀਸ਼ੀਜ਼ ਇੱਕੋ ਜਗ੍ਹਾ ਤੇ ਬੈਠੇ ਆ, ਉਹਨਾਂ ਦੀ ਸਟੱਡੀ ਆਪਾਂ ਕਵਾਂਗੇ ਉਹਨਾਂ ਦੀ ਪੋਪੂਲੇਸ਼ਨ। ਆਬਾਦੀ ਦੀ ਡੈਫੀਨੇਸ਼ਨ ਇਨਵਾਇਰਮੈਂਟ 'ਚ ਜਦੋਂ ਤੁਸੀਂ ਪੜ੍ਹਦੇ ਹੋ ਤਾਂ ਇਹ ਗੱਲ ਆਪਣੇ ਦਿਮਾਗ 'ਚੋਂ ਕੱਢ ਦਿਓ ਕਿ ਤੁਸੀਂ 2 ਟਾਈਪ ਦੇ ਲੋਕਾਂ ਨੂੰ ਐਡ ਕਰ ਸਕਦੇ ਹੋ। ਨਹੀਂ, ਆਬਾਦੀ ਦੀ ਡੈਫੀਨੇਸ਼ਨ, ਪੋਪੂਲੇਸ਼ਨ ਦੀ ਡੈਫੀਨੇਸ਼ਨ 'ਚ ਇੱਕੋ ਸਪੀਸ਼ੀਜ਼ ਦੀਆਂ ਇੱਕੋ ਕੈਟੇਗਰੀ ਦੇ ਸਾਰੇ ਆਰਗੇਨਿਜ਼ਮਸ ਆਉਣਗੇ, ਫਿਰ ਉਹ ਪੋਪੂਲੇਸ਼ਨ। ਫਿਰ ਉਹੋ ਜਿਹੀਆਂ ਕਈ 3-4 ਪੋਪੂਲੇਸ਼ਨਸ ਜੁੜਨਗੀਆਂ, ਉਹ ਕਮਿਊਨਿਟੀ ਬਣ ਗਈ। ਉਹ ਇੱਕ ਬਹੁਤ ਵੱਡੇ ਇੱਕ ਜੰਗਲ 'ਚ ਰਹਿ ਰਹੇ ਆ। ਕਿੱਡੇ ਕੁ ਵੱਡੇ ਜੰਗਲ 'ਚ? ਇਮੈਜਿਨ ਕਰੋ, ਮੈਂ ਤੁਹਾਨੂੰ ਕਹਿਤਾ ਪੂਰੇ ਦਾ ਪੂਰਾ ਟ੍ਰੋਪੀਕਲ ਰੇਨ ਫੋਰੈਸਟ, ਊਸ਼ਨ ਕਟੀਬੰਧੀਆ ਜੰਗਲ। ਇਹ ਟ੍ਰੋਪੀਕਲ ਰੇਨ ਫੋਰੈਸਟ ਕੀ ਹੁੰਦਾ? ਉਹ ਪੂਰੇ ਦਾ ਪੂਰਾ ਜੰਗਲ ਜਿੱਥੇ ਗਰਮੀ ਤੇ ਮੀਂਹ ਰੋਜ਼ ਪੈਂਦਾ ਹੋਵੇ। ਹੁਣ ਇਹੋ ਜਿਹਾ ਏਰੀਆ ਪਤਾ ਕਿੱਥੋਂ ਲੈ ਕੇ ਕਿੱਥੋਂ ਤੱਕ ਆ? ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਪੂਰੇ ਗੁਜਰਾਤ ਤੋਂ ਲੈ ਕੇ ਇੱਥੋਂ ਤੱਕ ਆ, ਪੂਰੀ ਦੀ ਪੂਰੀ ਬੈਲਟ। ਇਟ ਮੀਨਸ ਇਹ ਪੂਰੇ ਦਾ ਪੂਰਾ ਟ੍ਰੋਪੀਕਲ ਰੇਨ ਫੋਰੈਸਟ ਆਪਣੇ ਆਪ 'ਚ ਇੱਕ ਕੀ ਆ ਭਲਾ? ਬਾਇਓਮ ਆ। ਇਹਦੇ ਅੰਦਰ ਪਤਾ ਨਹੀਂ ਛੋਟੀਆਂ ਛੋਟੀਆਂ ਕਿੰਨੀਆਂ ਕਮਿਊਨਿਟੀਜ਼ ਹੋਣਗੀਆਂ। ਉਹਨਾਂ ਕਮਿਊਨਿਟੀਜ਼ ਦੇ ਅੰਦਰ ਪਤਾ ਨਹੀਂ ਕਿੰਨੀਆਂ ਕੁ ਵੱਖਰੀਆਂ ਵੱਖਰੀਆਂ ਆਬਾਦੀਆਂ ਰਹਿੰਦੀਆਂ ਹੋਣਗੀਆਂ। ਉਸ ਵੱਖਰੀ ਵੱਖਰੀ ਆਬਾਦੀ 'ਚ ਪਤਾ ਨਹੀਂ ਕਿੰਨੇ ਕਿੰਨੇ ਜੀਵ ਹੋਣਗੇ। ਤਾਂ ਇਹ ਆ ਜੀ ਆਪਣੇ ਕੋਲ ਕੀ ਭਲਾ? ਬਾਇਓਮ। ਬਹੁਤ ਵੱਡਾ ਏਰੀਆ ਇੱਕ ਬਾਇਓਮ ਹੋ ਸਕਦਾ ਹੈ। ਬਹੁਤ ਵੱਡਾ ਏਰੀਆ ਆਪਣੇ ਆਪ 'ਚ ਕੀ ਹੋ ਸਕਦਾ? ਇੱਕ ਬਾਇਓਮ ਹੋ ਸਕਦਾ ਹੈ। ਤੇ ਮੈਂ, ਤੁਸੀਂ ਹੈਰਾਨ ਹੋਵੋਗੇ ਕਿ ਬਾਇਓਮ ਪੂਰੀ ਧਰਤੀ 'ਤੇ ਹੀ ਥੋੜ੍ਹੇ ਜਿਹੇ ਆ। ਬਾਇਓਮ ਪੂਰੀ ਧਰਤੀ 'ਤੇ ਹੀ ਥੋੜ੍ਹੇ ਜਿਹੇ ਆ, ਪਰ ਇੱਕੋ ਟਾਈਪ ਦਾ ਓਵਰਆਲ ਟੈਂਪਰੇਚਰ। ਇੱਕ ਬਾਇਓਮ ਦੇ ਅੰਦਰ ਵੱਖਰੇ ਵੱਖਰੇ ਏਰੀਏ 'ਚ ਕਈ ਵਾਰੀ ਕਲਾਈਮੇਟ ਦਾ ਫਰਕ ਪੈ ਜਾਂਦਾ ਹੈ, ਪਰ ਓਵਰਆਲ ਉਹਦਾ ਔਨ ਐਨ ਐਵਰੇਜ ਉਹਦੀਆਂ ਜਿਹੜੀ ਵੈਦਰ ਦਾ ਫਰਕ ਪੈ ਜਾਂਦਾ ਹੈ, ਪਰ ਓਵਰਆਲ ਉਹਦਾ ਜਿਹੜਾ ਜਲਵਾਯੂ ਆ, ਕਲਾਈਮੇਟ ਆ, ਉਹ ਇੱਕੋ ਹੀ ਟਾਈਪ ਦਾ ਰਹਿੰਦਾ ਹੈ। ਆਪਾਂ ਕਹਿ ਸਕਦੇ ਹਾਂ ਕਿ ਹਾਂ ਯਾਰ ਇਹਦੇ ਇਸ ਇਲਾਕੇ 'ਚ ਮੀਂਹ ਵੱਧ ਪੈਂਦਾ, ਇਹ 'ਚ ਘੱਟ ਪੈਂਦਾ ਹੈ, ਪਰ ਇਹ ਓਵਰਆਲ ਕੀ ਆ? ਹਾਂ, ਓਵਰਆਲ ਇਹ ਟ੍ਰੋਪੀਕਲ ਰੇਨ ਫੋਰੈਸਟ ਆ। ਇਹ ਜਿਹੜਾ ਓਵਰਆਲ ਸ਼ਬਦ ਜਿਹਦੇ ਲਈ ਵਰਤਿਆ ਗਿਆ, ਜਿਹੜੇ ਕਵਰ ਜਿੰਨੀ ਚੀਜ਼ ਨੂੰ ਕਵਰ ਕਰਦਾ, ਉਸੇ ਨੂੰ ਆਪਾਂ ਕੀ ਕਹਿੰਦੇ ਆ? ਬਾਇਓਮ ਕਹਿੰਦੇ ਆ। ਤੇ ਬਾਇਓਮ ਤੋਂ ਉੱਪਰ ਕੀ ਆ ਗਈ ਭਲਾ ਆਪਣੇ ਕੋਲ ਚੀਜ਼? ਬਾਇਓਸਫੀਅਰ, ਜੀਵ ਮੰਡਲ। ਸਭ ਤੋਂ ਉੱਪਰਲੀ ਚੀਜ਼ ਕੀ ਆ ਗਈ ਆਪਣੇ ਕੋਲ? ਜੀਵ ਮੰਡਲ। ਪੜ੍ਹ ਲਈਏ ਆਪਾਂ ਇੱਕ ਵਾਰੀ ਬਾਇਓਮ ਨੂੰ। ਹਾਂ, ਹੁਣ ਬਾਇਓਮ 'ਚ ਇੱਕ ਪ੍ਰੋਬਲਮ ਹੋਰ ਆ। ਬਾਇਓਮ 'ਚ ਸਾਰੀ ਗੱਲ ਆ, ਪੂਰੇ ਦਾ ਪੂਰਾ ਮੀਂਹ ਵਾਲਾ ਜੰਗਲ ਆਪਣੇ ਆਪ 'ਚ ਕੀ ਹੈ? ਇੱਕ ਬਾਇਓਮ। ਪੂਰੇ ਦਾ ਪੂਰਾ ਰੇਗਿਸਤਾਨ ਆਪਣੇ ਆਪ 'ਚ ਕੀ ਹੈ? ਇੱਕ ਬਾਇਓਮ। ਪੂਰੇ ਦਾ ਪੂਰਾ ਸਮੁੰਦਰ ਆਪਣੇ ਆਪ 'ਚ ਕੀ ਹੈ? ਇੱਕ ਗਲਤ। ਉਹਦੀ ਵਜ੍ਹਾ ਇੱਕ, ਬਾਇਓਮ ਦੀ ਡੈਫੀਨੇਸ਼ਨ 'ਚ ਇੱਕ ਗੱਲ ਯਾਦ ਰੱਖਿਓ, ਬਾਇਓਮ ਸਿਰਫ ਧਰਾਤਲ ਤੇ ਹੁੰਦਾ ਹੈ, ਸਿਰਫ ਧਰਤੀ ਤੇ ਹੁੰਦਾ ਹੈ। ਪਾਣੀ ਵਾਲਾ ਜਿਹੜਾ ਪੋਰਸ਼ਨ ਆ ਉਹਨੂੰ ਬਾਇਓਮ 'ਚ ਕੰਸੀਡਰ ਨਹੀਂ ਕੀਤਾ ਜਾ ਸਕਦਾ। ਪਾਣੀ ਵਾਲੇ ਨੂੰ, ਪਾਣੀ 'ਚ ਕੀ ਕੀ ਆ ਗਿਆ? 2 ਟਾਈਪ ਦਾ, ਇੱਕ ਸਮੁੰਦਰੀ ਤੇ ਇੱਕ ਫਰੈਸ਼ ਵਾਟਰ। ਇਹਨਾਂ 2 ਚੀਜ਼ਾਂ ਨੂੰ ਕੱਢ ਦੋ। ਆ ਜਿਹੜਾ ਟਰੈਸਟਰੀਅਲ ਈਕੋਸਿਸਟਮ ਹੁੰਦਾ ਨਾ, ਜਿਹੜਾ ਟਰੈਸਟਰੀਅਲ ਈਕੋਸਿਸਟਮ ਆ, ਬਸ ਉਹਦੇ 'ਚ ਹੀ ਬਾਇਓਮ ਦੀ ਕਲਾਸੀਫਿਕੇਸ਼ਨ ਕੀਤੀ ਜਾ ਸਕਦੀ ਆ। ਧਰਤੀ ਦੇ ਉੱਪਰ ਬਾਇਓਸਫੀਅਰ ਦਾ ਉਹ ਹਿੱਸਾ ਜਿਹੜਾ ਧਰਤੀ ਤੇ ਆ, ਜੀਵ ਮੰਡਲ ਦਾ ਉਹ ਹਿੱਸਾ ਬਾਇਓਮ ਅਖਵਾਉਂਦਾ ਹੈ ਜਿੱਥੇ ਕਿ ਜੋ ਕਿ ਧਰਤੀ ਤੇ ਆ। ਤੇ ਧਰਤੀ ਤੇ ਕੀ ਕੀ ਆ? ਜਿੱਥੇ ਇੱਕੋ ਪ੍ਰਕਾਰ ਦਾ ਓਵਰਆਲ 'ਚ ਇੱਕੋ ਪ੍ਰਕਾਰ ਦਾ ਜਲਵਾਯੂ, ਇੱਕੋ ਪ੍ਰਕਾਰ ਦੀ ਵਨਸਪਤੀ, ਇੱਕੋ ਜਿਹੇ ਟਾਈਪ ਦੇ, ਮੈਂ ਨਹੀਂ ਕਹਿੰਦਾ ਇੱਕੋ ਜਿਹੇ ਟਾਈਪ ਦੀ ਐਨੀਮਲ ਲਾਈਫ ਵਗੈਰਾ ਹੋਵੇ, ਉਹਨੂੰ ਆਪਾਂ ਇੱਕੋ ਜਿਹੇ ਟਾਈਪ ਦਾ ਹੋਵੇ, ਸਾਰੇ 'ਚ ਸਿਮਿਲਰ, ਸੇਮ ਨਹੀਂ, ਸਿਮਿਲਰ ਜਿਹਾ ਟਾਈਪ ਹੋਵੇ, ਉਹਨੂੰ ਆਪਾਂ ਇੱਕ ਬਾਇਓਮ ਕਹਿੰਦੇ ਆ। ਪਰ ਬਾਇਓਮ ਦੀ ਇੱਕ ਸ਼ਰਤ ਆ ਕਿ ਉਹ ਸਿਰਫ ਕਿੱਥੇ ਹੋ ਸਕਦਾ ਹੈ? ਧਰਤੀ ਤੇ ਹੋ ਸਕਦਾ ਹੈ। ਆਹ ਦੱਸੋ ਜੀ, ਗੱਲ ਸਮਝ ਆ ਗਈ ਚੀਜ਼? ਤਾਂ ਆਹ ਦੇਖੋ ਜੀ, ਜੇ ਮੈਂ ਪੂਰੀ ਦੁਨੀਆ 'ਚ ਬਾਇਓਮ ਕੱਢ ਕੇ ਦੇਵਾਂ ਨਾ, ਆਹ ਪੂਰੀ ਦੁਨੀਆ 'ਚ ਬਸ ਇੰਨੇ ਕੁ ਬਾਇਓਮ ਆ ਓਵਰਆਲ। ਇੰਡੀਆ ਦੇ ਵਿੱਚ ਆਹ ਦੇਖੋ, ਇੰਡੀਆ 'ਚ 1 ਕਿ 2, ਪੂਰੇ ਦਾ ਪੂਰਾ ਇੰਡੀਆ 2 ਕੀ ਬਾਇਓਮਸ 'ਚ ਸਮਾ ਜਾਂਦਾ ਹੈ। ਇੰਡੀਆ ਪੂਰੇ ਦਾ ਪੂਰਾ 2 ਕੁ ਬਾਇਓਮਸ 'ਚ ਹੀ ਸਮਾ ਜਾਂਦਾ ਹੈ। ਇੱਕ ਇੰਡੀਆ 'ਚ ਸਵਾਨਾ, ਇੱਕ ਇੰਡੀਆ ਦਾ ਬਾਇਓਮ ਆ ਸਵਾਨਾ। ਸਵਾਨਾ ਮਤਲਬ ਘਾਹ ਦੇ ਮੈਦਾਨ। ਤੁਸੀਂ ਕਹੋਗੇ ਇਹਨੂੰ ਸਵਾਨਾ ਕਿਉਂ ਕਹਿੰਦੇ ਆ? ਕਿਉਂਕਿ ਦੁਨੀਆ ਦੇ ਕਿਸੇ ਇਲਾਕੇ 'ਚ ਨਾ, ਅਫਰੀਕਾ ਵਾਲੇ ਇਲਾਕੇ 'ਚ ਘਾਹ ਦੇ ਮੈਦਾਨਾਂ ਨੂੰ ਸਵਾਨਾ ਕਿਹਾ ਜਾਂਦਾ ਸੀ। ਉੱਥੋਂ ਹੀ ਗ੍ਰਾਸਲੈਂਡ ਦੀ ਸ਼ੇਡ ਸਵਾਨਾ ਪੈ ਗਈ।
ठीक है। वैसे तो घाह के मैदान होंगे आ, पर दुनिया के कई इलाकों च इन्हां ग्रासलैंड्स नूं आपो अपने नाम नाल बुलाया जाता है। ये मैं अगे जाके पढ़ाऊँगा कि ग्रासलैंड्स नूं दुनिया के किहड़े इलाके च किहड़े नाम नाल बुलाया जाता है। ये बाद दीयां गल्लां फिलहाल नहीं, जोग्राफी च भी पढ़ांगे तो इन्वायरमेंट च भी पढ़ांगे। पर एक गल देखो, आ रंग डेजर्ट, आ पूरी दुनिया का डेजर्ट वो आ बेल्ट, आ बेल्ट, आ बेल्ट, आ बेल्ट, आ बेल्ट, आस्ट्रेलिया का सेंटर, ये सारा किहड़ा बायोम है भला दुनिया च? मारूथल बायोम। किहड़ा भला? मारूथल बायोम। ठीक है। फिर उस तो बाद आ गया अपने कोल टूंडरा। टूंडरा सब तो उपर, इनू कहते बर्फ की चादर। ये बर्फ की चादर वाला बायोम आ। समुंदर विचले बायोम नूं समुंदरी बायोम नहीं हो सकता कभी भी। बायोम सिर्फ किहदे ते हुंदा है? धरती ते हुंदा है। तां मैनूं एक गल दसो, हुण तुसीं ये तो नहीं कह सकते कि कम्यूनिटी के बायोम चुलझ गए। एक कम्यूनिटी बहुत छोटा जिहा पद्धर हुंदी है ते बायोम बहुत वड्डी चीज़ हुंदी है। आ गल समझ आ गई ये चीज़? तो पूरी दुनिया च आई कुछ मेन बायोम्स ने जिहड़े कि सानूं पता होने चाहिए आ। कल्ले कल्ले दा नाम कि ट्रॉपिकल रेन फॉरेस्ट नूं उष्ण कटिबंधीय जंगल कहंदे आ, किन्नू की कहंदे आ, किन्नू घाह दे मैदान कहंदे आ। ये टेंशन ना लो, अगे जाके मैं सारे बायोम्स की क्लासीफिकेशन कराउणी आ। वजह पता कित्थों कराउणी आ? मैं जदों मैं ये पढ़ाया कि दुनिया च ईकोसिस्टम किहड़े टाइप का है, एक आऊगा इक्वैटिक पानी वाला, एक की आऊगा धरातल वाला। वो जिहड़ा धरती वाला ईकोसिस्टम आ, टैरेस्ट्रीयल ईकोसिस्टम आ, उहदे च मैं वक्खरे वक्खरे जंगल पढ़ाऊँगा, माउंटेन फलां फलां फलां। वो जिहड़े माउंटेन्स ने वो अगे वक्खरे वक्खरे टाइप के पढ़ाऊँगा कि कित्थे ट्रॉपिकल रेन फॉरेस्ट, कित्थे टैंपरेट रेन फॉरेस्ट। फिर दूजे पासे मैं पढ़ाऊँगा डेजर्ट की हुंदे आ। तां आलमोस्ट ईकोसिस्टम की ईकोसिस्टम की जिहड़ी क्लासीफिकेशन आ ते बायोम्स की कैटेगराइजेशन वो आलमोस्ट सेम ही हुंदी है। ईकोसिस्टम भी तो उन्होंने हिस्सों च वंडिया होया है तो आलमोस्ट बायोम भी वो आ। बस ईकोसिस्टम च एक फर्क आ कि ईकोसिस्टम कल्ला टैरेस्ट्रीयल वाला नहीं पढ़ीदा, धरातल वाला नहीं पढ़ीदा। धरातल दे नाल किहड़ा पढ़ीदा है? इक्वैटिक भी पढ़ लईदा है, पानी वाला भी पढ़ीदा है। बायोम दे विच सिर्फ आही पढ़ीदा है। इस करके जिहड़ी आ बायोम्स की क्लासीफिकेशन है ना अगे कि किहड़े जंगल किहड़े जंगल किहड़े जंगल, इन्हां नूं भावें ईकोसिस्टम की डेफिनेशन च पढ़ लो चाहे इन्होंने बायोम की डेफिनेशन च पढ़ लो। तां ही मैं कहा सीगा कि इंडिविजुअल तो अगे पॉपूलेशन, पॉपूलेशन तो अगे कम्यूनिटी, कम्यूनिटी तो अगे ना ईकोसिस्टम तो अगे बायोम ना करियो, क्योंकि ईकोसिस्टम ते बायोम तो आपस आलमोस्ट इक्को जे टाइप के होंगे आ। बस ईकोसिस्टम एक जनरल शब्द, ईकोसिस्टम एक आम शब्द, तो जिहड़ा अपना वो आ की नाम उहदा बायोम आ वो एक स्पैसीफाइड शब्द आ, सिर्फ टैरेस्ट्रीयल रिलेटेड। आ दसो जी, आ समझ आ गई? तो ये अपने को आ गए पूरी दुनिया च किहड़े किहड़े बायोम्स ने। ठीक आ सारे बायोम्स ने, रेन फॉरेस्ट आ ते आ। ये ग्राफ की कहता है, इस ग्राफ नूं मैं तुहानूं हौली हौली अगे जाके समझाऊँगा भी। ठीक है कि ये ग्राफ जिहड़ा बेसिकली ये की कह रहा। ठीक है। नैक्सट हुण आ देखो, हुण मैं अगे तुहानूं जिन्ने भी टाइप के अपने कोल अगे वो ने मतलब कि बायोम्स ने। ठीक है। अगे मैं तुहानूं कल सारे बायोम्स वक्खरे वक्खरे समझाऊँगा कि वट इज़ टूंडरा, वट इज़ आर्कटिक, वट इज़ अगे जेड़े भी ट्रॉपिकल रेन फॉरेस्ट, सारे दे सारे बायोम समझा दूँगा। ਇਹਦਾ मतलब ਜਦੋਂ मैं तुहानूं सारे टाइप के बायोम्स समझाते ना, ਇਹਦਾ मतलब तुसीं ये भी कह दिओ कि ईकोसिस्टम की जिहड़ी क्लासीफिकेशन दो क्लासीफिकेशनां सी, एक इक्वैटिक वाली ते दूजी किहड़ी सी? टैरेस्ट्रीयल। और टैरेस्ट्रीयल वाली धरातल वाली जिहड़ी ईकोसिस्टम की क्लासीफिकेशन आ वो भी विच ही कवर होगी। ठीक है। सो कल मैं बायोम्स की क्लासीफिकेशन तो अगे पढ़ाऊँगा। ठीक है। जदों मैं ये सारा पढ़ाता फिर मैं विच जे एक दो टर्मां ने जिहड़ियां जिन्हां दा संबंध होर किसी चीज़ नाल नहीं, जिहड़ियां बिल्कुल सैपरेट ने, वो टर्मां ने कि इंपॉर्टेंट अदर इंपॉर्टेंट डेफिनेशनस, जिन्हां दे विच मैं थोड़ा जिहा कल क्लीयर करना है कि मैं इन्ना पढ़ाउण तो बाद, दो लैक्चरस पढ़ाउण तो बाद कि ये दस्सण च सफल होया कि वट इज़ डिफरेंस बिटवीन इकोलॉजी, इन्वायरमेंट एंड ईकोसिस्टम। इस चैप्टर नूं मैं बड़े डीपली पढ़ाया है बिकॉज ये किताबां च इन्ना को कन्फ्यूज़ करके हुण ये जिहड़े मैं नोट्स बनाए ना, ये एक सीक्वेंस च आ। ये नोट्स नूं मैं बदल भी सकदा सी जिवें मैं पढ़ाए आ, मैं चीज़ां नूं विचों डिलीट भी कर सकदा सीगा, पर मैं चीज़ां डिलीट तां नहीं कीतियां। पर मैं कहता कि तुसीं ये क्यों करनियां डिलीट, चीज़ां डिलीट तां नहीं कीतियां क्योंकि किताबां च इसे पैटर्न च ही पढ़ाया गया है। पर किताबां च दिता गया पैटर्न अपने आप ही सानूं कन्फ्यूज़ कर दिंदा है। इस करके मैं कट्टिया नहीं, पर हाँ जिहड़ा बंदा लैक्चर लाऊगा वो इस चीज़ नूं अपने अकॉर्डिंग पढ़ूगा। पर पढ़ना किवें चाहिए वो मैं तुहानूं दसदा कि ईकोसिस्टम एक वक्री चीज़ आ। ईकोसिस्टम, इकोलॉजी ते इन्वायरमेंट, ये तीन चीज़ां नूं वख पढ़ना चाहिए।
ਠੀਕ ਆ। ਤੇ ਜਿਹੜੀ ਇੰਡੀਵਿਜੂਅਲ ਤੋਂ ਲੈ ਕੇ ਬਾਇਓਸਫੀਅਰ ਤੱਕ ਦੀ ਹਾਇਰਾਰਕੀ ਆ ਉਹਨੂੰ ਅੱਡ ਪੜ੍ਹਨਾ ਚਾਹੀਦਾ ਹੈ। ਠੀਕ ਆ। ਸੋ ਕੱਲ ਆਪਾਂ ਇਹਨੂੰ ਕੰਪਲੀਟ ਕਰ ਲਾਂਗੇ, ਫਿਰ ਆਪਾਂ ਇਕਵੈਟਿਕ ਈਕੋਸਿਸਟਮ ਵਗੈਰਾ ਜਿਹੜਾ ਹੈ ਉਹਦੇ ਤੇ ਵੀ ਜਾਵਾਂਗੇ, ਫਿਰ ਆਪਾਂ ਉਹਨੂੰ ਸਟੱਡੀ ਕਰਾਂਗੇ। ਤਾਂ ਆਲਮੋਸਟ ਆਪਾਂ ਇੱਕ ਹਿੱਸਾ ਇਨਵਾਇਰਨਮੈਂਟ ਦਾ ਜਿਹੜਾ 4-5 ਲੈਕਚਰਸ 'ਚ ਕਵਰ ਕਰਾਂਗੇ ਉਹ ਆਹੀ ਆ ਕਿ ਵਟ ਇਜ਼ ਈਕੋਸਿਸਟਮ, ਵਟ ਇਜ਼ ਇਨਵਾਇਰਨਮੈਂਟ, ਵਟ ਇਜ਼ ਇਕੋਲੋਜੀ। ਠੀਕ ਆ। ਉਸ ਤੋਂ ਬਾਅਦ ਈਕੋਸਿਸਟਮ ਦੀ ਕਲਾਸੀਫਿਕੇਸ਼ਨ। ਠੀਕ ਆ। ਫਿਰ ਉਸ ਤੋਂ ਇੰਡੀਵਿਜੂਅਲ ਤੋਂ ਲੈ ਕੇ ਬਾਇਓਸਫੀਅਰ ਤੱਕ ਦੀ ਹਾਇਰਾਰਕੀ ਕਿ ਕਿਸ ਤੋਂ ਬਾਅਦ ਕੀ ਆਉਂਦਾ, ਕਿਸ ਤੋਂ ਬਾਅਦ ਕੀ ਆਉਂਦਾ, ਕਿਸ ਤੋਂ ਬਾਅਦ ਕੀ ਆਉਂਦਾ, ਇਹ ਸਾਰੀ ਹਾਇਰਾਰਕੀ, ਇਹ ਸਾਰਾ ਕੁਝ ਪੜ੍ਹ ਲਿਆ ਆਪਾਂ। ਤਾਂ ਇਸ ਚੀਜ਼ ਨੂੰ ਜੇ ਤੁਸੀਂ ਆਪਣੇ ਲੈਵਲ ਤੇ ਕਿਸੇ ਬੁੱਕ 'ਚੋਂ ਪੜ੍ਹਨਾ ਚਾਹੁੰਦੇ ਹੋ ਤਾਂ ਮੈਂ ਬੁੱਕ ਵੀ ਰੈਫਰ ਕਰਤੀ ਹੈ। ਜਿਹੜੀ ਬੁੱਕ ਮੈਂ ਰੈਫਰ ਕੀਤੀ ਹੈ ਦੈਟ ਇਜ਼ ਸ਼ੰਕਰ IAS। ਹਾਂ, ਅਦਰਵਾਈਜ਼ ਨੋਟਸ ਆਪਣੇ ਆਪ 'ਚ ਬੈਸਟ ਹੈਗੀ ਆ। ਠੀਕ ਆ। ਇਹ ਨੋਟਸ ਤੁਹਾਨੂੰ ਮਿਲ ਹੀ ਜਾਣਗੇ। ਸੋ ਅੱਜ ਵਾਸਤੇ ਇੰਨਾ ਹੀ ਬਹੁਤ ਆ ਜੀ, ਮਿਲਦੇ ਆ ਜੀ ਆਪਾਂ। ਠੀਕ ਆ।